15। ਵੈਸੇ ਹੀ ਵਾਰਿਸ ਅਸੀਂ 15 ਤੋਂ ਸ਼ੁਰੂ ਕਰਨਾ ਹੈ। ਤੁਸੀਂ ਕੁਝ ਕਹਿਣਾ ਚਾਹੋ ਸ਼ੁਰੂ ਕਰਨ ਤੋਂ ਪਹਿਲੇ? ਨਹੀਂ, ਮੈਂ ਅਖੀਰ ਤੇ ਕਹਾਂਗਾ ਤੁਸੀਂ ਚਲੋ ਅਹ, ਕਰੀਏ। ਸ਼ੁਰੂ ਕਰੋ। ਚਲੋ ਜੀ, ਮੈਂ ਫਿਰ ਸਟਾਰਟ ਕੀਤੀ ਹੈ। ਮੈਂ 15 ਤੋਂ ਸ਼ੁਰੂ ਕਰਨਾ। ਰਾਂਝਾ ਆਖਦਾ ਭਾਬੀਓ ਵੈਰਨੋ ਨੀ ਤੁਸਾਂ ਭਾਈਓ ਨਾਲੋਂ ਵਿਛੋੜਿਆ ਜੇ, ਖੁਸ਼ੀ ਰੂਹ ਨੂੰ ਬਹੁਤ ਦਿਲਗੀਰ ਕੀਤਾ, ਤੁਸਾਂ ਫੁੱਲ ਗੁਲਾਬ ਦਾ ਤੋੜਿਆ ਜੇ, ਸਕੇ ਭਾਈਆਂ ਨਾਲੋਂ ਵਿਛੋੜ ਮੈਨੂੰ ਕੰਡਾ ਵਿੱਚ ਕਲੇਜੇ ਦੇ ਪੋੜਿਆ ਜੇ, ਭਾਈ ਜਿਗਰ ਤੇ ਜਾਨ ਸਾਂ ਅਸੀਂ ਅੱਠੇ, ਵੱਖੋ ਵੱਖ ਕਰ ਚਾਹ ਨਖੋੜਿਆ ਜੇ, ਨਾਲ ਵੈਰ ਦੇ ਰਿਕਤਾਂ ਛੇੜ ਭਾਬੀ, ਸਾਨੂੰ ਮਿਹਣਾ ਹੋਰ ਚਮੋੜਿਆ ਜੇ, ਜਦੋਂ ਸਫਾ ਹੋ ਟੁਰਨ ਗਈਆਂ ਤਰਫ ਜੰਨਤ, ਵਾਰਿਸ ਸ਼ਾਹ ਦੀ ਵਾਗ ਨਾ ਮੋੜਿਆ ਜੇ। ਵਾਹ। ਹਾਂਜੀ, ਇਹਦੇ ਚ ਰਾਂਝਾ ਆਖਦਾ, ਇਹ ਚ ਮੁਸ਼ਕਿਲ ਲਫ਼ਜ਼ ਪਹਿਲੇ ਦੇਖ ਲਈਏ। ਰਾਂਝਾ ਆਖਦਾ ਭਾਬੀਓ ਵੈਰ ਨੂੰ ਨਹੀਂ ਤੁਸਾਂ ਭਾਈਆਂ ਨਾਲੋਂ ਵਿਛੋੜਿਆ ਜੇ, ਖੁਸ਼ੀ ਰੂਹ ਨੂੰ ਬਹੁਤ ਦਿਲਗੀਰ ਕੀਤਾ। ਦਿਲਗੀਰ ਕਰਨ ਦਾ ਮਤਲਬ ਹੁੰਦਾ ਹੈ ਤੁਸੀਂ ਅਫਸੋਸ, ਮਤਲਬ ਇਹ ਹੈ ਕਿ ਦਿਲ ਦਾ ਫੜਿਆ ਜਾਣਾ ਉਦਾਸ ਜਾਂ ਦਿਲ ਦਾ ਦੁਖੀ ਭੈੜਾ, ਕਰਨਾ। ਉਦਾਸ ਕਰ ਦੇਣਾ। ਉਦਾਸ ਤੁਸਾਂ ਫੁੱਲ ਗੁਲਾਬ ਦਾ ਤੋੜਿਆ ਜੇ, ਸੱਕੇ ਭਾਈਆਂ ਨਾਲੋਂ ਵਿਛੋੜ ਮੈਨੂੰ ਕੰਡਾ ਵਿੱਚ ਕਲੇਜੇ ਦੇ ਪੋੜਿਆ ਜੇ। ਪੋੜਿਆ ਦਾ ਮਤਲਬ ਖੋਬ ਦਿੱਤਾ ਹੈ ਤੁਸੀਂ। ਭਾਈ ਜਿਗਰ ਤਾਂ ਜਾਨ ਤਾਂ ਅਸੀਂ ਅੱਠੇ, ਵੱਖੋ ਵੱਖ ਕਰ ਚਾਹ ਵਿਛੋੜਿਆ ਜੇ, ਨਾਲ ਕਹਿ ਤੇ ਅੱਖੀਆਂ ਕੱਢ ਭਾਬੀ, ਸਾਨੂੰ ਮਿਹਣਾ ਹੋਰ ਚੰਬੋੜਿਆ ਜੇ। ਮਤਲਬ ਇਹ ਹੈ ਕਿ ਸਾਨੂੰ ਤੂੰ ਉਹਨਾਂ ਭਰਜਾਈਆਂ ਨੇ ਕਿਹਾ ਸੀ ਨਾ, ਤੂੰ ਕੁੜੀਆਂ ਡਿੱਗਦੀਆਂ ਵੇਖ ਕੇ ਛੈਲ ਮੁੰਡਾ, ਤੇ ਸ਼ਾਇਦ ਅੱਗੇ ਆਉਣਾ ਹੈ। ਤੇ ਉਹ ਭਰਜਾਈਆਂ ਕਹਿੰਦੀਆਂ ਨਾ, ਤੂੰ ਬਜਲੀ ਵਜਾਉਣਾ ਤੇ ਕੁੜੀਆਂ ਤੇਰੇ ਪਿੱਛੇ ਲੱਗੀਆਂ ਨੇ, ਹੋਰ ਨਾ ਕਿਸੇ ਕੰਮ ਦਾ ਤੇ ਨਾ ਕਿਸੇ ਘਾਟ ਦਾ। ਜਿੱਥੇ ਸਫਾ ਹੋ ਤੁਰਨਗੀਆਂ ਤਰਫ ਜੰਨਤ, ਵਾਰਿਸ ਸ਼ਾਹ ਦੀ ਬਾਗ ਨਾ ਮੋੜਿਆ ਜੇ। ਇਹ ਜਦੋਂ ਰੋਜ਼ੇ ਆਖਰ ਨੂੰ, ਜਦੋਂ ਲਾਈਨਾਂ, ਸਫਾ ਦਾ ਮਤਲਬ ਲਾਈਨਾਂ ਬਣਨੀਆਂ, ਕਤਾਰਾਂ ਬਣਨੀਆਂ, ਕਤਾਰਾਂ ਜਦੋਂ ਜੰਨਤ ਵੱਲ ਜਾਣਗੀਆਂ ਤੇ ਵਾਰਿਸ ਸ਼ਾਹ ਨੂੰ ਤੁਸੀਂ ਉਸ ਤਰਫ ਨਹੀਂ ਜਾਣ ਦਿੱਤਾ। ਬਾਗ ਦਾ ਮਤਲਬ ਤੁਹਾਨੂੰ ਪਤਾ ਹੀ ਹੈ ਨਾ, ਬਾਗ। ਹਾਂਜੀ ਜੀ ਜੀ, ਜਿਹਦੇ ਨਾਲ ਘੋੜੇ ਨੂੰ ਕੰਟਰੋਲ ਕੀਤਾ ਹਾਂਜੀ ਜਾਂਦਾ ਹੈ, ਹਾਂਜੀ, ਨਕੇਲ ਜਿਹੜੀ ਸ਼ਾਇਦ ਨਹੀਂ ਜਿਹੜੀ ਹਾਂ, ਆਹੋ ਜਿਹੜੀ ਉਹਦਾ ਦੀ ਘੋੜਿਆਂ ਰੇਂਜ, ਦੀ, ਹਾਂ, ਰੇਂਜ ਚ। ਬ੍ਰੇਨਸ ਆਫ ਦ ਹਾਰਸ। ਯਾ ਹਾਂਜੀ, ਰੇਂਜ ਜਿਹੜੀਆਂ। ਹਾਂ, ਬਿਲਕੁਲ ਬਿਲਕੁਲ ਬਿਲਕੁਲ। ਤੇ ਇਸ ਬੰਦ ਵੀ, ਇਹ ਜਿਹੜਾ ਬੰਦ ਹੈ ਨਾ, ਇਹ ਮੈਨੂੰ ਇਹਦੇ ਜਿਹੜੀ ਦਿਲਚਸਪ ਗੱਲ ਲੱਗਦੀ ਹੈ ਨਾ, ਉਹ ਇਹ ਲੱਗਦੀ ਹੈ ਕਿ ਜਿਹੜਾ ਰਾਂਝਾ ਹੈ ਉਹ ਕਸੂਰਵਾਰ ਭਰਜਾਈਆਂ ਨੂੰ ਸਮਝਦਾ ਹੈ, ਜਾਂ ਕਸੂਰ ਉਹਨਾਂ ਦੇ ਜ਼ਿੰਮੇ ਲਾਉਂਦਾ ਹੈ। ਹਾਲਾਂਕਿ ਭਰਜਾਈਆਂ ਨੇ ਤੇ ਕੁਝ ਅਜੇ ਤੱਕ, ਭਰਜਾਈਆਂ ਤੇ ਕੁਝ ਵੀ ਨਹੀਂ ਸੀ ਕੀਤਾ। ਮਤਲਬ ਜੇ ਜ਼ਮੀਨ ਦੀ ਵੰਡ ਵਿੱਚ, ਜ਼ਮੀਨ ਦੀ ਵੰਡ ਦੇ ਵਿੱਚ ਰਾਂਝੇ ਨੂੰ ਭੈੜੀ ਜ਼ਮੀਨ ਦਵਾਈ, ਉਹ ਭਰਜਾਈਆਂ ਨੇ ਤੇ ਨਹੀਂ ਸੀ ਦਵਾਈ, ਉਹ ਤੇ ਭਰਾਵਾਂ ਨੇ ਦਵਾਈ ਸੀ ਨਾ। ਹਜ਼ਰਤ ਕਾਜ਼ੀ ਤੇ 65 ਸਦਾ ਸਾਰੇ, ਭਾਈਆਂ ਜ਼ਮੀਨ ਨੂੰ ਕੱਛ ਪੁਆਈ ਆਹੀ, ਚੰਗੀ ਭੋਏ ਦੇ ਬਣੇ ਵਾਰਿਸ, ਬੰਜਰ ਜ਼ਮੀਨ ਰੰਜੇਠੇ ਨੂੰ ਆਈ ਆਹੀ। ਇਹ ਤੇ ਭਰਾਵਾਂ ਨੇ ਕੀਤਾ ਸੀ ਨਾ, ਕਿ ਉਹਨੂੰ ਬੰਜਰ ਜ਼ਮੀਨ ਦਵਾਤੀ ਸੀ, ਆਪ ਚੰਗੀ ਜ਼ਮੀਨ ਲੈ ਲਈ। ਉਹ ਚ ਭਰਜਾਈਆਂ ਦਾ ਤੇ ਕੋਈ ਹੱਥ ਨਹੀਂ ਸੀ। ਲੇਕਿਨ ਇਹ ਹੈ ਕਿ ਜਿਹੜਾ ਰਾਂਝਾ ਹੈ ਉਹ ਭਰਜਾਈਆਂ ਨੂੰ ਕਸੂਰਵਾਰ ਸਮਝ ਰਿਹਾ ਹੈ। ਇਹਦੇ ਵਿੱਚ ਜਿਹੜੀ ਰਾਂਝੇ ਕਰੇ ਬੰਦੇ ਵਿੱਚ ਵੀ ਜਿਹੜੀ ਮੇਲ ਸ਼ਾਨਿਜ਼ਮ ਹੈ, ਉਹ ਵਾਰਿਸ ਸ਼ਾਹ ਤੁਹਾਨੂੰ ਦਿਖਾ ਰਿਹਾ ਹੈ।
ਕਿ ਉਹੋ ਜਿਹਾ ਬੰਦਾ ਵੀ, ਮਲੰਗ ਆਦਮੀ ਵੀ ਜਿਹੜਾ ਹੈ, ਉਹ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮੇਲ ਸ਼ਾਵਾਨਿਜ਼ਮ ਦਾ ਵਿੱਚ ਫਸਿਆ ਹੁੰਦਾ ਹੈ। ਖੁਸ਼ੀ ਰੂਹ ਨੂੰ ਬਹੁਤ ਦਲਗੀਰ ਕੀਤਾ, ਤੁਸਾਂ ਫੁੱਲ ਗੁਲਾਬ ਦਾ ਤੋੜਿਆ ਜੇ। ਇਹ ਤਾਂ ਸਾਫ਼ ਹੀ ਹੈ ਕਿ ਮੇਰਾ ਰੂਹ ਤੇ ਜਿਹੜਾ ਸੀ ਉਹ ਹਮੇਸ਼ਾ, ਮੇਰੀ ਸਪਿਰਿਟ ਤੇ ਹਮੇਸ਼ਾ ਹੈਪੀ ਗੋਇੰਗ ਸੀ, ਜਿਹਨੂੰ ਤੁਸੀਂ ਬਹੁਤ ਉਦਾਸ ਕਰ ਦਿੱਤਾ ਹੈ। ਤੁਸਾਂ ਫੁੱਲ ਗੁਲਾਬ ਦਾ ਤੋੜਿਆ ਜੇ, ਇਹ ਤੇ ਸਾਫ਼ ਹੀ ਹੈ। ਇਹ ਖਿੜਿਆ ਹੋਈ ਰੂਹ ਦਾ ਬੰਦਾ ਸੀ ਮੈਂ। ਹਾਂ, ਬਿਲਕੁਲ ਬਿਲਕੁਲ ਬਿਲਕੁਲ। ਮਤਲਬ ਫੁੱਲ, ਮੇਰਾ ਦਿਲ ਜਿਹੜਾ ਸੀ ਗੁਲਾਬ ਦੇ ਫੁੱਲ ਵਾਂਗੂ ਖਿੜਿਆ ਹੋਇਆ ਹੈ। ਸੱਕੇ ਭਾਈਆਂ ਨਾਲੋਂ ਵਿਛੋੜ ਮੈਨੂੰ, ਕੰਡਾ ਵਿੱਚ ਕਲੇਜੇ ਦੇ ਪੋੜਿਆ ਜੇ। ਮੇਰੇ ਕਲੇਜੇ ਦੇ ਵਿੱਚ ਤੁਸੀਂ ਕੰਡਾ ਜਿਹੜਾ ਹੈ ਨਾ, ਉਹ ਫਸਾ ਦਿੱਤਾ ਹੈ। ਭਾਈ ਜਿਗਰ ਤੇ ਜਾਨ ਸਾਂ ਅਸੀਂ ਅੱਠੇ, ਵੱਖੋ ਵੱਖ ਕਰ ਚਾਅ ਵਿਛੋੜਿਆ ਜੇ। ਇਹ ਤਾਂ ਸਾਫ਼ ਹੀ ਹੈ। ਨਾਲ ਕਹਿਰ ਦੇ ਅੱਖੀਆਂ ਕੱਢ ਭਾਬੀ, ਸਾਨੂੰ ਮਿਹਣਾ ਹੋਰ ਚੰਬੋੜਿਆ ਹੈ। ਹੋਰ ਤਰ੍ਹਾਂ ਦੇ ਅਜੀਬੋ ਗਰੀਬ ਕਿਸਮ ਦੇ ਤੂੰ ਮੈਨੂੰ ਮੇਰੇ ਨਾਲ ਤਾਨੇ ਮਿਹਣੇ ਜਿਹੜੇ ਨੇ ਉਹ ਜੋੜ ਦਿੱਤੇ ਨੇ। ਜਿੱਥੇ ਸਭਾ ਹੋ ਤੁਰਨ ਗਈਆਂ ਤਰਫ ਜੰਨਤ, ਵਾਰਿਸ ਸ਼ਾਹ ਦੀ ਵਾਗ ਨਾ ਮੋੜਿਆ ਜੇ। ਇਹ ਵਾਰਿਸ ਸ਼ਾਹ ਦਾ ਆਪਣਾ ਐਕਸਪ੍ਰੈਸ਼ਨ ਹੈ ਕਿ ਇਹ ਮੈਨੂੰ ਤੁਸੀਂ ਭਰਜਾਈ ਹੋਈ ਇੰਜੀ ਹੈ ਜਿਵੇਂ ਕਿ ਮੈਂ ਜੰਨਤ ਵਿੱਚ ਜਾ ਆਇਆ ਸਾਂ ਤੇ ਮੇਰੀ ਵਾਗ ਤੁਸੀਂ ਉਸ ਪਾਸੇ ਨਹੀਂ ਜਾਣ ਦਿੱਤੀ, ਮੈਨੂੰ ਉਸ ਪਾਸੇ ਤੁਸੀਂ ਨਹੀਂ ਜਾਣ ਦਿੱਤਾ। ਹਾਂਜੀ, ਕੋਈ ਸਵਾਲ ਹੈ ਵਿੱਚ? ਇੱਕ ਕਮੈਂਟ ਸੀ ਸਰ ਜੀ ਕਿ ਵੀ ਇਹਦਾ ਮਤਲਬ ਹੈਗਾ ਕਿ ਹਾਲੇ ਤੱਕ ਇਹ ਇਹਨਾਂ ਹੈਰਾਨ ਹੋਇਆ ਹੈ ਇਹਦੀ ਗੱਲ ਉੱਤੇ, ਇਹਨਾਂ ਦੀ ਗੱਲ ਦੇ ਉੱਤੇ, ਕਿ ਹਾਲੇ ਤੇ ਇਹਦਾ ਮਤਲਬ ਉਹਨਾਂ ਦਾ ਵਰਤਾਰਾ ਇਹਦੇ ਨਾਲ ਅੱਛਾ ਸੀ ਅਪ ਟਿਲ ਦਿਸ ਪੁਆਇੰਟ, ਜਦ ਤੱਕ ਇਹ ਪੋਏ ਦੀ ਔਰ ਇਹ ਇਕਨੋਮਿਕ ਸਿਚੁਏਸ਼ਨ ਨਹੀਂ ਆਈ, ਤਦ ਤੱਕ ਇਹਨਾਂ ਭਾਬੀਆਂ ਦਾ ਵਰਤਾਰਾ ਇਹਦੇ ਨਾਲ ਮੇਰੇ ਖਿਆਲ ਚ ਅੱਛਾ ਸੀ। ਤਾਂ ਹੀ ਤੇ ਕਹਿ ਰਿਹਾ ਕਿ ਤੁਸੀਂ ਮੈਨੂੰ, ਆਈ ਮੀਨ ਹੀ ਸਰਪ੍ਰਾਈਜ਼ਡ। ਹਾਂ, ਉਦੋਂ ਤੇ ਪਿਓ ਜ਼ਿੰਦਾ ਸੀ ਨਾ, ਤੇ ਉਹ ਲਾਡਲਾ ਪੁੱਤਰ ਸੀ ਪਿਓ ਦਾ, ਤੇ ਉਹ ਪਿਓ ਦੇ ਜਿਉਂਦਿਆਂ ਤੇ ਉਹਨੂੰ ਕੋਈ ਕੁਝ ਕਹਿੰਦਾ ਵੀ ਨਾ ਹੋਏਗਾ। ਠੀਕ। ਤੇ ਹੁਣ ਪਿਓ ਮਰ ਗਿਆ ਤੇ ਹੁਣ ਸਾਰਾ ਕੁਝ ਜਿਹੜਾ ਹੈ ਉਹ ਭਰਾ ਕਰ ਰਹੇ ਨੇ। ਲੇਕਿਨ ਜਿਹੜਾ ਰਾਂਝਾ ਹੈ ਉਹ ਮੇਲ ਹੈ, ਔਰ ਉਹ ਦੀ ਜਿਹੜੀ ਮੇਲ ਹੋਣ ਦੀ ਜਿਹੜੀ ਸ਼ੌਵਨਿਜ਼ਮ ਹੈ, ਉਹ ਭਰਜਾਈਆਂ ਨੂੰ ਹੀ ਉਹਦਾ ਕਸੂਰਵਾਰ ਸਮਝਦੀ ਹੈ। ਇਹ ਵੈਸੇ ਆਪਣਾ ਸਾਡਿਆਂ ਘਰਾਂ 'ਚ ਆਮ ਹੀ, ਸਾਡਿਆਂ ਸਾਰਿਆਂ ਘਰਾਂ 'ਚ ਇੰਝ ਹੁੰਦਾ ਹੈ। ਕਸੂਰ ਕਿਸੇ ਦਾ ਹੁੰਦਾ, ਨਾ ਕਿਸੇ ਦਾ ਲੱਗ ਜਾਂਦਾ ਹੈ। ਪਰ ਡਾਕਟਰ ਸਾਹਿਬ, ਇੱਕ ਹੋਰ ਵੀ ਗੱਲ ਹੈ ਕਿ ਰਾਂਝੇ ਵਿਚਾਰੇ ਦੇ ਉੱਤੇ 2 ਅਟੈਕ ਹੋ ਰਹੇ ਨੇ। ਇੱਕ ਤਾਂ ਜ਼ਮੀਨ ਲੈਣ ਦਾ ਜਾਂ ਪ੍ਰੋਪਰਟੀ ਲੈਣ ਦਾ ਤੇ ਭਰਾ ਕਰ ਰਹੇ ਨੇ ਨਾ ਅਟੈਕ। ਦੂਸਰੇ ਪਾਸੇ ਜਿਹੜਾ ਸੋਸ਼ਲ ਅਟੈਕ ਜਾਂ ਉਹਦੀ ਡਿਸਰਿਸਪੈਕਟ ਹੋ ਰਹੀ ਆ ਜਾਂ ਪਿੰਡ ਦੇ ਵਿੱਚ ਬਦਖੋਈ ਹੋ ਰਹੀ ਆ, ਉਹ ਭੈਣਾਂ ਜਾਂ ਭਾਬੀਆਂ ਦੇ ਥਰੂ ਹੋ ਰਹੀ ਆ। ਮੇਰਾ ਖਿਆਲ 2 ਅਟੈਕ ਇਸ ਤਰ੍ਹਾਂ ਦੇ। ਨਹੀਂ, ਉਹ ਦੇਖੋ, ਉਹਦੇ ਵਿੱਚ ਵੀ ਭਰਜਾਈਆਂ ਦਾ ਕੀ ਕਸੂਰ ਹੈ, ਕਿਉਂਕਿ ਪਿੰਡ ਛੋਟੀ ਜਿਹੀ ਜਗ੍ਹਾ ਹੁੰਦੀ ਹੈ, ਉੱਥੇ ਜਿਹੜਾ ਵੀ ਕੋਈ ਵਾਕਿਆ ਹੁੰਦਾ ਹੈ ਛੋਟਾ ਮੋਟਾ, ਉਹ ਤੇ 1 ਮਿੰਟ ਵਿੱਚ ਸਭ ਨੂੰ ਪਤਾ ਲੱਗ ਜਾਂਦਾ ਹੈ। ਇਸ ਲਈ ਇਹ ਸਿਰਫ ਬਜਾਏ ਇਸ ਦੇ ਕਿ ਉਹ ਆਪਣੇ ਭਰਾਵਾਂ ਨੂੰ ਇਲਜ਼ਾਮ ਦੇਵੇ, ਉਹਨਾਂ ਨੂੰ ਇਲਜ਼ਾਮ ਦੇਣ ਦੀ ਬਜਾਏ ਭਰਜਾਈਆਂ ਨੂੰ ਦੇ ਰਿਹਾ। ਉਹ ਜਿਵੇਂ ਮੁੰਡੇ ਦਾ ਵਿਆਹ ਹੋ ਜਾਏ ਨਾ, ਤੇ ਮੁੰਡਾ ਆਪਣੀ ਮਰਜ਼ੀ ਨਾਲ ਹੀ ਕੋਈ ਗੁੱਸਾ ਗਿਲਾ ਕਰ ਰਿਹਾ ਹੋਵੇ, ਤੇ ਬਾਕੀ ਘਰ ਜਿਹੜਾ ਨਾ ਸੱਸਾਂ ਤੇ ਦੇਰ, ਉਹ ਇਹੋ ਹੀ ਸਮਝਦੇ ਨੇ ਕਿ ਇਹਨੂੰ ਇਹਦੀ ਬੁੱਢੀ ਨੇ ਸਿਖਾਇਆ ਹੋਣਾ। ਪਰ ਪਿੰਡਾਂ ਦੇ ਵਿੱਚ ਜਿਹੜੀਆਂ ਗੱਲਾਂ ਅੱਗੇ ਵਧਦੀਆਂ ਨੇ, ਉਹ ਤਾਂ ਆਮ ਪਿੰਡਾਂ 'ਚ ਜਨਾਨੀਆਂ ਦੇ ਥਰੂ ਜਾਂਦੀਆਂ ਨੇ ਨਾ। ਨਹੀਂ, ਮਤਲਬ ਸਾਰੀਆਂ ਤੇ ਜਨਾਨੀਆਂ ਦੇ ਥਰੂ ਨਹੀਂ ਜਾਂਦੀਆਂ। ਹਾਂਜੀ, ਤੁਸੀਂ ਹੋਰ ਕੌਣ ਬੋਲਿਆ ਸੀ? ਮਦੀਆ।
no, हाँ मैं बस ये बोलने से कि it's easy to blame women. It's easier. It is. Samo, It is. nada कसूर. Also, Anything ਆਹੋ that happens. Huh? ਪ੍ਰੈਜੁਡਿਸ ਵੀ ਕਹਿ ਰਹੇ ਸੀ ਨਾ। ਸਰ ਜੀ ਇੱਥੇ ਜਿਹੜਾ ਇੱਕ ਥੋੜਾ ਜਿਹਾ ਹੈਗਾ ਹੈ, ਇਟ ਇਜ਼ ਟਰੂ ਕਿ ਤੁਸੀਂ ਇਹ ਗੱਲ ਸਹੀ ਕਹਿ ਰਹੇ ਹੋ, ਪਰ ਇੱਕ ਗੱਲ ਹੋਰ ਵੀ ਹੈ ਨਾ ਕਿ ਵੀ ਜਿਹੜਾ ਕੰਟੈਕਟ ਆਫ ਰਾਂਝਾ ਵਿਦ ਹਿਸ ਬ੍ਰਦਰਸ ਵਾਸ ਵੈਰੀ ਲਿਟਲ। ਉਹ ਤਾਂ ਸਵੇਰੇ ਜਾਂਦੇ ਸੀ, ਸ਼ਾਮਾਂ ਨੂੰ, ਰਾਤਾਂ ਨੂੰ ਆਉਂਦੇ ਸੀ। ਉਹਨੂੰ ਇਹਨਾਂ ਨੇ ਵਿਗਾੜਿਆ ਤੇ ਇਹ ਕੁੜੀਆਂ ਨੇ ਵੀ ਹੈ ਨਾ, ਉਹ ਮਤਲਬ ਕਿ ਭਾਬੀਆਂ ਨੇ ਨਾ, ਤੇ ਹੁਣ ਆਲ ਆਫ ਅ ਸਡਨ ਉਹ ਟਰਨ ਹੋ ਗਈਆਂ ਨੇ ਨਾ। ਦੇਖੋ ਭਰਾਵਾਂ ਦੇ ਨਾਲ ਤੇ ਉਹਦਾ ਕੋਈ ਕੰਟੈਕਟ ਨਹੀਂ। ਕੀ ਹਾਲ ਹੈ ਬਈ, ਕੀ ਜਿੱਦਾਂ ਸ਼ਾਮ ਨੂੰ ਆਏ ਥੱਕੇ ਟੁੱਟੇ ਤੇ ਆਪਣਾ ਕੰਮਾਂ ਕਾਜਾਂ ਤੋਂ। ਜਨਾਨੀਆਂ ਦੇ ਨਾਲ ਹੀ ਇਹਦਾ ਵਾਹ ਪੈਂਦਾ ਸੀ, ਕਿਉਂਕਿ ਇਹ ਤਾਂ ਜਾਂਦਾ ਨਹੀਂ ਸੀ, ਰਾਈਟ। ਇਹ ਤੇ ਹੁਣ ਤੁਹਾਡਾ ਬੀਬਾ ਦੀ ਇਮੇਜਿਨੇਸ਼ਨ ਹੈ, ਜਿੰਨਾ ਮਰਜ਼ੀ ਤੁਸੀਂ ਦੁਹਰਾ ਲਓ। ਤੇ ਲੇਕਿਨ ਅਗਰ ਵਿਦਨ ਟੈਕਸਟ ਰਹਿਣਾ ਹੈ ਅਸੀਂ, ਜੀ ਤੇ ਵਿਦਨ ਟੈਕਸਟ ਤੇ ਇੰਨੀ ਗੱਲ ਹੀ ਹੈ ਕਿ ਰਾਂਝਾ ਜਿਹੜਾ ਹੈ ਉਹ ਬਜਾਏ ਭਰਾਵਾਂ ਦੇ, ਭਰਾ ਜਿਨ੍ਹਾਂ ਨੇ ਕਿ ਉਹਦੇ ਕੋਲੋਂ ਜ਼ਮੀਨ, ਉਹਦੀ ਬਜਾਏ ਉਹ ਸਾਰਾ ਇਲਜ਼ਾਮ ਭਰਜਾਈਆਂ ਨੂੰ ਦੇ ਰਿਹਾ ਹੈ। ਇਹਦੇ ਵਿੱਚ ਬਾਰਿਸ਼ਾ ਇੱਕ ਸਟਲੀ ਤੁਹਾਨੂੰ ਇਹ ਵੀ ਗੱਲ ਕਹਿ ਰਿਹਾ ਹੈ ਕਿ ਇਸ ਸੁਸਾਇਟੀ ਵਿੱਚ ਮਰਦ ਔਰਤ ਦਾ ਰਿਲੇਸ਼ਨਸ਼ਿਪ ਇਸ ਤਰ੍ਹਾਂ ਦਾ ਹੈਗਾ ਹੈ ਕਿ ਇਲਜ਼ਾਮ ਔਰਤ ਨੂੰ ਹੀ ਦਿੱਤਾ ਜਾਂਦਾ ਹੈ। ਜੀ ਮਰਦ ਜਿਹੜੇ ਨੇ ਉਹ ਇਲਜ਼ਾਮ ਔਰਤ ਨੂੰ ਹੀ ਦਿੰਦੇ ਨੇ। ਇਹ ਔਰਤਾਂ ਦੇ ਬਾਰੇ 'ਚ ਕਿ ਉਹ ਬਹੁਤ ਚਲਾਕ ਹੁੰਦੀਆਂ ਨੇ, ਉਹ ਬਹੁਤ ਡਿਸੀਵਿੰਗ ਅੱਗੇ ਆਏਗਾ, ਹੁੰਦੀਆਂ ਨੇ। ਹਾਂਜੀ, ਅੱਗੇ ਆਏਗਾ ਇਹ ਸਾਰਾ ਕੁਝ। ਆਈ ਥਿੰਕ ਉਹ ਕਲੀਅਰਿਫਾਈ ਕਰੇਗਾ ਆਪਣਾ ਪੁਆਇੰਟ। ਜੀ ਚਲੋ ਜੀ, ਅਗਲਾ ਬੰਦ ਕਿੰਨੇ ਪੜਨਾ ਹੈ? अगला बंद मैं पढ़ती हूँ जी। ਹਾਂਜੀ ਪੜ੍ਹੋ ਹਾਂਜੀ। ਜੀ। अरे आखना खाए के दूध चावल ए रज के खाण दियां मस्तियां ने आखण दियोरा नाल निहाल होइयां सानू सब शरीकणा हस्तियां ने ए रांझे दे नाल है घ्यो शक्कर पर जियो दा भेत ना दसदियां ने रन्ना डिगदियां वेख के छैल मुंडा जिवें शहद विच मक्खियां फसदियां ने एक तू कलंके असां लगा होर सब सुखालियां बसदियां ने खरो निकले ते पिया मरे भुखा सबे भूल जानी खरमस्तियां ने। ਅੱਛਾ, ਕਰੇ ਆਕੜਾ ਖਾਏ ਕੇ ਦੁੱਧ ਚਾਵਲ ਇਹ ਰੱਜ ਕੇ ਖਾਣ ਦੀਆਂ ਮਸਤੀਆਂ ਨੇ। ਇਹ ਤਾਂ ਸਾਫ਼ ਹੀ ਹੈ। ਭਰਜਾਈਆਂ ਕਹਿੰਦੀਆਂ ਨੇ ਇਹ ਤੂੰ ਦੁੱਧ ਚਾਵਲ ਜਿਹੜੇ ਤੈਨੂੰ ਖਾਣ ਨੂੰ ਮਿਲਦਾ ਹੈ ਨਾ, ਇਹ ਰੱਜ ਕੇ ਖਾਣ ਦੀਆਂ, ਰੱਜ ਕੇ ਖਾਣ ਜਿਹੜੇ ਤੈਨੂੰ ਰੱਜ ਕੇ ਖਾਣ ਨੂੰ ਮਿਲਦਾ ਹੈ ਨਾ, ਇਹ ਉਹਦੀ ਮਸਤੀ ਤੈਨੂੰ ਚੜੀ ਹੈ। ਜੇ ਭੁੱਖਾ ਮਰਦਾ ਹੋਣਾ ਹੁੰਦਾ ਨਾ ਤੇ ਤੈਨੂੰ ਉਹ ਗੱਲਾਂ ਨਹੀਂ ਸੀ ਆਉਣੀਆਂ। ਆਖਣ ਦੇਵਰਾਂ ਨਾਲ ਨਿਹਾਲ ਹੋਈਆਂ ਸਾਨੂੰ ਸਭ ਸ਼ਰੀਕਣਾਂ ਹੱਸਦੀਆਂ ਨੇ। ਅੱਛਾ, ਜਿਹੜੀਆਂ ਲੋਕ ਨੇ ਜਾਂ ਖਾਸ ਤੌਰ ਤੇ ਔਰਤਾਂ ਨੇ, ਉਹ ਇਹ ਸਮਝਦੀਆਂ ਨੇ ਕਿ ਇਹ ਸਾਰੀਆਂ ਭਰਜਾਈਆਂ ਰਾਂਝੇ ਦੀਆਂ ਆਸ਼ਿਕ ਹੋਈਆਂ ਨੇ, ਰਾਂਝੇ ਨਾਲ ਫਸੀਆਂ ਹੋਈਆਂ ਨੇ। ਸਾਨੂੰ ਸਭ ਸ਼ਰੀਕਣੀਆਂ ਹੱਸਦੀਆਂ ਨੇ ਤੇ ਸਾਡਾ ਇਸ ਗੱਲ ਤੇ ਮਜ਼ਾਕ ਵੀ ਉਡਾਉਂਦੀਆਂ ਨੇ। ਇਹ ਰਾਂਝੇ ਦੇ ਨਾਲ ਹਨ ਘਿਓ ਸ਼ੱਕਰ ਪਰ ਜੀਵ ਦਾ ਭੇਤ ਨਾ ਦੱਸਦੀਆਂ ਨੇ। ਮਤਲਬ ਇਹ ਜਿਹੜੀਆਂ ਪਿੰਡ ਦੀਆਂ ਬਾਕੀ ਔਰਤਾਂ ਨੇ ਉਹ ਕਹਿੰਦੀਆਂ ਨੇ ਕਿ ਵਿੱਚੋਂ ਤੇ ਰਾਂਝੇ ਦੇ ਨਾਲ ਘਿਓ ਸ਼ੱਕਰ ਹੋਈਆਂ ਨੇ, ਇੱਕਮਿਕ ਹੋਈਆਂ ਨੇ ਤੇ ਦਿਲ ਦਾ ਭੇਤ ਨਹੀਂ ਲੋਕਾਂ ਨੂੰ ਦੱਸਦੀਆਂ, ਲੇਕਿਨ ਵਿੱਚੋਂ ਇਹ ਰਾਂਝੇ ਦੇ ਨਾਲ ਘਿਓ ਸ਼ੱਕਰ ਨੇ। ਰੰਨਾਂ ਡਿੱਗਦੀਆਂ ਵੇਖ ਕੇ छैल ਮੁੰਡਾ ਜਿਵੇਂ ਸ਼ਹਿਦ ਵਿੱਚ ਮੱਖੀਆਂ ਫਸਦੀਆਂ ਨੇ। ਤੇ ਉਹ ਭਰਜਾਈਆਂ ਕਹਿੰਦੀਆਂ ਨੇ ਕਿ ਤੈਨੂੰ ਜਿਹੜੀਆਂ ਔਰਤਾਂ ਨੇ ਉਹ छैल ਮੁੰਡਾ ਜਿਹੜਾ ਛੇਲ ਛਬੀਲਾ ਹੈ ਉਹਦੇ ਉੱਤੇ ਇੰਝ ਡਿੱਗਦੀਆਂ ਨੇ ਜਿਵੇਂ ਸ਼ਹਿਦ ਵਿੱਚ ਮੱਖੀਆਂ ਫਸਦੀਆਂ ਨੇ।
ਵੈਸੇ ਮੈਂ ਕਦੀ ਮਜ਼ਾਕਨ ਇਹ ਵੀ ਸੋਚਦਾ ਹੁੰਦਾ ਕਿ ਸ਼ਾਇਦ ਪ੍ਰਧਾਈਆਂ ਨੂੰ ਪ੍ਰਧਾਈਆਂ ਜਿਹੜੀਆਂ ਨੇ ਉਹਨਾਂ ਨੂੰ ਹਸਦ ਵੀ ਹੈਗਾ ਹੈ ਦੂਜੀਆਂ ਔਰਤਾਂ ਦੇ ਨਾਲ, ਜਿਹੜੀਆਂ ਰਾਂਝੇ ਦੇ ਨਾਲ, ਜਿਹੜੀਆਂ ਰਾਂਝੇ ਦੇ ਪਿੱਛੇ ਫਿਰ ਰਹੀਆਂ ਨੇ। ਇੱਕ ਤੂੰ ਕਲਨਕ ਹੈ ਅਸਾਂ ਲੱਗਾ, ਕਲੰਕ ਵੀ ਨੂੰ ਪੜ੍ਹਦੇ ਨੇ ਵੈਸੇ, ਹੋਰ ਸਭ ਸੁਖਾਲੀਆਂ ਵਸਦੀਆਂ ਨੇ। ਕਲੰਕ ਤੇ ਤੁਹਾਨੂੰ ਪਤਾ ਹੀ ਹੈ ਨਾ ਕੀ ਹੁੰਦਾ ਹੈ। dog ਹੈ ਇਸਨੇ dog ਕਾਲਾ ਦਾਗ ਜਿਹੜਾ ਮੱਥੇ ਤੇ ਲਾ ਦਿੱਤਾ ਜਾਂਦਾ ਨਾ ਉਹਨੂੰ ਕਲੰਕ ਕਹਿੰਦੇ ਨੇ। ਘਰੋਂ ਨਿਕਲੇ ਤੇ ਪਿਆ ਮਰੇ ਭੁੱਖਾ, ਭੁੱਲ ਜਾਣ ਤੈਨੂੰ ਸਭ ਮਸਤੀਆਂ ਨੇ। ਇਹ ਤੇ ਸਾਫ਼ ਹੀ ਹੈ ਕਿ ਕਿਉਂਕਿ ਪਹਿਲੇ ਰਾਜੀਆ ਖਾਨ ਦੀਆਂ ਮਸਤੀਆਂ ਕਹਿ ਚੁੱਕੀਆਂ ਨੇ ਤੇ ਹੁਣ ਉਹ ਕਹਿੰਦੀਆਂ ਨੇ ਕਿ ਜੇ ਹੁਣ ਘਰੋਂ ਨਿਕਲ ਕੇ ਜਦੋਂ ਭੁੱਖਾ ਮਰੇਗਾ ਨਾ, ਇਹ ਜਿਹੜੀ ਸਾਰੀ ਤੈਨੂੰ ਮਸਤੀ ਚੜੀ ਹੈ ਨਾ, ਇਹ ਤੇਰੀ ਮਸਤੀ ਨਿਕਲ ਜਾਏਗੀ। ਸਰ ਜੀ ਤੁਸੀਂ ਹਸਦ ਦੀ ਗੱਲ ਕਰਦੇ ਸੀ, ਉਹ ਢੁਕਵੀਂ ਥੋੜੀ ਜਿਹੀ ਬਹਿੰਦੀ ਹੈ ਕਿਉਂਕਿ ਉਹਦੀ ਤਾਰੀਫ ਕਰਦੀਆਂ ਨੇ ਬਹੁਤ, ਉਹਦੀ ਕਿੰਨੀ ਖੂਬਸੂਰਤ ਤਾਰੀਫ ਕੀਤੀ ਉਹਦੀ। ਆਹੋ, ਮਤਲਬ ਇਹ ਹੈ ਕਿ ਉਹ ਹੈ ਨਾ ਰੰਨਾਂ ਡਿੱਗਦੀਆਂ ਵੇਖ ਕੇ ਛੈਲ ਮੁੰਡਾ, ਰਾਈਟ। ਹਾਂ, ਮਤਲਬ ਭਰਜਾਈਆਂ ਇਹ ਕਹਿ ਰਹੀਆਂ ਨੇ ਨਾ ਕਿ ਜਿਹੜੀਆਂ ਪਿੰਡ ਦੀਆਂ ਔਰਤਾਂ ਨੇ ਉਹ ਛੈਲ ਮੁੰਡਾ ਵੇਖ ਕੇ ਇਵੇਂ ਉਹਦੇ ਉੱਤੇ ਡਿੱਗਦੀਆਂ ਨੇ ਜਿਵੇਂ ਸ਼ਹਿਦ ਵਿੱਚ ਮੱਖੀਆਂ ਫਸਦੀਆਂ ਨੇ। ਹਾਂ, ਉਹਨੂੰ ਛੈਲ ਵੀ ਕਹਿ ਰਹੀਆਂ ਨੇ, ਉਹਦੀ ਤਾਰੀਫ ਬੜੀ ਕਰ ਰਹੀ ਹੈ। ਸੋ ਦੈਟ ਤੁਹਾਡੀ ਗੱਲ ਸਹੀ, ਢੁਕਵੀਂ ਪੈਂਦੀ ਇੱਥੇ। ਹਾਂ, ਉਹ ਤੁਹਾਨੂੰ ਮੈਂ ਇੱਥੇ ਦੱਸਾਂ ਕਿ ਸ਼ਾਇਦ ਬੀਬਾ ਜੀ ਵਗੈਰਾ ਨੂੰ ਤਾਂ ਮੈਂ ਸ਼ਾਇਦ ਇਹ ਗੱਲ ਪਹਿਲੇ ਕੀਤੀ ਹੈ ਕਿ ਉਹ ਗਾਲਿਬ ਦੇ ਇੱਕ ਦੋਸਤ ਦੀ ਜਿਹੜੀ ਰਖੇਲ ਸੀ ਔਰਤ, ਉਹ ਮਰ ਗਈ, ਉਹਦੀ ਮਸ਼ੂਕ ਜਿਹੜੀ ਉਹ ਮਰ ਗਈ ਤੇ ਉਹ ਬਹੁਤ ਦੇਰ ਤੱਕ ਦਲਗੀਰ ਤੇ ਬਹੁਤ ਅਫਸੋਸ 'ਚ ਰਹਿੰਦਾ ਸੀ। ਤੇ ਗਾਲਿਬ ਦੇ ਖਤੂਤ ਦੇ ਵਿੱਚ ਆਏ, ਗਾਲਿਬ ਦੇ ਖਤੂਤ ਹੈਗੇ ਨੇ ਕੋਈ 900 ਸਫ਼ੇ ਦੇ, ਤੇ ਮੈਨੂੰ ਪੜ੍ਹਨੇ ਪਏ ਸਨ ਕਿਸੇ ਵਜ੍ਹਾ ਤੋਂ। ਅੱਛਾ, ਉਹਦੇ ਵਿੱਚ ਉਹਨੂੰ ਆਪਣੇ ਦੋਸਤ ਨੂੰ ਮੇਰੇ ਖਿਆਲ ਗੁਲਾਮ ਮੁਸਤਫਾ ਸ਼ੇਖਤਾ ਨੂੰ ਲਿਖਿਆ ਸ਼ਾਇਦ ਉਹਨਾਂ ਨੇ, ਤੇ ਉਹਦੇ ਵਿੱਚ ਲਿਖਿਆ, ਮੀਆਂ ਮੈਂ ਤੇ ਸਾਰੀ ਉਮਰ ਮਿਸਰੀ ਦੀ ਮੱਖੀ ਰਿਹਾ, ਮੈਂ ਸ਼ਹਿਦ ਦੀ ਮੱਖੀ ਕਦੀ ਨਹੀਂ ਬਣਿਆ। ਗੱਲ ਸਮਝਿਓ। ਯੈਸ, ਤੁਸੀਂ ਸਾਨੂੰ ਦੱਸਿਆ ਸੀ, ਇੱਕ ਸੈਮੀਨਾਰ ਕੀਤਾ ਸੀ ਆਪਾਂ। ਉਹ ਮਤਲਬ ਉੜ ਕੇ ਜਿੱਥੇ ਮਰਜ਼ੀ ਜਾ ਸਕਦੀ ਹੈ। ਨਹੀਂ, ਮਿਸਰੀ ਜਿਹੜੀ ਆ ਉਹ ਤਾਂ ਠੋਸ ਚੀਜ਼, ਉਹ ਚੰਬੜਦੀ ਨਹੀਂ ਨਾ ਲੱਤਾਂ ਨੂੰ। ਹਾਂਜੀ, मिस्री तो फ्रीडम है ना, मिस्री फ्रीडम है। ਮਿਸਰੀ ਜਿਹੜੀ ਆ ਉਹ ਫੜਦੀ ਨਹੀਂ ਹੈ ਨਾ ਇਸ। ਲੇਕਿਨ ਇਹ ਹੈ ਕਿ ਇਹ ਜਿਹੜੀਆਂ ਪਿੰਡ ਦੀਆਂ ਔਰਤਾਂ ਨੇ ਉਹ ਕਹਿੰਦੀਆਂ ਨੇ ਇਹ ਤੇ ਇੰਝ ਫਸਦੀਆਂ ਜਿਵੇਂ ਸ਼ਹਿਦ ਵਿੱਚ ਮੱਖੀ ਫਸ ਜਾਂਦੀ ਹੈ ਤੇ ਫਿਰ ਉਹ ਨਿਕਲ ਨਹੀਂ ਸਕਦੀ ਉੱਥੋਂ, ਨਿਕਲ ਨਹੀਂ ਸਕਦੀਆਂ ਵਿੱਚੋਂ। ਸਹੀ ਸਹੀ ਸਹੀ। ਚਲੋ ਜੀ, ਅਗਲਾ ਕੰਨੇ ਪੜਨਾ। ਅੱਛਾ ਡਾਕਟਰ ਸਾਹਿਬ, ਸਾਡੇ ਇੱਥੇ ਇਹਨਾਂ ਨੇ ਅੱਗੇ ਇੱਕ ਹੋਰ ਲਾਈਨ ਵੀ ਲਿਖੀ ਆ ਅੰਤ ਦੇ ਵਿੱਚ ਕਿ ਵਾਰਿਸ ਜਿਨ੍ਹਾਂ ਨੂੰ ਆਦਤਾਂ ਭੈੜੀਆਂ ਨਹੀਂ, ਸਭ ਖਲਕ ਤਾਂ ਉਹਨਾਂ ਤੋਂ ਨਸਦੀਆਂ। ਨਹੀਂ, ਮੈਨੂੰ ਸੁਣਾਈ ਨਹੀਂ ਦਿੱਤਾ। ਅੱਛਾ, ਮੈਂ ਸੁਣਾ ਦਿੰਦਾ। ਇਹ ਜਿਹੜੀ ਐਕਸਟਰਾ ਲਾਈਨ ਲਿਖੀ ਹੈ ਨਾ ਉਹਦੇ ਇਹਦੇ ਵਿੱਚ ਕਿ ਵਾਰਿਸ ਜਿਨ੍ਹਾਂ ਨੂੰ ਆਦਤਾਂ ਭੈੜੀਆਂ ਨਹੀਂ, ਸਭ ਖਲਕ ਤਾਂ ਉਹਨਾਂ ਤੋਂ ਨਸਦੀਆਂ ਨੇ। ਨਹੀਂ, ਇਹ ਨਹੀਂ ਵਾਰਿਸ ਨਹੀਂ, ਇਹ ਮਿਸਰਾ ਹੀ ਏਡਾ ਘਟੀਆ ਕਿ ਵਾਰਿਸ ਦਾ ਨਹੀਂ। ਠੀਕ ਹੈ ਸਰ, ਅਗਲਾ ਮੈਂ ਪੜ੍ਹਦੇ ਹਾਂ ਜੀ। ਅਸੀਂ ਨਸੀਏ ਤੋਂ ਨਸੀਏ, ਫਿਰ ਮਿਸਰੇ ਤੋਂ ਅੱਗੇ ਮਿਸਰੇ ਤੋਂ ਅੱਗੇ ਨਸੀਏ। ਹਾਂਜੀ, ਤੁਸਾਂ ਛਤਰੇ ਮਰਦ ਬਣਾ ਦਿੱਤੇ, ਸੱਪ ਰਸੀਆਂ ਦੇ ਕਰੋ ਡਾਰੀ, ਰੋਸੀਆਂ ਦੇ ਕਰੋ ਡਾਰੀਓ ਨੀ, ਰਾਜੇ ਭੋਜ ਦੇ ਮੁਖ ਲਗਾਮ ਦੇ ਕੇ ਚੜ ਦੌੜੀਆਂ ਪੋਟੂ ਨੇ ਹਾਰੀਆਂ ਨੀ, ਕੈਰੋ ਪਾਂਡਵਾਂ ਦੀ ਸਫਾ ਗਾਲ ਸੱਟੀ, ਜ਼ਰਾ ਗਲ ਦੇ ਨਾਲ ਹਥਿਆਰਿਓ ਨੀ,
ਰਾਵਣ ਲੰਕ ਲੁਟਾ ਕੇ ਗਰਦ ਹੋਇਆ, ਕਾਰਨ ਤੁਸਾਂ ਦੇ ਹੀ ਹਥਿਆਰਿਓ ਨੀ ਹਥਿਆਰਿਓ ਨਹੀਂ। ਸੌਰੀ। ਹਾਂਜੀ, ਤੁਸਾਂ ਛਤਰੇ ਮਰਦ ਬਣਾ ਦਿੱਤੇ। ਇਹ ਆਪਣਾ ਕਿ ਤੁਸੀਂ, ਇਹ ਵਾਕਿਆ ਹੈ ਕਿ ਆਪਣਾ ਜਿਹੜਾ ਫਿਰੌਨ ਸੀ ਜਾਂ ਉਹ ਵੱਡਾ ਬਾਦਸ਼ਾਹ ਸੀ, ਤੇ ਉਹਦੇ ਵਿੱਚ ਇਹ ਜਾਦੂ ਕਰਕੇ ਦਿਖਾਇਆ ਸੀ ਔਰਤਾਂ ਨੇ। ਰਸਾਲੂ, ਰਾਜਾ ਰਸਾਲੂ। ਰਾਜਾ ਰਸਾਲੂ ਦੇ, ਹਾਂ। ਤੇ ਸੱਪ ਜਿਹੜੇ, ਰੱਸੀਆਂ ਜਿਹੜੀਆਂ ਸਨ ਉਹਨਾਂ ਨੂੰ ਸੱਪ ਬਣਾਤਾ ਸੀ। ਉਹ ਫਿਰੌਨ ਤੇ ਮੂਸਾ ਦੀ ਗੱਲ ਸੀ, ਜਿਹੜੀ ਉਹ ਸੱਪ ਵਾਲੀ ਸੀ। ਇਹ ਜਿਹੜਾ ਛਤਰੇ ਮਰਦ ਸੀ ਇਹ ਰਸਾਲੂ ਦੀ ਸੀ। ਅੱਛਾ, ਚਲੋ ਠੀਕ ਹੈ। ਰਾਜੇ ਭੋਜ ਦੇ ਮੁੱਖ ਲਗਾਮ ਦੇ ਕੇ ਚੜ ਦੌੜੀਆਂ ਹੋਰ ਟੂਣੇ ਹਾਜ਼ਰ। ਇਹ ਵੀ ਤੁਹਾਨੂੰ ਪਤਾ ਹੋਣਾ ਕਿ ਰਾਜੇ ਭੋਜ ਦੇ ਮੁੱਖ ਨੂੰ ਲਗਾਮ ਦੇਣ ਦਾ ਕੀ ਮਤਲਬ ਸੀ, ਮੈਂ ਸ਼ਾਇਦ ਦੱਸਿਆ ਸੀ। ਹਾਂਜੀ ਹਾਂਜੀ। ਇਹ ਡਾਕਟਰ ਸਾਹਿਬ ਦੁਬਾਰਾ ਤਾਂ ਦੱਸ ਦਿਓ, ਕਾਫੀ ਲੋਕ ਨਏ ਨੇ ਗਰੁੱਪ 'ਚ। ਉਹ ਇਹ ਸੀ ਕਿ ਜਿਹੜੀ ਰਾਜੇ ਭੋਜ ਦੀ ਸਾਲੀ ਸੀ ਨਾ, ਉਹਨੇ ਆਪਣੀ ਭੈਣ ਨੂੰ ਕਿਹਾ ਕਿ ਤੇਰਾ ਬੰਦਾ ਤੇ ਰਾਜਾ ਹੈ, ਉਹ ਤੇ ਤੇਰੇ ਥੱਲੇ ਨਹੀਂ ਨਾ ਲੱਗ ਸਕਦਾ। ਉਹਨੇ ਕਿ ਲੱਗਦਾ ਕਿਉਂ ਨਹੀਂ, ਤੂੰ ਦੇਖੀ ਅੱਜ ਮੈਂ ਕਰਨੀ ਕੀ ਹੈ। ਤੇ ਉਹ ਜਦੋਂ ਰਾਜਾ ਸਾਹਿਬ ਮਹਲ ਚ ਗਏ ਤੇ ਉਹ ਚੋਰੀ ਵੇਖ ਰਹੀ ਸੀ, ਤੇ ਉਹ ਉਹਦੇ ਖਹਿੜੇ ਪੈ ਗਈ ਬੀਵੀ ਰਾਣੀ ਕਿ ਮੈਂ ਤੇ ਅੱਜ ਤੁਹਾਡੇ ਤੇ ਸਵਾਰੀ ਕਰਨੀ ਹੈ। ਤੇ ਰਾਜਾ ਵਿਚਾਰਾ ਫਿਰ ਮਜਬੂਰ ਹੋ ਗਿਆ ਤੇ ਉਹ ਉਹਦੇ ਲੱਕ ਤੇ ਚੜ ਗਈ ਤੇ ਉਹ ਤੁਰਨ ਲੱਗ ਪਿਆ ਵਿਚਾਰਾ। ਤੇ ਇਹ ਉਸ ਵਾਲਾ ਇਸ਼ਾਰਾ ਹੈ। ਰਾਜੇ ਭੋਜ, ਹਾਂਜੀ, ਰਾਜੇ ਭੋਜ ਦੇ ਮੁੱਖ ਲਗਾਮ ਦੇ ਕੇ, ਮਤਲਬ ਉਹਨੇ ਦੁਪੱਟੇ ਨਾਲ ਲਗਾਮ ਵੀ ਦੇ ਦਿੱਤੀ ਹੋਏਗੀ ਨਾ ਉਹਨੂੰ। ਚੜ ਦੌੜੀਆਂ ਹੋ ਟੂਣੇ ਹਾਰੀਓ ਨਹੀਂ। ਟੂਣੇ ਹਾਰੀਓ ਜਾਦੂ ਕਰਨ ਵਾਲੀ। ਇਹ ਜਿਹੜਾ ਹਾਰ ਦਾ ਲਫ਼ਜ਼ ਹੈ ਨਾ, ਇਹਦੇ ਨਾਲ ਸਬਜੈਕਟ ਬਣ ਜਾਂਦਾ। ਮਸਲਨ ਪੜ੍ਹਨਹਾਰ, ਸੁਣਨਹਾਰ, ਇਹ ਹਾਰ ਦਾ ਇਸਤੇਮਾਲ ਬੜਾ ਖਾਸ ਹੈ। ਕੈਰੋ ਪਾਂਡੂਆਂ ਦੀ ਸਫਾ ਗਾਲ ਸੁੱਟੀ, ਜ਼ਰਾ ਗੱਲ ਦੇ ਨਾਲ ਹਰਿਆਈਓ ਨਹੀਂ। ਕੈਰੋ ਪਾਂਡੂਆਂ ਦੀ ਜਿਹੜੀ ਲੜਾਈ ਹੈ ਉਹ ਵੀ ਤੇ ਉਹਦੀ ਦ੍ਰੋਪਦੀ, ਕਹਿੰਦੇ ਨੇ ਨਾ, ਦ੍ਰੋਪਦੀ ਦੀ ਵਜ੍ਹਾ ਤੋਂ ਹੋਈ ਸੀ ਜੀ। ਇਹ ਸਾਰਿਆਂ ਨੂੰ ਪਤਾ ਕਿ ਕਿਵੇਂ ਕਹਾਣੀ ਹੈ? ਨਹੀਂ ਡਾਕਟਰ ਸਾਹਿਬ। ਉਹ ਪਾਂਡੂ ਜਿਹੜੇ ਸਨ ਨਾ, ਪਾਂਡੂਆਂ ਨੂੰ ਆਪਣਾ ਜੰਗਲਵਾਸ ਕਰ ਦਿੱਤਾ ਸੀ ਨਾ। ਉਹ ਜਿਹੜਾ ਕੈਰੋ ਦਾ ਪੁੱਤਰ ਸੀ, ਉਹਨੇ ਕੀ ਨਾਂ ਸੀ ਉਹਦਾ? ਦੁਰਯੋਧਨ ਨੇ ਸਰ ਜੀ। ਦੁਰਯੋਧਨ ਨੇ। ਮੈਂ ਦੱਸਾਂ ਜੀ, ਮੈਂ ਦੱਸਾਂ ਸਟੋਰੀ? ਹਾਂ, ਤੁਸੀਂ ਦੱਸ ਦਿਓ। ਹਾਂਜੀ, ਜਿਹੜੇ ਕੌਰੂ ਪਾਂਡੂ ਸੀ ਇਹ ਦੋ ਭਰਾ ਸੀ, ਤੇ ਜਿਹੜੇ ਪਾਂਡੂ ਸੀ ਉਹਦੇ 5 ਪੁੱਤਰ ਸੀ, ਤੇ ਜਿਹੜਾ ਕੌਰੂ ਸੀ ਉਹਦੇ 100 ਪੁੱਤਰ ਸਨ। ਤੇ ਜਿਹੜਾ ਪਾਂਡੂ ਸੀ ਉਹ ਬਿਮਾਰ ਹੋ ਕੇ ਦੀ ਏਜ ਤੇ ਉਹ ਮਰ ਗਿਆ। ਸੋ ਕੌਰੂ ਜਿਹੜਾ ਸੀਗਾ, ਜਿਹੜਾ ਉਹਦਾ ਭਰਾ ਸੀ, ਉਹਨੂੰ ਫਿਰ ਰਾਜਾ ਬਣਾਇਆ ਗਿਆ, ਐਂਡ ਹੀ ਵਾਸ ਬਲਾਈਂਡ। ਉਹਦੇ 100 ਪੁੱਤਰ ਸੀਗੇ। ਸੋ ਜਦ ਉਹ ਮਰਿਆ ਤੇ ਦੈਨ ਜਿਹੜੀ ਉਹ ਸੀਗੀ ਸਲਤਨਤ, ਆਈ ਮੀਨ ਜਿਹੜੀ ਸੀਗੀ ਕਿੰਗਡਮ, ਉਹ ਜਾਣੀ ਸੀਗੀ ਪਾਂਡੂਆਂ ਨੂੰ। ਪਰ ਜਿਹੜਾ ਦੁਰਯੋਧਨ ਸੀ, ਕੌਰੂ ਦਾ ਵੱਡਾ ਮੁੰਡਾ, ਉਹਨੇ ਉਹ ਨਹੀਂ ਕੀਤਾ, ਜ਼ਬਰਦਸਤੀ ਉਹਨੇ ਉਹ ਰਾਜਾ ਬਣਿਆ। ਐਂਡ ਜਿਹੜੇ ਪਾਂਡੂ ਸੀ ਉਹਨਾਂ ਨੂੰ ਉਹਨੇ ਬਨਵਾਸ ਭੇਜ ਦਿੱਤਾ ਜੰਗਲਾਂ ਦੇ ਵਿੱਚ। ਸੋ ਜਦ ਇਹ ਪਾਂਡੂ ਜਿਹੜੇ ਸੀ, ਜਿਹੜੇ 5 ਸੀਗੇ, ਇਹ ਜਦ ਬਨਵਾਸ ਕੱਟ ਕੇ ਵਾਪਸ ਆਏ ਤੇ ਇਹਨਾਂ 5 ਦੀ ਇੱਕ ਸੀਗੀ ਵਹੁਟੀ ਜਿਹਦਾ ਨਾਂ ਸੀ ਪੰਚਾਲੀ।
ਸੋ ਉਹ ਜਿਹੜੀ ਉਹ ਵਾਪਸ ਆਏ ਜਦ ਤੇ ਉਹ ਉਹਨਾਂ ਨੇ ਇੱਕ ਬਹੁਤ ਵੱਡਾ ਮਹਿਲ ਬਣਾਇਆ, ਜਿਹਨੂੰ ਵੇਖਣ ਨੂੰ ਦੁਰਯੋਧਨ ਜਾਂਦਾ ਉਹ ਮਹਿਲ ਇਸ ਕਿਸਮ ਦਾ ਸੀ ਕਿ ਜਿੱਥੇ ਪਾਣੀ ਸੀ ਉੱਥੇ ਸੁੱਕਾ ਨਜ਼ਰ ਆਉਂਦਾ ਸੀ, ਤੇ ਜਿੱਥੇ ਸੁੱਕਾ ਹੁੰਦਾ ਸੀ ਉੱਥੇ ਪਾਣੀ ਨਜ਼ਰ ਆਉਂਦਾ ਸੀ। ਸੋ ਉਹਨੇ ਗਲਤੀ ਦੇ ਨਾਲ ਉਹਨੂੰ ਪਤਾ ਨਹੀਂ ਸੀ ਦੁਰਯੋਧਨ ਨੂੰ, ਜਦੋਂ ਉਹ ਮਹਿਲ ਦੇ ਅੰਦਰ ਗਿਆ ਤੇ ਉਹਨੇ ਪਾਣੀ ਦੇ ਵਿੱਚ ਜਦ ਪੈਰ ਰੱਖਿਆ ਤੇ ਉਹਨੇ ਸੋਚਿਆ ਕਿ ਵੀ ਇਹ ਤਾਂ ਸੁੱਕਾ ਹੈਗਾ, ਤੇ ਉਹ ਭਿੱਜ ਗਿਆ ਆਬਵੀਅਸਲੀ। ਤੇ ਉੱਤੋਂ ਦੇਖ ਰਹੀ ਸੀ ਦ੍ਰੋਪਦੀ, ਜਿਹੜੀ ਉਹਨਾਂ ਪੰਜਾਂ ਦੀ ਵਹੁਟੀ ਸੀਗੀ, ਤੇ ਉਹ ਕਹਿੰਦੀ ਅਖੀਰ ਅੰਨੇ ਦਾ ਪੁੱਤਰ ਅੰਨਾ ਹੀ ਰਹਿ ਗਿਆ। ਸੋ ਉਹਨੂੰ ਜਿਹੜਾ ਅੰਨੇ ਦਾ ਅੰਨਾ ਹੀ ਹੋਇਆ ਨਾ। ਅੰਨੇ ਦਾ ਅੰਨਾ ਹੀ ਰਹਿ ਗਿਆ। ਸੋ ਉਹ ਜਿਹੜੇ ਸੀਗਾ ਦੁਰਯੋਧਨ, ਉਹਨੂੰ ਬਹੁਤ ਜ਼ਿਆਦਾ ਗੁੱਸਾ ਚੜਿਆ ਇਨ ਦੀ ਐਂਡ, ਸੋ ਦੈਟ ਫਿਰ ਉਹ ਐਸੀ ਉਹ ਜਿਹੜੀ ਉਹਨੂੰ ਗੁੱਸਾ ਚੜਿਆ ਔਰ ਉਹਨੇ ਉਹਨਾਂ ਦੇ ਨਾਲ ਦੁਸ਼ਮਣੀ ਪੈਦਾ ਕਰ ਲਈ, ਵਿਚ ਇਵੈਂਚੁਅਲੀ ਲੈਡ ਟੂ ਮਹਾਭਾਰਤ ਦਾ ਵੱਡਾ ਜੰਗ। ਇਹ ਸੀ ਸਟੋਰੀ ਇਹਨਾਂ ਦੀ। ਦੈਟਸ ਇੰਟਰਸਟਿੰਗ। ਹਾਂਜੀ ਹਾਂਜੀ, ਹਾਂ ਇਹ ਕਹਾਣੀ ਹੈ ਇਹਦੇ ਪਿੱਛੇ। ਕੈਰੋ ਪਾਂਡੂਆਂ ਦੀ ਸਫਾ ਗਾਲ ਸੁੱਟੀ, ਉਹਨਾਂ ਦੀ ਜਿਹੜੀ ਇੱਕ ਜਗ੍ਹਾ ਤੇ ਖੜੇ ਸਨ, ਇੱਕ ਕਤਾਰ ਵਿੱਚ ਖੜੇ ਸਨ ਸਾਰੇ, ਉਹਨਾਂ ਦੀ ਤੁਸੀਂ ਸਫਾ ਦਾ ਮਤਲਬ ਉਹਨਾਂ ਦਾ ਯੂਨਿਟੀ ਤੋੜ ਦਿੱਤੀ। ਜ਼ਰਾ ਗੱਲ ਦੇ ਨਾਲ ਹਰਿਆਰਿਓ ਨਹੀਂ, ਹਰਿਆਰਿਓ ਦਾ ਮਤਲਬ ਹਰ ਇੱਕ ਦੇ ਨਾਲ ਯਾਰੀ ਲਾਉਣ ਵਾਲਿਓ। ਰਾਵਣ ਲੰਕ ਲਟਾਏ ਕੇ ਗਰਦ ਹੋਇਆ, ਕਾਰੇ ਤੁਸਾਂ ਦੇ ਹੈਣ ਹਥਿਆਰਿਓ ਨਹੀਂ। ਤੇ ਜਿਹੜਾ ਰਾਵਣ ਸੀ ਉਹ ਵੀ ਸੀਤਾ ਦੇ ਪਿੱਛੇ ਤਬਾਹ ਬਰਬਾਦ ਹੋ ਗਿਆ। ਤੇ ਇਹ ਸਭ ਹਥਿਆਰਿਓ ਦਾ ਮਤਲਬ ਹੈ ਕਿਲਰਸ, ਹੱਤਿਆ ਕਰਨ ਵਾਲਾ। ਇਹ ਸਾਰੇ ਤੁਹਾਡੇ ਕੰਮ ਨੇ। ਇਹ 5-7 ਇਲਜ਼ਾਮ ਜਿਹੜੇ ਨੇ ਨਾ ਤਾਰੀਖ 'ਚ ਔਰਤਾਂ ਦੇ ਨਾਂ ਆਮ ਤੌਰ ਤੇ ਲਾ ਦਿੱਤੇ ਜਾਂਦੇ ਨੇ, ਜਿਨ੍ਹਾਂ ਵਿੱਚ ਇੱਕ ਇਹ ਵੀ ਇਲਜ਼ਾਮ ਹੈਗਾ ਰਾਵਣ ਤੇ ਰਾਵਣ ਦਾ ਤਾਂ ਸੀਤਾ ਵਾਲਾ ਵੀ। ਅੱਗੇ ਚਲੋ ਜੀ। ਸਰ ਜੀ, ਉਹ ਜਿਹੜਾ ਫਿਰੌਨ ਤੇ ਉਹਦਾ ਸੀਗਾ ਮੂਸਾ ਦਾ, ਉਹਦਾ ਕੁਝ ਹੈਗਾ ਪਤਾ? ਉਹਨੇ ਫਿਰੌਨ ਨੇ ਅੱਗੇ ਸੁੱਟੇ ਸੀ ਨਾ ਸੱਪ ਬਣਾ ਕੇ, ਉਹਦਾ ਕੀ ਹੈਗਾ ਸੀ? ਵਾਟ ਵਾਸ ਦ ਬੈਕਗ੍ਰਾਉਂਡ ਆਫ ਦੈਟ? ਨਹੀਂ, ਉਹ ਹਾਂ ਉਹਨੇ ਜਿਹੜਾ ਫਿਰੌਨ ਸੀਗਾ ਉਹਨੇ ਮਾਂਦਰੀ ਸੱਦੇ ਤੇ ਉਹਨੇ ਜਾਦੂ ਨਾਲ ਉਹਨਾਂ ਨੇ ਰੱਸੀਆਂ ਨੂੰ ਸੱਪ ਬਣਾ ਦਿੱਤਾ। ਅੱਗੇ ਉਹਨੂੰ ਭੁੱਲ ਗਈ ਹੈ ਕਿ ਜਿਹੜਾ ਮੂਸਾ ਸੀ, ਉਹ ਅਗਵਾਇਆ ਸੀ ਕਿ ਉਹ ਜਦੋਂ ਉਹਨਾਂ ਦੇ ਮਾਂਦਰੀ ਸਨ ਨਾ, ਜਿਹੜੇ ਫਿਰੌਨ ਦੇ ਜਿਹੜੇ ਦਰਬਾਰ 'ਚ ਖੜੇ ਸਨ, ਉਹਨਾਂ ਨੇ ਆਪਣਾ ਜਾਦੂ ਦਿਖਾਇਆ ਕਿ ਸਾਡਾ ਜਿਹੜਾ ਗੋਡ ਹੈ ਨਾ ਬੜਾ ਪਾਵਰਫੁਲ ਹੈ, ਤੇ ਦੇਖ ਸਾਡਾ ਜਾਦੂ, ਸਾਡਾ ਗੋਡ ਕਿਸ ਕਿਸਮ ਦੇ ਜਾਦੂ ਕਰ ਸਕਦਾ। ਤੇ ਉਹ ਜਦੋਂ ਉਹਨੇ ਮੂਸਾ ਨੂੰ ਡਰਾਉਣ ਵਾਸਤੇ ਜਦੋਂ ਰੱਸੀਆਂ ਨੂੰ ਸੱਪ ਬਣਾਇਆ ਨਾ, ਤੇ ਮੂਸਾ ਦੇ ਹੱਥ 'ਚ ਨਾ ਇੱਕ ਸੋਟਾ ਸੀ ਜਿਹਨੂੰ ਅਸਾ ਕਹਿੰਦੇ ਨੇ। ਉਹਨਾਂ ਨੇ ਜਦੋਂ ਰੱਸਾ ਸੁੱਟਿਆ ਨਾ ਸੋਟਾ ਜ਼ਮੀਨ ਤੇ ਉਹਨਾਂ ਜਿਹੜਾ ਸੋਟਾ ਸੀ ਨਾ ਉਹ ਐਡਾ ਵੱਡਾ ਸੱਪ ਬਣ ਗਿਆ ਕਿ ਉਹ ਮਾਂਦਰੀਆਂ ਦੇ ਸੱਪ ਖਾ ਗਿਆ। ਬਿਲਕੁਲ। ਉਹ ਦਿਖਾਉਣ ਵਾਸਤੇ ਕਿ ਮੂਸਾ ਨੇ ਕਿਹਾ ਕਿ ਮੇਰੀ ਜਿਹੜਾ ਗੋਡ ਹੈ ਇਜ਼ ਮੋਰ ਪਾਵਰਫੁਲ ਦੈਨ ਯੋਰ ਗੋਡ। ਇਹੋ ਸੀ। ਇੰਨੇ ਚਿਰ ਦੀ ਪੁਰਾਣੀ ਕਹਾਣੀ ਹੈ, ਮੈਨੂੰ ਜ਼ਿਹਨ ਚੋਂ ਨਿਕਲ ਗਈ, ਲੇਕਿਨ ਇਹ ਮੈਨੂੰ ਪਤਾ ਹੈ ਕਿ ਗੱਲ ਇਹੋ ਸੀ। ਜੀ ਚਲੋ ਜੀ ਅੱਗੇ। ਇੱਕ ਛੋਟੀ ਗੱਲ ਸੀ ਸਰ ਜੀ, ਜਿਹੜੀਆਂ ਟੂਣੇ ਹਾਰੀਆਂ ਨੇ, ਇਹ ਉਹ ਵਿਚਸ ਨੇ, ਜਿੱਦਾਂ ਕਿ ਉਹ ਜਿਹੜੀਆਂ ਵਿਚਸ ਹੈਗੀਆਂ ਨੇ ਉਹ ਨੇ ਟੂਣੇ ਹਾਰੀਆਂ, ਜਿਹੜੇ ਟੂਣੇ ਕਰਦੀਆਂ ਨੇ, ਜਿਨ੍ਹਾਂ ਨੂੰ ਸਾਰੀ ਈਸਟਰਨ ਵੈਸਟਰਨ ਲਿਟਰੇਚਰ ਦੇ ਵਿੱਚ ਵੀ ਵਿਚਸ ਕਹਿੰਦੇ ਨੇ। ਆਹੋ, ਇਹੋ ਹੀ ਹੈ, ਮਤਲਬ ਉਹੋ ਹੀ ਹੈ। ਲੇਕਿਨ ਟੂਣੇ ਹਾਰ ਦਾ ਜਿਹੜਾ ਡਿਕਸ਼ਨਰੀ ਮਤਲਬ ਹੈ ਉਹ ਟੂਣੇ ਕਰਨ ਵਾਲਾ ਜਾਂ ਕਰਨ ਵਾਲੀ ਹੈ। ਕਰਨ ਵਾਲੀ, ਠੀਕ ਹੈ ਸਰ। ਜਾਦੂ ਕਰਨ ਵਾਲੀ ਹੈ, ਠੀਕ ਹੈ ਸਰ। ਚਲੋ ਜੀ, ਅਗਲਾ ਕਿੰਨੇ ਪੜ੍ਹਨਾ ਹੈ? ਅੱਛਾ, ਅੱਗੇ ਮੈਂ ਪੜ੍ਹ ਦਿੰਦਾ ਜੀ। 18 ਨੰਬਰ। ਭਾਬੀ ਆਖਦੀ ਗੁੰਡਿਆ ਮੁੰਡਿਆ ਵੇ, ਸਾਡੇ ਨਾਲ ਕੀ ਰਿਕਤਾਂ ਚਾਹੀਆਂ ਨੀ,
ਵਲੀ ਜੇਠ ਤੇ ਜਿਨ੍ਹਾਂ ਦੇ ਫਤੂ ਦੇਵਰ, ਡੁੱਬ ਮੋਈਆਂ ਉਹ ਭਰਜਾਈਆਂ ਨੀ। ਘਰੋ ਘਰੀ ਵਿਚਾਰਦੇ ਲੋਕ ਸਾਰੇ, ਸਾਨੂੰ ਕਈਆਂ ਫਾਈਆਂ ਪਾਈਆਂ ਨੀ। ਤੇਰੀ ਗੱਲ ਨਾ ਬਣੇਗੀ ਨਾਲ ਸਾਡੇ, ਜਾ ਪਰ ਨਾ ਲਿਆ ਸਿਆਲਾਂ ਦੀਆਂ ਜਾਈਆਂ ਨਹੀਂ। ਭਾਬੀ ਆਖ ਹਾਂਜੀ ਡਾਕਟਰ ਸਾਹਿਬ ਇਹ ਦੂਸਰੀ ਲਾਈਨ ਚ ਅਮਰ ਸਾਹਿਬ ਨੇ ਪੜਿਆ ਵੇ ਵਲੀ ਜੇਠ ਤੇ ਜਿਨ੍ਹਾਂ ਦੇ ਫਤੂ ਦੇਵਰ। ਇਹ ਨਹੀਂ, ਵਲੀ ਅਲੀ 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 ਜੇਠ। ਹਾਂ, ਇਹ ਤੁਸੀਂ ਫਿਕਸ ਕਰ ਲਓ ਜ਼ਰਾ ਮਰਜੀ ਜੀ। ਅਲੀ ਗਾ Okay. ਅਲਿਫ, ਹਾਂ ਵਲੀ ਨਹੀਂ ਗਾ। ਅਲੀ ਜੇਠ ਤੇ ਜਿਨ੍ਹਾਂ ਦੇ ਫਤੂ ਦੇਵਰ। ਠੀਕ ਹੈ। ਇਹ ਅਲੀ ਜੇਠ ਜਿਹੜੇ ਨਾ ਇਹ ਇਸ ਤਰ੍ਹਾਂ ਵਰਤਦੇ ਹੈਗੇ ਨੇ ਟਾਮ, ਡਿਕ ਐਂਡ ਹੈਰੀ। ਓਕੇ। ਭਾਬੀ ਆਖਦੀ ਗੁੰਡਿਆ ਮੁੰਡਿਆ ਵੇ, ਅਸਾਂ ਨਾਲ ਕੀ ਦਿੱਕਤਾਂ ਚਾਹੀਆਂ ਨਹੀਂ। ਅੱਛਾ, ਦਿੱਕਤ ਕਰਨਾ ਹੁੰਦਾ ਹੈ ਖਾਮਖਾ ਦੀ ਕੋਈ ਇਲਜ਼ਾਮ ਦੇ ਕੇ ਜਾਂ ਗੱਲ ਕਰਕੇ ਤੇ ਲੜਾਈ ਸ਼ੁਰੂ ਕਰਨੀ। ਅਲੀ ਜੇਠ ਤੇ ਜਿਨ੍ਹਾਂ ਦੇ ਦਿਓ ਫਤੂ ਦੇਵਰ। ਅਲੀ ਜੇਠ ਤੇ ਫਤੂ ਜਿਹੜਾ ਨਾ ਉਹ ਤੇ ਫਤਿਹ ਮੁਹੰਮਦ ਤੋਂ ਬਣਦਾ ਹੈ ਨਾ। ਮੁਸਲਮਾਨਾਂ 'ਚ ਜਿਹਦਾ ਨਾ ਫਤਿਹ ਮੁਹੰਮਦ ਉਹਨੂੰ ਫਤੂ ਕਹਿਣਾ ਸ਼ੁਰੂ ਕਰ ਦਿੰਦੇ ਨਾ। ਜਿਨ੍ਹਾਂ ਦੇ ਜੇਠ ਅਲੀ ਤੇ ਦਿਓਰ ਜਿਹੜੇ ਨੇ ਫਤੂ ਹੋਣ, ਉਹ ਤੇ ਭਰਜਾਈਆਂ ਬਸ ਜੀਂਦੀਆਂ ਹੀ ਮਰ ਗਈਆਂ। ਘਰੋ ਘਰੀ ਵਿਚਾਰ ਦੇ ਲੋਕ ਸਾਰੇ, ਸਾਨੂੰ ਕਈਆਂ ਫਾਈਆਂ। ਹਰ ਘਰ ਦੇ ਵਿੱਚ ਗੱਲਾਂ ਹੋ ਰਹੀਆਂ ਨੇ। ਮਤਲਬ ਇਹ ਗੱਲਾਂ ਕੀ ਹੋ ਰਹੀਆਂ ਨੇ? ਇਹ ਜਿਹੜੀ ਪਿਛਲੇ ਬੰਦ ਚ ਆ ਚੁੱਕਿਆ ਸੀ, ਇਹ ਰਾਂਝੇ ਦੇ ਨਾਲ ਹਨ ਘਿਓ ਸ਼ੱਕਰ ਪਰ ਜੂ ਦਾ ਭੇਸ ਨਾ ਦੱਸਦੀਆਂ ਨੇ। ਇਹ ਗੱਲ ਸਾਰੇ ਪਿੰਡ ਚ ਮਸ਼ਹੂਰ ਹੋਈ ਹੈ। ਤੇ ਤੇਰੀ ਗੱਲ ਨਾ ਬਣੇਗੀ ਨਾਲ ਸਾਡੇ, ਪਰ ਨਾ ਲਿਆ ਸਿਆਲਾਂ ਦੀਆਂ ਜਾਈਆਂ ਨਹੀਂ। ਤੇਰੇ ਨਾਲ ਸਾਡੇ ਨਾਲ ਤੇ ਤੇਰੀ ਬਣਨੀ ਕੋਈ ਨਹੀਂ, ਤੇ ਤੂੰ ਸਿਆਲਾਂ ਦੀ ਕੁੜੀ ਵਿਆਹ ਕੇ ਲਿਆ। ਮਤਲਬ ਇਹ ਮਿਹਣਾ ਜਿਹੜਾ ਨਾ ਇਹ ਭਰਜਾਈਆਂ ਨੇ ਦਿੱਤਾ ਹੈ। ਸਿਆਲਾਂ ਦੀ ਮਤਲਬ ਉਸ ਵੇਲੇ ਹੀਰ ਜਿਹੜੀ ਆ ਉਹ ਮਸ਼ਹੂਰ ਹੋਵੇਗੀ ਨਾ ਇਲਾਕੇ 'ਚ, ਜਾਂ ਸਿਆਲਾਂ ਦੀਆਂ ਕੁੜੀਆਂ ਮਸ਼ਹੂਰ ਹੋਣਗੀਆਂ ਹੁਸਨ ਦੇ ਵਿੱਚ। ਤੇ ਉਹ ਉਹਨਾਂ ਨੂੰ ਇਹ ਮਿਹਣਾ ਉਹਨਾਂ ਨੇ ਭਰਜਾਈਆਂ ਨੇ ਇਹ ਮਿਹਣਾ ਉਹਨੂੰ ਮਾਰਿਆ ਕਿ ਜੇ ਤੇਰੀ ਗੱਲ ਸਾਡੇ ਨਾਲ ਤੇ ਬਣਨੀ ਕੋਈ ਨਹੀਂ, ਤੇ ਤੂੰ ਬੜਾ ਫੰਨੇ ਖਾਂ ਬਣਨਾ ਹੈ, ਤੇ ਸਿਆਲਾਂ ਦੀ ਵਿਆਹ ਕੇ ਲਿਆ ਨਾ। ਫਿਰ ਇਹ ਪਹਿਲੀ ਵਾਰ ਇੰਟਰੋਡਿਊਸ ਕੀਤਾ ਇੱਥੇ ਹੀਰ ਦੇ ਬਾਰੇ। ਦਿਸ ਇਜ਼ ਹਰ ਫਰਸਟ ਇੰਟਰੋਡਕਸ਼ਨ ਇਨਟੂ ਦ ਸਟੋਰੀ। ਹਾਂ, ਇਹ ਦਿਲਚਸਪ ਗੱਲ ਹੈ ਕਿ ਇੱਥੇ ਵਾਰਿਸ ਸ਼ਾਹ ਜਿਹੜਾ ਹੈ ਨਾ, ਉਹਨੇ ਇੱਥੇ ਕਹਾਣੀ ਨੂੰ ਥੋੜਾ ਜਿਹਾ ਆਲਟਰ ਕੀਤਾ ਹੈ ਕਿ ਇਹ ਹੀਰ ਦੀ ਗੱਲ ਜਿਹੜੀ ਹੈ ਇਹ ਭਰਜਾਈਆਂ ਨੇ ਕੀਤੀ ਹੈ। ਜਿਹੜੀਆਂ ਬਾਕੀ ਹੀਰਾਂ ਨੇ ਨਾ, ਉਹਨਾਂ ਵਿੱਚ ਜਿਹੜੀ ਹੀਰ ਦੀ ਗੱਲ ਆ ਉਹ ਭਰਜਾਈਆਂ ਨੇ ਕੀਤੀ। ਉਹ ਹੋਰ ਤਰੀਕਿਆਂ ਨਾਲ ਹੀਰ ਇੰਟਰੋਡਿਊਸ ਹੋਈ ਹੈ। ਮਤਲਬ ਦਮੋਦਰ ਦਾਸ ਜਿਹੜਾ ਹੈ ਉਹ ਤੇ ਸ਼ੁਰੂ ਦੇ ਵਿੱਚ ਹੀਰ ਦਾ ਜ਼ਿਕਰ ਹੀ ਨਹੀਂ ਕਰਦਾ। ਉਹ ਪਹਿਲੇ ਹੀਰ ਦਾ ਵੱਖਰਾ ਜ਼ਿਕਰ ਕਰਦਾ ਹੈ, ਰਾਂਝੇ ਦਾ ਵੱਖਰਾ ਇੱਕ ਬਾਬ ਲਿਖਦਾ ਹੈ, ਤੇ ਫਿਰ ਕਿਸੇ ਚੱਕਰ ਦੇ ਕੇ ਤੇ ਉਹਨਾਂ ਨੂੰ ਉਹ ਬੇੜੀ ਛਡਾਉਂਦੀ ਹੈ ਹੀਰ, ਤੇ ਉਹ ਹੋਰ ਕਹਾਣੀ ਬਣਾਉਂਦਾ ਹੈ। ਲੇਕਿਨ ਵਾਰਿਸ ਸ਼ਾਹ ਨੇ ਇੱਥੇ ਸਿੱਧੀ ਕਰ ਦਿੱਤੀ ਇਹ ਗੱਲ। ਮੈਂ ਇਹੀ ਰੈਫਰ ਕਰ ਰਿਹਾ ਸੀਗਾ ਡਾਕਟਰ ਪਿੱਛੇ ਕਿ ਜਿਹੜਾ ਭਰਾਵਾਂ ਨੇ ਤਾਂ ਜ਼ਮੀਨਾਂ ਲੈ ਲਈਆਂ ਉਹਦੇ ਕੋਲੋਂ, ਤਾਂ ਸੋਸ਼ਲੀ ਜਿਹੜਾ ਰਿਡੀਕਿਊਲ ਹੋਇਆ ਰਾਂਝਾ, ਉਹ ਵੀ ਬਹੁਤ ਵੱਡਾ ਫੈਕਟਰ ਹੈ ਛੱਡ ਕੇ ਜਾਣ ਲਈ ਇੱਥੋਂ ਉਹਦਾ। ਜਾਂ ਉਹ ਭਾਬੀਆਂ ਨੇ ਕੀਤਾ ਜਾਂ ਜਿਹਨੇ ਵੀ ਕੀਤਾ, ਸੋਸ਼ਲ ਡਿਸਗ੍ਰੇਸ ਜਿਹੜੀ ਹੋਈ ਉਹਦੀ। ਆਹੋ, ਉਹ ਤੇ ਦੇਖੋ ਨਾ, ਸਾਨੂੰ ਮਿਹਣਾ ਹੋਰ ਚੰਬੋੜਿਆ ਜੇ। ਮਿਹਣਾ ਤੇ ਇਹੋ ਹੀ ਹੈ ਨਾ, ਮਿਹਣਾ ਤੇ ਉਹਨੂੰ ਰਾਂਝੇ ਨੂੰ ਇਹੋ ਹੀ ਹੈ ਨਾ
ਕਿ ਵੇਖ ਲਓ ਇਹਦੇ ਭਰਾਵਾਂ ਨੇ ਇਹਨੂੰ ਚੰਗੀ ਜ਼ਮੀਨ ਹੀ ਨਹੀਂ ਦਿੱਤੀ, ਜਾਂ ਦੇਖ ਲਓ ਇਹਨੂੰ ਲੁੱਟ ਲਿਆ ਜੇ। ਤੇ ਜਿਹੜੀਆਂ ਭਾਬੀਆਂ ਨੇ ਉਹ ਉਸ ਗੱਲ ਨੂੰ ਜਸਟੀਫਾਈ ਵੀ ਤੇ ਕਰ ਰਹੀਆਂ ਨੇ ਨਾ ਹੁਣ ਇਸ ਵਕਤ ਕਿ ਤਾਂ ਕੀਤੀ ਹੈ ਕਿ ਨਹੀਂ, ਭਰਜਾਈਆਂ ਨੇ ਕਿੱਥੇ ਕੀਤੀ? ਨਹੀਂ ਅੱਛਾ, ਜਸਟੀਫਾਈ ਨਾਲ ਰੜੀਆਂ ਨੇ। ਕਰੇ ਆਕੜਾਂ ਹਾਂ ਕਰੇ ਆਕੜਾਂ ਖਾ ਕੇ ਦੁੱਧ ਚਾਵਲ। ਹਾਂ ਸੋ ਦੇ ਆਰ ਆਹੋ, ਜਸਟੀਫਾਈਂਗ ਆਹੋ। ਕਿ ਵੀ ਜੋ ਤੇਰੇ ਨਾਲ ਤੇਰੇ ਭਰਾਵਾਂ ਨੇ ਕੀਤੀ ਹੈ ਕਿ ਵੀ ਜੋ ਵੀ ਹੈ ਉਹ ਦੇ ਆਰ ਟ੍ਰਾਈਂਗ ਟੂ ਦੇ ਆਰ ਔਨ ਦ ਆਬਵੀਅਸਲੀ ਸਾਈਡ ਆਫ देयर ਹਸਬੈਂਡਸ ਤੇ ਉਹ ਜਸਟੀਫਾਈ ਕਰ ਰਹੀਆਂ ਨੇ ਉਹ ਸਾਰੀ ਗੱਲ ਹੌਲੀ ਹੌਲੀ ਪਰ ਬੰਦ ਬਾਈ ਮਤਲਬ ਇਹ ਹੈ ਕਿ ਭਰਜਾਈਆਂ ਦੇ ਖਿਆਲ ਦੇ ਵਿੱਚ ਵੀ ਉਹ ਨਕਾਰਾ ਮੁੰਡਾ ਹੈ, ਲੇਕਿਨ ਉਹ ਸੋਹਣਾ ਵੀ ਬਹੁਤ ਹੈ। ਤੇ ਡਾਕਟਰ ਸਾਹਿਬ ਇਹ ਨਕਾਰਾ ਸੋਹਣੇ ਕੀ ਹੁੰਦੇ ਨੇ? ਫਿਕਰ ਨਹੀਂ ਨਾ ਉਹ ਕੋਈ ਯਾਰ ਹੁੰਦਾ। ਜਦੋਂ ਬੰਦਾ ਸੋਹਣਾ ਹੁੰਦਾ ਨਾ ਗਰੂਰ ਚ ਨਕਾਰਾ ਹੋ ਜਾਂਦਾ ਹੈ। ਉਹ ਅਖੀਰ ਤੁਸੀਂ ਜਦੋਂ ਐਂਡ ਵਾਲੇ ਹਿੱਸੇ ਹੋਣਗੇ ਨਾ ਤੇ ਉੱਥੇ ਭਰਜਾਈਆਂ ਖਤ ਲਿਖਦੀਆਂ ਨੇ ਨਾ ਹੀਰ ਨੂੰ ਕਿ ਤੂੰ ਸਾਡਾ ਮੁੰਡਾ ਮੋੜ ਦੇ। ਗੱਲ ਇੱਥੇ ਮੁੱਕਦੀ ਹੈ ਕਿ ਇਟ ਆਲ ਕਮਸ ਡਾਊਨ ਟੂ ਸੋਸ਼ੀਓ ਇਕਨੋਮਿਕਸ ਦੇ ਉੱਤੇ ਸਾਰੀ ਗੱਲ ਆ ਕੇ ਮੁੱਕਦੀ, ਭਾਵੇਂ ਜੋ ਬੰਦਾ ਵੀ ਕੈਸਾ ਹੋਵੇ। ਜਿੱਥੇ ਇਕਨੋਮਿਕਸ ਦਾ ਹੁੰਦਾ ਆ ਫਾਇਦਾ ਉੱਥੇ ਸਾਰੇ ਇਕੱਠੇ ਹੋ ਜਾਂਦੇ। ਆਹੋ, ਨਾਲੇ ਇਹ ਹੈ ਕਿ ਐਗਰੀਕਲਚਰਲ ਸਮਾਜ 'ਚ ਕਿਸੇ ਨੂੰ ਕੋਈ ਬਿਠਾ ਕੇ ਤੇ ਖਵਾ ਇੱਕ ਭਰਾ ਦੂਜੇ ਭਰਾ ਨੂੰ ਬਿਠਾ ਕੇ ਤੇ ਖਵਾਲਦਾ ਨਹੀਂ ਹੈ। ਉੱਥੇ ਤੇ ਹਰ ਇੱਕ ਨੂੰ ਕੰਮ ਕਰਨਾ ਪੈਂਦਾ ਹੈ। ਇਸੇ ਵਾਸਤੇ ਜਿਹੜਾ ਐਗਰੀਕਲਚਰਲ ਸਮਾਜ ਹੈ ਉਹਦੇ ਵਿੱਚ ਜਿਹੜਾ ਹੈਂਡੀਕੈਪਡ ਬੰਦਾ ਹੈ ਉਹਨੂੰ ਬੜਾ ਭੈੜਾ ਸਮਝਿਆ ਜਾਂਦਾ ਹੈ। ਵਜ੍ਹਾ ਇਹ ਹੈ ਕਿ ਉਹ ਪ੍ਰੋਡਕਸ਼ਨ ਵਿੱਚ ਹਿੱਸਾ ਨਹੀਂ ਨਾ ਲੈ ਸਕਦਾ। ਇੰਟਰਸਟਿੰਗ। ਉਹਨੂੰ ਪਾਲਣਾ ਪੈਂਦਾ ਨਾ। ਅੱਛਾ ਜੀ, ਲਾਇਬਿਲਿਟੀ ਹੈਗਾ, ਉਹ ਲਾਇਬਿਲਿਟੀ ਹੈ ਨਾ। ਤੇ ਉੱਥੇ ਲਾਇਬਿਲਿਟੀ ਜਿਹੜੀ ਹੈ ਇੰਨਾ ਸਰਪਲਸ ਨਹੀਂ ਹੁੰਦਾ ਕਿ ਉਹਦੇ ਵਿੱਚ ਲਾਇਬਿਲਿਟੀ ਪਾਲੀ ਜਾ ਸਕੇ। ਚਲੋ ਜੀ ਅੱਗੇ। ਵਧੀਆ ਜੀ, ਪੜੋ। Can I read? Okay. मुँह बुरा दसेंद्रा भाबिये नी सरे होए पतंग क्यों सारनी है तेरे गोचरा कम की पिया साडा सानू बोलियां नाल क्यों सारनी है उते चाड़ के पोड़ियां खिच लैंदी के कला दे महल उसारनी है असा नाल की मामला पिया तैनू पर पेकियां वालों गवारनी है। मुंह बुरा दुसेंगड़ा भाबिए नहीं सड़े हुए पतंग क्यों साड़नी है। तेरा मुंह भैड़ा जिहा मैनू दिस रहा है भरजाइए, ते तू ते ਜਿਹੜੇ ਸੜੇ ਹੋਏ ਨੇ ਪਹਿਲੇ ਪਤੰਗੇ ਤੂੰ ਉਹਨਾਂ ਨੂੰ ਮੈਂ ਤੇ ਪਹਿਲੇ ਹੀ ਸੜਿਆ ਹੈ, ਤੂੰ ਉੱਤੋਂ ਮੈਨੂੰ ਹੋਰ ਸਾੜ ਰਹੀ ਹੈ। ਪਤੰਗਾ ਤੇ ਹੁੰਦਾ ਨਾ ਜਿਹੜਾ ਅੱਗ ਦੇ ਦੁਆਲੇ ਦੁਆਲੇ ਫਿਰਦਾ ਹੈ। ਤੇਰੇ ਗੋਚਰਾ, ਹਾਂਜੀ ਮੌਤ, ਹਾਂਜੀ, ਤੇਰੇ ਗੋਚਰਾ ਕੰਮ ਕੀ ਪਿਆ ਸਾਡਾ। ਗੋਚਰਾ ਦਾ ਮਤਲਬ ਹੁੰਦਾ ਹੈ ਕਿਸੇ ਦੇ ਵਸ ਵਿੱਚ ਹੋਣਾ। ਤੇਰੇ ਵਸ ਵਿੱਚ ਕਿਹੜੀ ਗੱਲ ਹੈ ਜਿਹਦੀ ਮੈਨੂੰ ਲੋੜ ਪੈ ਗਈ ਹੈ। ਸਾਨੂੰ ਬੋਲੀਆਂ ਨਾਲ ਕਿਉਂ ਸਾਨੂੰ ਤਾਨਿਆਂ ਨਾਲ ਕਿਉਂ ਮਾਰ ਰਹੀ ਹੈ। ਉੱਤੇ ਚਾੜ ਕੇ ਪੌੜੀਆਂ ਲਾਹ ਲੈਂਦੀ। ਮਤਲਬ ਇਹ ਹੈ ਕਿ ਤੂੰ ਪੌੜੀ ਮੈਨੂੰ ਪਹਿਲੇ ਉੱਤੇ ਕਿਸੇ ਨੂੰ ਉੱਤੇ ਚੜਾ ਦੇਣਾ ਤੇ ਜਦੋਂ ਆਖਰੀ ਪੌੜੀ ਨੂੰ ਖਿੱਚ ਲੈਣਾ, ਇਹ ਮਤਲਬ ਹੈ ਇਹਦਾ। ਉੱਤੇ ਚਾੜ ਕੇ ਪੌੜੀਆਂ ਲਾਹ ਲੈਂਦੀ ਕਹੇ ਗੱਲਾਂ ਦੇ ਮਹਿਲ ਉਸਾਰਨੀ ਹੈ। ਤੇ ਤੂੰ ਗੱਲਾਂ ਨਾਲ ਹੀ ਮਹਿਲ ਬਣਾਉਣੀ ਹੈ, ਇਮੈਜੀਨੇਸ਼ਨ ਦੌੜਾਉਣੀ ਹੈ ਆਪਣਾ। ਅਸਾਂ ਨਾਲ ਕੀ ਮਾਮਲਾ ਪਿਆ ਤੈਨੂੰ। ਸਾਡੇ ਨਾਲ ਮਾਮਲਾ ਦਾ ਮਤਲਬ ਝਗੜਾ ਵੀ ਹੁੰਦਾ ਹੈ, ਤਲਕ ਬੇਸਿਕਲੀ।
ਸਾਡੇ ਨਾਲ ਤੇਰਾ ਕੀ ਝਗੜਾ, ਕੀ ਤਲਕ ਹੈ, ਤੂੰ ਕਿਉਂ ਐਵੇਂ ਕਰ ਰਹੀ ਹੈ। ਤੇ ਫਿਰ ਉਹਨੂੰ ਹੋਰ ਭਰਜਾਈ ਨੂੰ ਅੱਗ ਲਾਉਣ ਲਈ ਕਹਿੰਦਾ, ਪਰ ਪੇਕਿਆਂ ਵੱਲੋਂ ਗੁਆਰ ਨਹੀਂ। ਅਸਲ ਮਸਲਾ ਇਹ ਹੈ ਕਿ ਤੂੰ ਜਿਹੜੇ ਤੇਰੇ ਪੇਰੈਂਟਸ ਨੇ ਨਾ, ਉਹ ਲੋ ਲੈਵਲ ਦੇ ਨੇ, ਤੇ ਇਸ ਵਾਸਤੇ ਤੂੰ ਆ ਵੀ ਲੋ ਲੈਵਲ ਦੀ ਹੈ। ਠੀਕ ਹੈ ਜੀ। ਹਾਂਜੀ, ਇੱਥੇ ਹੁਣ ਵਾਰਿਸ ਸ਼ਾਹ ਇੱਕ ਹੋਰ ਆਪਣੀ ਵੀ ਵਿੱਚ ਸਾਡੇ ਜੋ ਲਿਖਿਆ ਉਹਦੇ ਹਿਸਾਬ ਨਾਲ ਕਹਿੰਦਾ ਕਿ ਵਾਰਿਸ ਸ਼ਾਹ ਦੇ ਨਾਲ ਸਰਦਾਰਨੀ ਤੂੰ, ਪਰ ਪੇਕਿਆਂ ਵੱਲੋਂ ਗਵਾਰਨੀ ਹੈ। ਅੱਛਾ, ਨਹੀਂ, ਇਹ ਜਿਹੜਾ ਨਾ, ਇਹ ਜਿਹੜੀ ਮੈਂ ਪੜਿਆ ਇਹ ਜ਼ਿਆਦਾ ਦੁਰਸਤ ਹੈ। ਠੀਕ ਹੈ, ਅਗਲਾ ਪੜੋ, ਕਿੰਨੇ ਪੜਨਾ? ਅੱਛਾ, ਤੇ ਹੁਣ ਪਰਸਨਲ ਹੋਈ ਜਾ ਰਹੇ ਨੇ ਇਸ ਡਾਇਲੌਗ ਦੇ ਵਿੱਚ ਦੋਵੇਂ ਪਾਰਟੀਆਂ। ਪਹਿਲੇ ਪਰਸਨਲ ਨਹੀਂ ਸਨ, ਪਹਿਲੇ ਸੋਸ਼ਲ ਲੈਵਲ ਤੇ ਬਹਿਸ ਹੋ ਰਹੀ ਸੀ, ਹੁਣ ਉਹ ਫਿਜ਼ੀਕਲੀ ਪਰਸਨਲ ਹੋਈ ਜਾ ਰਹੇ ਨੇ, ਇੱਕ ਦੂਜੇ ਦੀ ਸ਼ਕਲਾਂ ਤੇ ਆ ਗਏ ਨੇ। ਉਹ ਤੇ ਫਿਰ ਇੰਝ ਹੀ ਹੁੰਦਾ ਹੈ ਨਾ। ਲੜਾਈ ਜਦੋਂ ਵੱਧਦੀ ਹੈ ਤੇ ਫਿਰ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ ਨਾ। ਹਾਂ, ਤੁਸੀਂ ਪਹਿਲੇ ਇੱਕ ਲੈਵਲ ਦੀ ਸ਼ੁਰੂ ਹੁੰਦੀ ਹੈ, ਫਿਰ ਉਸ ਲੈਵਲ ਮੁਕਾ ਕੇ ਹੋਰ ਥੱਲੇ ਡਿੱਗਦੇ ਹੋ, ਫਿਰ ਹੋਰ ਥੱਲੇ ਡਿੱਗਦੇ ਹੋ। ਅੱਗੇ ਉਹਨੂੰ ਪੰਜਾਬੀ ਚ ਕਹਿੰਦੇ ਨਾ, ਫਿਰ ਮਾਮਾ ਭੈਣਾਂ ਦੀਆਂ ਗਾਲਾਂ ਵੀ ਕੱਢਣ ਲੱਗ ਪੈਂਦੇ ਨਾ, ਫਿਰ ਪਰਸਨਲ ਲੈਵਲ ਦੀਆਂ। ਤੂੰ ਮੈਂ ਹੋ ਰਹੀ ਹੈ। ਮੈਂ ਜਿਹੜੀ ਕਹਿੰਦੀ ਆ। ਬਾਜੀ ਸਾਹਿਬ ਨੇ ਨਹੀਂ ਪੜਿਆ, ਬਾਜੀ ਸਾਹਿਬ ਪੜਨਾ ਤੁਸੀਂ? ਤਾਂਜੇ ਕਹਿੰਦੇ ਨਾ ਜੀ, ਲੜਾਈ ਦਾ ਕੀ ਵਧਾਉਣਾ। ਲੜਾਈ ਦਾ ਵਧਾਉਣਾ ਤੇ ਇੰਝ ਹੀ ਹੈ ਜਿਵੇਂ ਲੱਸੀ ਚ ਪਾਣੀ ਪਾਈ ਜਾਓ ਤੇ ਵੱਧਦੀ ਜਾਂਦੀ ਹੈ। ਵਾਕਈ ਵਾਜਿਦ ਸਾਹਿਬ ਪੜਨਗੇ ਸ਼ਾਇਦ ਹੁਣ। ਨਹੀਂ ਜੀ, ਮੈਂ ਬਾਹਰ, ਮੇਰੇ ਕੋਲ ਐਕਸੈਸ ਨਹੀਂ ਹੈਗੀ ਪੂਰੀ ਉਹਦੀ ਨਾ ਕੰਟੈਂਟ ਦੀ, ਸੋ ਐਕਚੁਅਲੀ ਸੌਰੀ ਅਬਾਊਟ ਦੈਟ। ਡਾਕਟਰ ਲੇਜ਼ੀਆ ਹੈਗੇ ਨੇ। ਡਾਕਟਰ ਲੇਜ਼ੀਆ ਪੜੋ ਅੱਜ ਤੁਸੀਂ ਪਲੀਜ਼। ਕਿੱਥੇ ਗਏ? ਚਲੋ ਤੁਸੀਂ ਪੜ੍ਹ ਦਿਓ ਸਈਦ ਸਾਹਿਬ। ਹਾਂਜੀ, ਬੰਦ 20 ਗਜ। ਸਿੱਧਾ ਹੋ ਕੇ ਰੋਟੀਆਂ ਖਾ ਜੱਟਾ, ਤੂੰ ਆਕਾਸ਼ ਨੂੰ ਐਡੀਆਂ ਚਾਹੀਆਂ ਨਹੀਂ, ਤੇਰੀ ਪਨਗਟਾਂ ਦੇ ਉੱਤੇ ਪਿਓ ਪਈ, ਤੁਮਾਂ ਤ੍ਰਿੰਜਨਾ ਦੇ ਵਿੱਚ ਪਾਈਆਂ ਨਹੀਂ, ਘਰ ਬਾਰ ਵਸਾਰ ਕੇ ਖੁਆਰ ਹੋਈਆਂ, ਘਰ ਬਾਰ ਵਿਸਾਰ ਕੇ ਖੁਆਰ ਹੋਈਆਂ, ਝੋਕਾਂ ਪ੍ਰੇਮ ਦੀਆਂ ਜਿਨ੍ਹਾਂ ਨੂੰ ਲਾਈਆਂ ਨਹੀਂ, ਜ਼ੁਲਫਾਂ ਕੁੰਡੀਆਂ ਕਾਲੀਆਂ ਹੂੰਗ ਮੰਗੂ, ਝੋਕਾਂ ਹਿੱਕ ਤੇ ਆਨ ਬਹਾਈਆਂ ਨਹੀਂ, ਵਾਰਿਸ਼ਾ ਐਜਨਾ ਦੇ ਚੰਨ ਦੇਵਰ, ਗੋਲਗੱਤੀਆਂ ਸਹਿ ਬਰਜਾਈਆਂ ਨਹੀਂ। ਵਾਹ, ਕਹਿ ਦਿੰਦੀ ਹੀਰੇ। ਸਿੱਧਾ ਹੋਏ ਕਿ ਰੋਟੀਆਂ ਖਾ ਜੱਟਾ, ਆ ਕਾਹ ਨੂੰ ਐਡੀਆਂ ਚਾਹੀਆਂ ਨਹੀਂ। ਆ ਕਾਹ ਨੂੰ ਐਡੀਆਂ ਚਾਹੀਆਂ ਨਹੀਂ, ਮਤਲਬ ਐਡੀਆਂ ਵੱਡੀਆਂ ਗੱਲਾਂ ਕਿਸ ਬੁਨਿਆਦ ਦੇ ਉੱਤੇ ਤੂੰ ਕਰ ਰਹੇ ਹੈ। ਸਿੱਧਾ ਹੋ ਕੇ ਰੋਟੀ ਖਾ, ਤੇਰੀ ਪਨਗਟਾਂ ਦੇ ਵਿੱਚ ਪਿਓ ਪਈ। ਪਨਗਟਾਂ ਜਿੱਥੇ ਕੁੜੀਆਂ ਪਾਣੀ ਭਰਨ ਜਾਂਦੀਆਂ ਨੇ, ਉੱਥੇ ਤੇਰੀ ਪਿਓ ਪਈ ਤੇਰੀ ਮਸ਼ਹੂਰੀ, ਤੇਰੀ ਬੜੀ ਮਸ਼ਹੂਰੀ ਹੈ। ਧੁੰਮਾਂ ਤ੍ਰਿੰਜਣਾ ਦੇ ਵਿੱਚ ਪਾਈਆਂ ਨੇ, ਤੇ ਕੁੜੀਆਂ ਜਿੱਥੇ ਬਹਿ ਕੇ ਗਰੁੱਪ ਬਣਾ ਕੇ ਕੱਤਦੀਆਂ ਨੇ, ਉੱਥੇ ਵੀ ਤੇਰੀ ਬੜੀ ਧੁੰਮ ਹੈ। ਮਤਲਬ ਕੁੜੀਆਂ ਦੇ ਵਿੱਚ ਤੂੰ ਬਹੁਤ ਮਸ਼ਹੂਰ ਆਈਆਂ, ਨਟੋਰੀਅਸ ਹੈ। ਘਰ ਬਾਰ ਵਸਾਰ ਕੇ ਖਾਰ ਹੋਈਆਂ, ਝੋਕਾਂ ਪ੍ਰੇਮ ਦੀਆਂ ਜਿਨ੍ਹਾਂ ਨੂੰ ਲਾਈਆਂ ਨੇ, ਉਹ ਸਾਰੀਆਂ ਘਰ ਬਾਰ ਛੱਡ ਕੇ ਤੇ ਖਾਰ ਫਿਰਦੀਆਂ ਨੇ, ਜਿਨ੍ਹਾਂ ਨੂੰ ਤੂੰ ਪਿਆਰ ਦੀ ਝੋਕ ਲਾਤੀ ਹੈ। ਅੱਛਾ, ਇਹ ਤੁਹਾਨੂੰ ਇਹ ਝੋਕ ਤੇ ਤੁਹਾਨੂੰ ਪਤਾ ਨਾ ਕੀ ਹੁੰਦੀ ਹੈ? ਡਾਕਟਰ ਸਾਹਿਬ, ਝੋਕ ਦੇ ਤੁਸੀਂ ਦੋ ਮਤਲਬ ਦੱਸੇ ਸਨ। ਇੱਕ ਤੇ ਝੋਕ ਦਾ ਮਤਲਬ ਹੁੰਦਾ ਹੈ ਮੈਂ ਝੋਕ ਰਾਂਝਣ ਦੀ ਜਾਣਾ, ਕਿ ਝੋਕ ਉਹਦੇ ਪਿੰਡ ਜਾਣਾ, ਉਹਦੇ ਸ਼ਹਿਰ ਜਾਣਾ। ਤੇ ਦੂਸਰੀ ਝੋਕ ਹੈ ਜਿਹੜਾ ਇੱਕ ਨਸ਼ੇ 'ਚ ਜਿਹੜਾ ਝੋਕਾ ਲੱਗਦਾ ਹੈ, ਮਸਤੀ 'ਚ ਜਾਂ ਨਸ਼ੇ 'ਚ, ਉਹਨੂੰ ਵੀ ਝੋਕ ਕਹਿੰਦੇ ਨੇ। ਅੱਛਾ, ਇੱਕ ਤੀਸਰਾ ਮਤਲਬ ਵੀ ਹੈ। ਝੋਕ ਜਿਹੜੀ ਹੈ ਨਾ, ਉਹ ਪਾਣੀ ਦਾ ਇੱਕ ਜਾਨਵਰ ਵੀ ਹੈ, ਜਿਹੜਾ ਕਿ ਚੰਬੜ ਜਾਵੇ ਤੇ ਉਹ ਚੂਸ ਲੈਂਦਾ ਹੈ।
ਉਹ ਜਿਹੜਾ ਖੂਨ ਚੂਸਦਾ ਡਾਕਟਰ ਸਾਹਿਬ ਜੀ, ਲੀਚ ਜਿਹਨੂੰ ਲੀਚ, ਜੋਂਕ ਹਾਂ, ਕਹਿੰਦੇ, ਲੀਚ। ਲੀਚ ਜੋਂਕ। ਹਾਂਜੀ, ਉਹ ਜੋਕ ਹਾਂਜੀ। ਹੁੰਦੀ ਹੈ ਨਾ, ਉਹ ਜੋਕ ਹੁੰਦੀ ਹੈ ਕਿ ਜੋਕ ਹੁੰਦੀ ਹੈ? ਉਹ ਉਰਦੂ ਚ ਜੋਂਕ ਨਹੀਂ, ਕਹਿੰਦੇ ਨੇ ਜੋ ਉਹਨੂੰ। ਹੁੰਦੀ ਤਾਂ ਜੋਕ ਹੈ ਉਹ, ਵੈਸੇ ਹਾਂਜੀ ਜਿਹੜਾ ਸਹੀ ਉਹਦਾ ਪ੍ਰੋਨਾਂਸੀਏਸ਼ਨ ਤੇ ਜੋਕ ਹੈ, ਜੀ, ਲੇਕਿਨ ਮੇਰਾ ਖਿਆਲ ਹੈ ਕਿ ਇੱਥੇ ਉਹ ਜੋਕਾਂ ਵੀ ਹੋ ਸਕਦੀਆਂ ਨੇ, ਠੀਕ। ਕਿਉਂਕਿ ਉਹ ਲਹੂ ਪੀਂਦੀਆਂ ਨੇ ਨਾ, ਜੋਕਾਂ ਜਿਹੜੀਆਂ ਨੇ ਉਹ ਲਹੂ ਪੀਂਦੀਆਂ ਨੇ ਨਾ। ਜੀ ਇਹ ਤੁਹਾਨੂੰ ਪਤਾ ਹੈ ਕਿ ਜੋਕਾਂ ਲਵਾਈਆਂ ਵੀ ਜਾਂਦੀਆਂ ਨੇ, ਮੈਡੀਸਨ ਦੇ ਵਿੱਚ ਜੋਕਾਂ ਪਹਿਲਾਂ, ਲਓ। ਹਾਂ, ਮੈਡੀਸਨ ਦੇ ਵਿੱਚ ਹਾਂਜੀ ਪਹਿਲਾਂ ਉਹ ਜਿਹੜੇ ਉਹ ਬਲੱਡ ਲੈਟਿੰਗ ਜਿਹਨੂੰ ਕਹਿੰਦੇ ਸੀ, ਉਹ ਜੋਕਾਂ ਦੇ ਨਾਲ ਹੀ ਕਰਦੇ ਸੀ ਨਾ ਪੁਰਾਣੇ ਜ਼ਮਾਨਿਆਂ ਦੇ ਵਿੱਚ। ਬਿਲਕੁਲ 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 ਬਿਲकुल। ਮੈਂ ਤਾਂ ਡਾਕਟਰ ਸਾਹਿਬ ਮੇਰੀ ਹੋਸ਼ ਚ ਵੈਸੇ ਆਂਦੇ ਰਹੇ ਨੇ ਲੋਕੀ ਗਲੀ ਚ ਨਾ, ਜੋਕਾਂ ਲੈ ਕੇ ਫਿਰਦੇ ਸਨ ਅਰਲੀ 80s ਚ। ਆਹੋ, ਮੈਂ ਵੀ ਦੇਖੇ ਨੇ, ਸਰ ਜੀ ਘਰ ਜਿਹੜੀ ਬਾਰ ਵਸਾ। ਹਾਂਜੀ, ਉੱਤੇ ਜਿਹੜੀ ਇੱਕ ਲਾਈਨ ਹੈਗੀ ਸਰ ਜੀ, ਸਾਡੇ ਹੈਗੇ ਭਵਾਂ ਕਾਸ ਨੂੰ ਐਡੀਆਂ ਚੜਾਈਆਂ ਨੇ, ਭਵਾਂ ਜਿੱਦਾਂ ਆਈਬ੍ਰੋਜ਼ ਏਦਾਂ ਕਿਤੇ ਚੱਕੀਆਂ ਤੋਂ, ਜਿਹੜਾ ਹੈਗਾ ਨਾ ਸਿੱਧਾ ਹੋਈ ਕੇ ਰੋਟੀਆਂ ਖਾ ਜੱਟਾ, ਭਵਾਂ ਕਾਸ ਨੂੰ ਐਡੀਆਂ ਚਾਈਆਂ ਨੇ। ਹਾਂ ਉਹ ਵੀ ਹੈ, ਲੇਕਿਨ ਮੇਰਾ ਖਿਆਲ ਹੈ ਕਿ ਹੁਣ ਤੁਹਾਡੇ ਕੋਲ ਟੈਕਸਟ ਕਿਹਦੀ ਹੈ ਇਹ ਮੈਨੂੰ ਪਤਾ ਨਹੀਂ ਨਾ ਹੈਗਾ। ਨਹੀਂ, ਉਹ ਪਹਿਲੀ ਡਾਕਟਰ ਸਾਹਿਬ ਪਹਿਲੀ ਲਾਈਨ ਹੈ ਉਹਦੀ, ਜਿਹੜਾ ਬਸ਼ੀਰ ਸਾਹਿਬ ਜੀ ਪੜ੍ਹਦੇ ਪਿਓ ਬੈਰਿਸਟਰ ਦੀ, ਸਿੱਧਾ ਹੋ ਕੇ ਰੋਟੀਆਂ ਖਾ ਜੱਟਾ, ਪੋਆ ਕਾਸ ਨੂੰ ਏਡੀਆਂ ਚਾਹੀਆਂ ਨੇ। ਅੱਛਾ, ਨਹੀਂ ਇਹ ਜਿਹੜੀ ਅਜ਼ੀਜ਼ ਵਾਲੀ ਹੈ ਇਹਦੇ ਚ ਆਕਾਸ਼ ਨੂੰ ਏਡੀਆਂ ਚਾਹੀਆਂ। ਹਾਂ ਠੀਕ ਹੈ, ਉਹ ਹਾਂ ਆਕਾਸ਼ ਨੂੰ ਏਡੀਆਂ ਚਾਹੀਆਂ, ਠੀਕ ਕਹਿ ਰਹੇ ਹੋ। ਸਾਡੇ ਭਵਾਂ ਨੇ, ਯਾ ਉਹ ਤੁਹਾਡੇ ਠੀਕ ਹੈ, ਮਤਲਬ ਇਹ ਕੀ ਹੈ? ਹਾਂਜੀ, ਮਤਲਬ ਜ਼ੁਲਫਾਂ ਕੁੰਡੀਆਂ ਕਾਲੀਆਂ ਹੋਕ ਮੰਗੂ, ਕਾਲੀਆਂ ਜ਼ੁਲਫਾਂ ਜਿਹੜੀਆਂ ਤੇਰੀਆਂ ਨੇ ਉਹ ਇੰਜ ਨੇ ਜਿਵੇਂ ਕਾਲੀਆਂ ਮੱਝਾਂ ਦਾ ਰੇਵੜ ਹੁੰਦਾ ਹੈ। ਨਹੀਂ ਸਮਝ ਆਈ ਡਾਕਟਰ ਸਾਹਿਬ, ਕੀ ਰੇਵੜ ਕੀ ਹੁੰਦਾ? ਜ਼ੁਲਫਾਂ ਕਾਲੀਆਂ ਹੋਕ ਮੰਗੂ ਦਾ ਮਤਲਬ ਹੁੰਦਾ ਹੈ ਰੇਵੜ। ਸੈਕਸ਼ਨ ਆਫ ਮੱਝਾਂ ਦਾ ਕੀ ਕਹਿੰਦੇ ਨੇ, ਇਕੱਠ ਮੱਝਾਂ ਦਾ ਰੇਵੜ। ਅੱਛਾ, ਜਿਹੜੇ ਇੱਕ ਦੇ ਪਿੱਛੇ ਇੱਕ ਤੁਰੀਆਂ ਜਾਂਦੀਆਂ ਹੁੰਦੀਆਂ ਨੇ, ਉਹ ਗੱਲ? ਹਾਂਜੀ। ਜ਼ੁਲਫਾਂ ਕੁੰਡੀਆਂ, ਇਹ ਕੁੰਡੀਆਂ ਜਿਹੜੀਆਂ ਇਹ ਵੀ ਮੱਝਾਂ ਦੇ ਨਾਲ ਹੀ ਜੁੜੀਆਂ ਨੇ। ਮੱਝ ਜਿਹੜੇ ਸਿੰਘ ਜਿਹੜੇ ਨਾ ਮੁੜੇ ਹੋਣ ਨਾ, ਉਹਨੂੰ ਕੁੰਡੀਆਂ ਕਹਿੰਦੇ ਨੇ ਮੱਝਾਂ ਨੂੰ। ਜ਼ੁਲਫਾਂ ਕੁੰਡੀਆਂ ਕਾਲੀਆਂ ਹੋਕ ਮੰਗੂ, ਜੋਕਾਂ ਹਿੱਕ ਤੇ ਆਣ ਬਹਾਈਆਂ ਨੇ। ਇੱਥੇ ਹੁਣ ਯਕੀਨੀ ਤੌਰ ਤੇ ਜੋਕਾਂ ਨੇ ਕਿ ਜਿਹੜੀਆਂ ਜੋਕਾਂ ਲਹੂ ਪੀਂਦੀਆਂ ਨੇ, ਉਹ ਤੂੰ ਸਾਡੇ ਸੀਨੇ ਉੱਤੇ ਆ ਕੇ ਬਿਠਾ ਦਿੱਤੀਆਂ ਨੇ। ਬਾਰਿਸ਼ਾਂ। That's interesting ਡਾਕਟਰ ਸਾਹਿਬ। ਇਹ ਜੀ ਪਹਿਲੇ ਜੋਕ ਕੋ ਹੋਰ ਸਮਝ ਨਹੀਂ ਪੈਸਾ, ਇਹ ਤੁਸੀਂ ਜਿਹੜਾ ਤੀਸਰਾ ਮਤਲਬ ਦੱਸਿਆ ਨਾ, ਉਹ ਇੱਥੇ ਬਹਿ ਰਿਹਾ। ਹਾਂਜੀ ਡਾਕਟਰ ਸਾਹਿਬ ਦਾ ਮਤਲਬ ਹੈ ਕਿ ਇਟ ਇਜ਼ ਵੈਰੀ ਇੰਪੋਰਟੈਂਟ ਕਿ ਵਾਰਿਸ਼ਾਂ ਨੂੰ ਪੜ੍ਹਦੇ ਆ ਤੁਸੀਂ ਇੱਕ ਲਫ਼ਜ਼ ਜਿਹੜਾ ਡਿਫਰੈਂਟ ਜਗ੍ਹਾ ਇਸਤੇਮਾਲ ਹੋ ਰਿਹਾ ਤਾਂ ਡਿਫਰੈਂਟ ਕੋਨੋਟੇਸ਼ਨ ਪਤਾ ਹੋਣੀ ਚਾਹੀਦੀ। ਨਹੀਂ, ਪਰ ਉੱਥੇ ਝੋਕ ਸੀ, ਇੱਥੇ ਜੋਕ ਹੈ। ਇਟਸ ਅ ਡਿਫਰੈਂਟ ਵਰਡ। ਹਾਂ, ਇਹ ਡਿਫਰੈਂਟ ਵਰਡ ਹੈ। ਉੱਥੇ ਉਹ ਜੋਕ ਹੋਰ ਹੈ, ਜੋਕ ਹੋਰ ਹੈ। ਵਾਰਿਸ਼ਾਂ ਇਹ ਜਿਨ੍ਹਾਂ ਦੇ ਚੰਨ ਦੇਵਰ, ਇਹ ਹੁਣ ਆਪਣਾ ਉਹਨੂੰ ਮਜ਼ਾਕ ਕਰ ਰਹੀਆਂ ਨੇ ਜਾਂ ਤਾਨਾ ਮਾਰ ਰਹੀਆਂ ਨੇ ਸਰਕਾਸਟਿਕਲੀ, ਕਿ ਜਿਹਦੇ ਤੇਰੇ ਵਗਰੇ ਚੰਨ ਦੇਵਰ ਹੋਣ, ਉਹ ਤੇ ਬਸ ਸਮਝੋ ਉਹ ਤੇ ਕੁਰਬਾਨ ਹੀ ਹੋ ਗਈਆਂ ਭਰਜਾਈਆਂ। ਮਤਲਬ ਇਹ ਹੈ ਕਿ ਉਹ ਤੇ ਵੈਰੀ ਇੰਟਰਸਟਿੰਗ। ਡੁੱਬ ਮੋਈਆਂ ਕੋਲ ਗੱਤੀਆਂ ਸਹਿ ਭਰਜਾਈਆਂ ਨੇ। ਡਾਕਟਰ ਸਾਹਿਬ, ਸਹਿ ਦਾ ਮਤਲਬ 100 ਭਰਜਾਈਆਂ ਨੇ ਕਿ ਉਹ 100 ਵਾਰੀ ਕੁਰਬਾਨ? ਉਹ ਕਹਿੰਦਾ ਤੇ ਨਹੀਂ, ਭਰਜਾਈਆਂ ਤੇ ਉਹ ਵਾਰਿਸ ਆ ਆਪਣੇ ਪਹਿਲੇ ਕਿਹਾ ਨਹੀਂ, 8 ਪੁੱਤਰ 2 ਬੇਟੀਆਂ ਤਿਸਦੀਆਂ ਸਨ। ਅਬੀਆਂ ਤੇ 7 ਹੀ ਨੇ ਨਾ।
ਤੇ ਭਾਬੀਆਂ ਤੇ 7 ਨੇ ਨਾ। ਹਾਂਜੀ, ਇੱਥੇ ਮੇਰੇ ਕੋਲ ਲਿਖਿਆ ਹੋਵੇ ਵਾਰਿਸ ਸ਼ਾਹ ਜਿਨ੍ਹਾਂ ਦੇ ਚੰਨ ਦੇਵਰ ਗੋਲ ਗੱਤੀਆਂ ਸਹਿ ਭਰਜਾਈਆਂ ਜੀ। ਸਹਿ ਦਾ ਮਤਲਬ 7 ਕਿ 100 ਇਹਦਾ ਮਤਲਬ ਵੀ ਸਭ ਹੀ ਹੈ ਨਾ। ਸਾਰੀਆਂ ਸਾਰੀਆਂ। ਠੀਕ ਹੈ ਆਲ ਠੀਕ ਹੈ। ਹਾਂਜੀ, ਅੱਗੇ ਪੜੋ। ਕਿਨੇ ਪੜਨਾ? हिना जी ने पढ़ना सी अगले। हिना जी जी। पढ़ो जी। अटकेलियां एल दीवानियां वे सुक्का मोढे उत्तों सटना है चीरा बन के बिनड़े वाल चुपड़ विच तरंजना फेरियां घतना है रोटी खांदियां लूण जे पवे थोड़ा चांगणे विच पलटना है कम करें ना ही हच्चा खा बहे जड़ अपनी आप तू पिटना है। अच्छा, अटकेलिया अहल दीवानिया वे तू अटकेला बड़े अटकेलियां लेना है ते बड़ी मस्ती दे विच रहना। थुक्का मोढियां दे उत्तों सटना है। ਇਹ ਮੋਢੇ ਉਤੋਂ ਥੁੱਕ ਸੁੱਟਣ ਦਾ ਮਤਲਬ ਬਹੁਤ ਗਰੂਰ ਦੀ ਅਲਾਮਤ ਹੈ, ਮਗਰੂਰ ਬੰਦੇ ਦੀ ਅਲਾਮਤ ਹੈ। लापरवाह भी कह सकते हैं। नहीं, लापरवाह नहीं, मगरूर। मगरूर ताकतवर। मतलब यह है कि थुक सुੱਟਣ ਦਾ मतलब है कि तू ਮੋਢਿਆਂ ਤੋਂ ਜਾ ਰਹੇ ਹੋ, ਮੋਢਿਆਂ ਤੋਂ ਪਿੱਛੇ ਕਰਕੇ ਥੁੱਕਦਾ। ਤੁਸੀਂ ਇਹ ਨਹੀਂ ਵੇਖਿਆ ਕਿ ਪਿੱਛੇ ਕੌਣ ਆ ਰਿਹਾ ਸੀ। ਕਿਸੇ ਨੂੰ ਕੁਝ ਸਮਝਦੇ ਨਹੀਂ ਪਏ। एरोगेंट ਹਾਂ, ਐਰੋਗੈਂਟ। ਥੁੱਕਾਂ ਮੋਢਿਆਂ ਦੇ ਉੱਤੋਂ ਸੱਟਣਾ ਹੈ ਚੀਰਾ ਬੰਨ ਕੇ ਭਿੰਨੜੇ ਵਾਲ ਚੋਪੜ। ਤੇ ਤੂੰ ਚੀਰ ਕੱਢਣਾ ਹੈ ਆਪਣੇ ਵਾਲਾਂ ਦਾ ਔਰ ਉਹਨਾਂ ਨੂੰ ਤੂੰ ਉਹਨਾਂ ਨੂੰ ਬੰਨਣਾ ਹੈ। ਭਿੰਨਣਾ ਮਤਲਬ ਹੈ ਭਿਉਂ ਕੇ, ਯਾਨੀ ਤੇਲ ਨਾਲ ਖੂਬ ਚੋਪੜ ਕੇ। ਭਿੰਨੜੇ ਵਾਲ ਚੋਪੜ ਵਿੱਚ ਤ੍ਰਿੰਜਣਾ ਫੇਰੀਆਂ ਘਸਣਾ ਹੈ। ਤੇ ਜਿੱਥੇ ਕੁੜੀਆਂ ਦੀ ਮਜਲਿਸ ਲੱਗਦੀ ਹੈ ਉੱਥੇ ਆਪਣਾ ਤੂੰ ਚੱਕਰ ਮਾਰਦਾ ਰਹਿਣਾ ਹੈ। ਇਹ ਭਾਈ ਦਾ ਵੇ, ਇਹ ਜਿਹੜੇ ਸਾਡੇ ਪਿੰਡਾਂ ਦੇ ਵਿੱਚ ਨਾ ਜਦੋਂ ਮੈਂ ਪਿੰਡ 'ਚ ਹਾਈ ਸਕੂਲ ਤੱਕ ਰਿਹਾ ਤੇ ਸਿਰ 'ਚ ਆਪਣਾ ਤੇਲ ਲਾ ਕੇ ਵਾਹੁਣਾ ਜਿਹੜਾ ਉਹ ਇੱਕ ਆਮ ਗੱਲ ਹੁੰਦੀ ਸੀ। ਸ਼ੌਕੀਨੀ ਨਹੀਂ, ਉਹ ਹਰ ਕੋਈ ਕਰਦਾ ਸੀ। ਮਤਲਬ ਸ਼ੌਕੀਨੀ ਵੀ ਨਹੀਂ, ਹਰ ਕਰਦਾ ਸੀ। ਉਹ ਮੈਂ ਜਦੋਂ ਯੂਨੀਵਰਸਿਟੀ ਚਲਾ ਗਿਆ ਨਾ ਤੇ ਉਹ ਇੱਕ ਮਾਡਰਨਿਸਟ ਦੀ ਕੁੜੀ ਸੀ ਤੇ ਉਹਦੀ ਭੈਣ ਮੈਨੂੰ ਕਹਿਣ ਲੱਗੀ ਕਿ ਇਹ ਤੂੰ ਸਿਰ 'ਚ ਤੇਲ ਕਿਉਂ ਪਾਉਣਾ ਹੈ? ਤੇ ਤਾਂ ਮੈਨੂੰ ਪਤਾ ਲੱਗਾ ਕਿ ਸ਼ਹਿਰਾਂ 'ਚ ਸਿਰ 'ਚ ਤੇਲ ਨਹੀਂ ਪਾਈਦਾ। ਰੋਟੀ ਖਾਂਦਿਆਂ ਲੂਣ ਜੇ ਪਵੇ ਥੋੜਾ ਚਾਹ ਅਣਗਣੇ ਦੇ ਵਿੱਚ ਸੱਟਣਾ ਹੈ। ਤੇ ਰਾਤ ਨੂੰ ਜੇ ਰੋਟੀ ਖਾਂਦਿਆਂ ਜਦੋਂ ਤੂੰ ਰੋਟੀ ਖਾਵੇਂ ਤੇ ਜੇ ਉਹ 'ਚ ਨਮਕ ਘੱਟ ਹੋਵੇ ਤੇ ਤੂੰ ਉਹਨੂੰ ਵਿਹੜੇ ਵਿੱਚ ਸੁੱਟ ਦੇਣਾ ਹੈ। ਮਤਲਬ ਬਜਾਏ ਲੂਣ ਪਾਉਣ ਦੇ ਤੂੰ ਉਹਨੂੰ ਵਿਹੜੇ ਸੁੱਟ ਦਿੰਦਾ ਹੈ ਗੁੱਸੇ ਨਾਲ ਜਾਂ ਗਰੂਰ ਨਾਲ। ਕੰਮ ਕਰੇ ਨਾ ਹੀ ਹੱਛਾ ਖਾਏ ਬਹੇ ਜੜ ਆਪਣੀ ਆਪ ਤੂੰ ਪਟਣਾ ਹੈ। ਕੰਮ ਕਰਦਾ ਕੋਈ ਨਹੀਂ ਤੂੰ ਤੇ ਚੰਗੇ ਤੋਂ ਚੰਗਾ ਖਾਣਾ ਹੈ। ਤੂੰ ਆਪਣੇ ਆਪ ਨੂੰ ਆਪ ਹੀ ਬਰਬਾਦ ਕਰ ਰਿਹਾ ਹੈ। ਜੜ ਆਪਣੀ ਆਪ ਪਟਣਾ ਦਾ ਮਤਲਬ ਆਪਣੇ ਆਪ ਨੂੰ ਆਪ ਹੀ ਬਰਬਾਦ ਕਰ ਰਿਹਾ ਹੈ। ਠੀਕ ਹੈ ਜੀ। यानी कि बिगड़िया होया बंदा है तू, टोटली बिगड़िया होया बंदा है। ਆਹੋ ਬੇਸਿਕਲੀ ਉਹਨੂੰ ਐਰੋਗੈਂਟ ਡਿਕਲੇਅਰ ਕਰ ਰਹੀਆਂ ਨੇ ਕਿ ਤੂੰ ਐਰੋਗੈਂਟ ਹੈ, ਤੂੰ ਬਦਤਮੀਜ਼ ਹੈ, ਇਲ ਮੈਨਰਡ ਹੈ, ਤੂੰ ਪ੍ਰਾਊਡ ਹੈ। ਹਾਂਜੀ ਡਾਕਟਰ ਇੱਕ ਕਿਸੇ ਨੇ ਇਹ ਜਿਹੜੀ ਲਾਈਨ ਮੈਂ ਕਰ ਰਿਹਾ ਪੁਆਇੰਟ ਆਊਟ ਕਿ ਸਾਡੇ ਜੋ ਲਿਖਿਆ ਕਿ ਚੀਰਾ ਬੰਨ ਕੇ ਪਿੰਨੜੇ ਵਾਲ ਚੋਪੜ, ਕਿ ਚੀਰਾ ਸਾਡੇ ਹੁੰਦਾ ਪਗੜੀ, ਸਿਰ ਤੇ ਪਗੜੀ ਬੰਨ ਕੇ ਹਾਂ ਬਿਲਕੁਲ ਠੀਕ ਹੈ।
ਬਿਲਕੁਲ ਠੀਕ ਪਿੱਛੋਂ ਹੈ, ਵਾਲ ਸਹੀ ਜਿਹੜੇ ਕਹਿ ਨੇ ਰਹੇ ਨਾ, ਹੋ। ਲੰਮੇ ਹਾਂ ਵਾਲਾਂ ਨੂੰ ਤੇਲ ਲਾ ਕੇ ਹਾਂ ਪਿੱਛੋਂ ਹਾਂ ਪਿੱਛੋਂ ਹਾਂ, ਉਹਨਾਂ ਨੂੰ ਬਿਲਕੁਲ ਛੱਡਣਾ। ਬਿਲकुल। ਔਰ ਇੱਕ ਨੇ ਤੇ ਇਹ ਵੀ ਪੁਆਇੰਟ ਆਊਟ ਕੀਤਾ ਕਿ ਜੋ ਵਾਰਿਸ ਸ਼ਾਹ ਦੀ ਐਕਚੁਅਲੀ ਪੋਰਟਰੇਟ ਹੈ ਜਾਂ ਪਿਕਚਰ ਹੈ, ਉਹ ਆਪਣੇ ਆਪ ਤੇ ਡਾਇਰੈਕਸ਼ਨ ਦੇ ਰਿਹਾ ਕਿ ਸਿਰ ਤੇ ਪਗੜੀ ਬੰਨੀ ਹੈ ਔਰ ਪਿੱਛੋਂ ਲੰਮੇ ਵਾਲ ਜਿਹੜੇ ਸਾਈਡਾਂ ਤੋਂ ਛੱਡੇ ਨੇ ਨਾ, ਆਮ ਤੌਰ ਤੇ ਵਾਰਿਸ ਸ਼ਾਹ ਦੀ ਇਹ ਪੋਰਟਰੇਟ ਸਾਡੇ ਦਿਮਾਗ 'ਚ ਆਉਂਦੀ ਆ। ਕਹਿੰਦੇ ਸੀ ਕਿ ਉਹਨੂੰ ਪੁਆਇੰਟ ਆਊਟ ਕਰ ਰਿਹਾ ਹੈ। ਆਹੋ ਉਹ ਉਹ ਜਿਹੜਾ ਹੈਗਾ ਨਾ, ਚੀਰੇ ਚੀਰੇ ਵਾਲਿਆ ਵਾਲਿਆ, ਦਿਖਦਾ ਆਈ ਮੇਰੇ ਚੀਰੇ ਲੌਂਗ ਵਾਚ। ਵਾਲਿਆ ਹੈ ਮੇਰਾ ਲੌਂਗ ਵਾਚਾ, ਹਾਂਜੀ ਚੀਰੇ ਵਾਲਿਆ ਵੇਖਦਾ ਆਮੀ ਨੇ ਅੱਛਾ ਮੇਰਾ ਰਾਜਾ, ਲੌਂਗ ਵਾਚਾ। ਇਹ ਸਰ ਰੋਣੀ ਜੀ ਜਿਹੜਾ ਭਿੰਨੜੇ ਲਫ਼ਜ਼ ਹੈਗਾ ਆ, ਇਹ ਹੈਗਾ ਨਹੀਂ ਕਿ ਖੁਸ਼ਬੂ ਦੇ ਨਾਲ ਭਿੰਨੀ ਭਿੰਨੀ ਖੁਸ਼ਬੂ ਲਾਈ ਹੈ। ਭਿੰਨੜੇ ਜਿਹੜਾ ਭਿੰਨੜਾ ਆ, ਨਹੀਂ ਨਹੀਂ ਨਹੀਂ, ਵਾਲ ਤੇ ਭਿੱਜੇ ਹੋਏ। ਚੋਪੜੇ ਨੇ ਤੇਲ ਦੇ ਨਾਲ ਨਾ, ਭਿੰਨੀ ਨਹੀਂ ਭਿੰਨੜੀ। ਅੱਛਾ ਹਾਂ, ਉਹ ਵੀ ਹੋ ਸਕਦਾ ਹੈ, ਭਿੰਨੜੇ ਵਾਲ ਚੋਪੜ। ਹਾਂ, ਨਹੀਂ ਚੋਪੜੇ ਤੇ ਅੱਛਾ ਗਿੱਲੇ ਨਹੀਂ, ਵਾਲਾਂ ਨੂੰ। ਮਤਲਬ ਇਹ ਦੋਵੇਂ ਗੱਲਾਂ ਹੋ ਸਕਦੀਆਂ, ਭਿੱਜਿਆ ਹੋਏ ਵੀ ਤੇ ਭਿੰਨੜੇ ਤੋਂ ਖੁਸ਼ਬੂਦਾਰ ਬਾਅਦ ਖੁਸ਼ਬੂਦਾਰ ਖੁਸ਼ਬੂ ਲਾਈ ਹੋਈ। ਖੁਸ਼ਬੂ ਆਏ ਵੀ ਹੋ ਸਕਦੇ ਨੇ। ਹਾਂਜੀ ਡਾਕਟਰ ਸਾਹਿਬ, ਇਹ ਜਿਹੜਾ ਲਫ਼ਜ਼ ਚੀਰਾ ਨਾ, ਇਹ ਰੋਨੀਅਸਲੀ ਲੋਕਾਂ ਨਾਲ, ਜਿਨ੍ਹਾਂ ਨੂੰ ਚੀਰੇ ਦਾ ਮਤਲਬ ਨਹੀਂ ਪਤਾ ਪੱਗ ਦਾ, ਉਹ ਜਿਹੜਾ ਸਿਰ 'ਚ ਵਾਲਾਂ ਨਾਲ ਚੀਰ ਨਹੀਂ ਕੱਢੀਦਾ, ਉਹ ਬਾਜ਼ ਉਧਰ ਵੀ ਧਿਆਨ ਤੁਹਾਡੇ ਲੈ ਜਾਂਦਾ। ਨਹੀਂ, ਉਹ ਚੀਰ ਹੀ ਹੁੰਦਾ, ਉਹ ਬੜਾ ਚੀਰ ਹੀ ਹੁੰਦਾ, ਸਿਰਫ ਉਹ ਚੀਰਾ ਨਹੀਂ। ਉਹ ਚੀਰ ਤੇ ਚੀੜਾ, ਚੀਰੇ ਦਾ ਮਤਲਬ ਪੱਗ ਪੱਗ, ਬੰਨਣਾ। ਹਾਂ, ਚੀਰਾ ਤੇ ਪੱਗ ਹੀ ਹੈ, ਔਰ ਉਹ ਵੀ ਨੌਜਵਾਨਾਂ ਦੀ ਬੜੀ ਅਟਕੇਲੀ ਜੀ ਪੱਗ। ਬਿਲਕੁਲ ਠੀਕ ਹੈ, ਬਿਲकुल ठीक है। ਅਗਲਾ ਪੜ੍ਹੀਏ ਜੀ। ਹਾਂਜੀ ਹਾਂਜੀ ਮੈਮ, ਮੈਂ ਪੜਾਂਗੀ। ਹਾਂਜੀ, ਉਹ ਬੋਲੋ ਸ਼ੋਰ ਜੀ। ਐਬਸੋਲੂਟਲੀ। ਥੈਂਕ ਯੂ ਇੱਕ ਸੈਕਿੰਡ। ਭੁੱਲ ਗਏ ਹਾਂ ਵੜੇ ਹਾਂ ਆਣ ਵੇੜੇ, ਸਾਨੂੰ ਬਖਸ਼ ਲੈ ਡਾਰੀਏ ਵਾਸਤਾਈ। ਹੱਥੋਂ ਤੇਰਿਓਂ ਦੇਸ਼ ਮੈਂ ਛੱਡ ਜਾਸਾਂ, ਰੱਖ ਹਸਿਆਰੀਏ ਵਾਸਤਾਈ। ਦੇਹ ਰਾਤ ਤੈਂ ਜ਼ੁਲਮ ਤੇ ਲੱਕ ਬੱਧਾ, ਮੁੜੀ ਰੂਪ ਸ਼ਿੰਗਾਰੀਏ ਵਾਸਤਾਈ। ਨਾਲ ਹੁਸਨ ਦੇ ਫਿਰੇ ਘੁਮਾਨ ਲੱਦੀ, ਸਮਝ ਮਸਤ ਹੰਕਾਰੀਏ ਵਾਸਤਾਈ। ਵਾਰਿਸ ਸ਼ਾਹ ਨੂੰ ਮਾਰਨਾ ਭਾਗ ਭਰੀਏ, ਅਨੀ ਮੁਣਸ ਪਿਆਰੀਏ ਵਾਸਤਾਈ। ਭੁੱਲ ਗਏ ਹਾਂ ਬੜੇ ਹਾਂ ਆਣ ਵੇੜੇ, ਸਾਨੂੰ ਬਖਸ਼ ਲੈ ਡਾਰੀਏ ਵਾਸਤਾਈ। ਰਾਂਝਾ ਉਹਨੂੰ ਕਹਿੰਦਾ ਕਿ ਮੈਂ ਜੇ ਭੁੱਲ ਕੇ ਘਰ ਆ ਹੀ ਗਿਆ ਤੇ ਹੁਣ ਮੈਨੂੰ ਬਖਸ਼ ਲੈ ਡਾਰੀਏ, ਉਹ ਜਿਹੜੀ ਕਿ ਆਪਣਾ ਚੱਕਰ ਦੇਣ ਵਾਲੀ। ਹੱਥੋਂ ਤੇਰਿਓਂ ਦੇਸ ਮੈਂ ਛੱਡ ਜਾਸਾਂ, ਰੱਖ ਹਾਂ ਸਿਆਰੀਏ ਵਾਸਤੇ। ਹਾਂ ਸਿਆਰਾ ਜਿਹੜਾ ਦੂਜੇ ਨੂੰ ਕਤਲ ਕਰਦਾ ਹੈ। ਦਿਨ ਰਾਤ ਤੂੰ ਜ਼ੁਲਮ ਤੇ ਲੱਕ ਬੱਧਾ, ਮਰੇ ਰੂਪ ਸੰਗਾਰੀਏ ਵਾਸਤਾਈ। ਤੂੰ ਰੂਪ ਦੇ ਵਿੱਚ ਆਪਣੇ ਆਪ ਨੂੰ ਸ਼ਿੰਗਾਰਿਆ ਹੈ ਤੇ ਬੜੀ ਤੂੰ ਗਰੂਰ ਚ ਹੈ, ਤੇ ਇਸੇ ਕਰਕੇ ਤੂੰ ਦਿਨ ਰਾਤ ਜ਼ੁਲਮ ਕਰਨੀ ਹੈ ਮੇਰੇ ਤੇ। ਨਾਲ ਹੁਸਨ ਦੇ ਫਿਰੇ ਗੁਮਾਨ ਲੱਦੀ, ਸਮਝ ਮਸਤ ਹੰਕਾਰੀਏ ਵਾਸਤਾਈ। ਗੁਮਾਨ ਦਾ ਮਤਲਬ ਵੀ ਗਰੂਰ ਹੈ ਤੇ ਹੰਕਾਰ ਦਾ ਮਤਲਬ ਵੀ ਗਰੂਰ ਹੈ। ਤੇ ਤੁਹਾਨੂੰ ਆਪਣੇ ਹੁਸਨ ਤੇ ਬਹੁਤ ਗਰੂਰ ਹੈ ਤੇ ਸਮਝ ਮਸਤ ਹੰਕਾਰੀਏ, ਤੇ ਆਪਣੇ ਆਪ ਨੂੰ ਬਹੁਤ ਸੋਹਣੀ ਸਮਝ ਕੇ ਤੂੰ ਗਰੂਰ ਨਾਲ ਫਿਰਨੀ ਹੈ। ਵਾਰਿਸ ਸ਼ਾਹ ਨੂੰ ਮਾਰਨਾ ਭਾਗ ਭਰੀਏ, ਅਨੀ ਮਨਸ ਦੀ ਇਹ ਪਿਆਰੀਏ ਵਾਸਤਾਈ। ਮਨਸ ਦਾ ਮਤਲਬ ਮਰਦ, ਖਾਮਦ, ਹਸਬੈਂਡ। ਹਾਂਜੀ, ਹਸਬੈਂਡ। ਵਾਰਿਸ ਸ਼ਾਹ, ਇਹ ਹੁਣ ਇੱਥੋਂ ਕਈਆਂ ਲੋਕਾਂ ਨੇ ਇਹ ਵੀ ਬਣਾ ਲਿਆ ਹੈ ਕਿ ਵਾਰਿਸ ਸ਼ਾਹ ਇਸ਼ਕ ਕਰਦਾ ਸੀ ਤੇ ਉਹਦੀ ਮਸ਼ਹੂਰ ਦਾ ਨਾਂ ਭਾਗ ਭਰੀ ਸੀ। ਇਹ ਐਵੇਂ ਉਹਨਾਂ ਨੇ ਐਵੇਂ ਬਣਾਇਆ ਹੈ। ਇੱਥੇ ਤਾਂ ਸਿੱਧਾ ਸਿੱਧਾ ਹੈਗਾ ਨਾ ਜੀ, ਭਾਗ ਭਰੀਏ। ਜਿਵੇਂ ਅਸੀਂ ਬੰਦੇ ਕਹਿ ਦਿੰਦੇ ਨੇ, ਆਪਣੀ ਬੀਵੀ ਨੂੰ ਵੀ ਕਹਿ ਦਿੰਦੇ ਨੇ ਭਾਗ ਭਰੀਏ ਜ਼ਰਾ ਇੱਧਰ ਤੇ ਆਈ। ਵਾਰਿਸ ਸ਼ਾਹ ਨੂੰ ਮਾਰ ਨਾ ਭਾਗ ਭਰੀਏ, ਅਨੀ ਮਨਸ ਦੀਏ ਵਾਸਤੇ, ਆਪਣੇ ਖਾਮਨ ਦੀਏ ਪਿਆਰੀਏ, ਵਾਰਿਸ ਸ਼ਾਹ ਨੂੰ ਨਾ ਮਾਰ।
ਡਾਕਟਰ ਸਾਹਿਬ ਲਾਈਨ ਹੈਗੀ ਹੈ ਉਹਦੇ ਵਿੱਚ ਮੇਰੇ ਕੋਲ ਲਿਖਿਆ ਹੋਵੇ ਦਿਨ ਰਾਤ ਤੋਂ ਜ਼ੁਲਮ ਤੇ ਲੱਕ ਬੱਧਾ ਮੁੜੀ ਰੂਪ ਸਿੰਗਾਰੀ ਇਹ ਮੁੜੀ ਹੈ ਕਿ ਮਰੀ ਮਰੇ 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 अच्छा मरे ठीक लगभग करेक्ट मेरे को मुड़ी लिखे हैं मुड़ी के बाद आ जाओ ਸਰ ਜੀ ਮਰੇ ਮਰੇ ਆ ਗਈ ਉਹ ਇੱਥੇ ਇੰਟਰਸਟਿੰਗ ਪਤਾ ਕੀ ਗੱਲ ਹੈ ਦੇਖੋ ਇੱਥੇ ਇਹਨੂੰ ਤਾਂ ਕਿਹਾ ਖੂਬਸੂਰਤ ਸੋ ਇੱਥੇ ਡਿਸਕ੍ਰਿਪਸ਼ਨ ਆ ਰਿਹਾ ਇੱਕ ਭਾਬੀ ਦਾ ਕਿ ਉਹ ਬੜੀ ਖੂਬਸੂਰਤ ਹੈ ਆਪਣੇ ਹਸਬੰਡ ਦੀ ਪਿਆਰੀ ਹੈ ਸਭ ਕੁਝ ਹੈ ਤੇ ਜਿਹੜੀ ਇਹ ਤੋਂ ਪਹਿਲਾਂ ਸੀਗੀ ਭਾਬੀ ਦੇ ਬਾਰੇ ਸੀ ਉਹ ਸੀ ਤੂੰ ਗਵਾਰਨ ਹੈ ਤੂੰ ਕਿਸੇ ਕੰਮ ਦੀ ਨਹੀਂ ਸੋ ਐਕਚੁਅਲੀ ਯੂ ਆਰ ਗੈਟਿੰਗ ਸਮ ਡਿਸਕ੍ਰਿਪਸ਼ਨ ਆਫ ਦ ਭਾਬੀਆਂ ਆਲਸੋ ਇਨ ਦਿਸ ਆਹੋ ਉਹ ਦੋਵੇਂ ਗੱਲਾਂ ਸੱਚ ਹੋਣਗੀਆਂ ਹੈ ਨਾ ਉਹ ਗਵਾਰਨ ਹੈਗੀ ਆ ਤੇ ਉਹ ਸ਼ਕਲ ਦੀ ਵੀ ਨਹੀਂ ਚੰਗੀ ਤੇ ਇਹ ਜਿਹੜੀ ਹੈ ਇਹ ਸੋਹਣੀ ਹੈ ਆਪਣੇ ਹਸਬੰਡ ਦੀ ਪਿਆਰੀ ਹੈ ਸੋ ਇਹ ਸਾਨੂੰ ਥੋੜਾ ਥੋੜਾ ਇਹ ਵਾਰਿਸ ਸ਼ਾਹ ਸਾਨੂੰ ਉਹਨਾਂ ਦੇ ਬਾਰੇ ਵੀ ਭਾਬੀਆਂ ਬਾਰੇ ਵੀ ਦੱਸ ਰਿਹਾ ਜ਼ਾਹਰ ਗੱਲ ਹੈ ਮੈਨੂੰ ਲੱਗਦਾ ਸਾਰਕੈਸਟਿਕਲੀ ਵੀ ਕਹਿ ਰਹੇ ਹੋ I think ਉਹ ਡਿਸਕ੍ਰਾਈਬ ਹੀ ਕਰ ਰਿਹਾ ਮੇਬੀ ਜਿਹੜਾ ਪਰ ਇਹ ਹੈ ਨਾ ਜਿਹੜਾ ਪੇਕਿਆਂ ਨੂੰ ਜਿਹੜੀ ਗਾਲ ਦੇਣੀ ਇਹ ਤੇ ਬੜੀ ਆਮ ਹੈ ਨਾ ਕਿ ਮਤਲਬ ਅਗਰ ਵਿਆਹੀ ਹੋਈ ਜ਼ਨਾਨੀ ਨੂੰ ਉਹਦੇ ਸਹੁਰਿਆਂ ਚੋਂ ਗਾਲ ਮਿਲਦੀ ਹੈ ਤੇ ਉਹ ਫਿਰ ਉਹਦੇ ਮਾਪਿਆਂ ਤੱਕ ਕੀ ਕਹਿੰਦੇ ਨੇ ਉਹਨੂੰ ਮਾਪਿਆਂ ਨੂੰ ਪੁੰਨ ਜਾਂਦੇ ਨੇ ਉਹਦੇ ਲਫ਼ਜ਼ ਹੁੰਦਾ ਪੁੰਨਣਾ ਹਾਂਜੀ ਮੇਰੇ ਪੇਕਿਆਂ ਨੂੰ ਪੁੰਨੀ ਨਾ ਹੈ ਮੇਰੇ ਪੇਕਿਆਂ ਨੂੰ ਕਿਉਂ ਪੁੰਨਦੇ ਹੋ ਤੁਸੀਂ ਆਹੋ ਚਲੋ ਜੀ ਅਗਲਾ ਕਿੰਨੇ ਪੜਨਾ ਹੈ ਇਹ ਕਿਹੜਾ 23rd ਹੈ ਨਾ ਹਾਂਜੀ ਮੈਂ ਕੋਸ਼ਿਸ਼ ਕਰਦੀ ਹਾਂ ਜੀ ਸਾਡਾ ਹੁਸਨ ਪਸੰਦ ਨਾ ਲਿਆਉਣਾ ਹੈ ਜਾਂ ਹੀਰ ਸਿਆਲ ਵਿਆਹ ਲਿਆਵੀਂ ਵਾਹ ਵੰਜੜੀ ਪ੍ਰੇਮ ਦੀ ਕੱਤ ਜਾੜੀ ਕਾਈ ਠੰਡੀ ਸਿਆਲਾਂ ਦੀ ਢਾਲ ਲਿਆਵੀਂ ਤੈਂ ਥੇ ਵੱਲ ਹੈ ਰੰਨਾ ਬੁਲਾਵਣੇ ਦਾ ਰਾਣੀ ਕੋਕਲਾ ਮਹਿਲ ਤੋਂ ਲਾ ਲਿਆਵੀਂ ਧੀ ਪੁਇਓ ਕੰਡਨੀ ਮਿਲੇ ਨਹੀਂ ਰਾਤੀ ਕੰਧ ਪਿਛਵਾੜਿਓਂ ਢਾ ਲਿਆਵੀਂ ਵਾਰਿਸ ਸ਼ਾਹ ਨੂੰ ਨਾਲ ਲੈ ਜਾਏ ਕੇ ਤੇ ਜਿਹੜਾ ਦਾ ਲੱਗੇ ਸੋਈ ਲਾ ਲਿਆਵੀਂ ਸਾਡਾ ਹੁਸਨ ਪਸੰਦ ਨਾ ਲਿਆਵਣਾ ਹੈ ਜਾਂ ਹੀਰ ਸਿਆਲ ਵਿਆਹ ਲਿਆਵੀਂ ਸਾਡਾ ਜੇ ਹੁਸਨ ਤੈਨੂੰ ਪਸੰਦ ਨਹੀਂ ਹੈ ਤੇ ਫਿਰ ਜਾ ਹੀਰ ਸਿਆਲ ਦਾ ਮਤਲਬ ਕਿ ਹੀਰ ਸਿਆਲ ਦਾ ਹੁਸਨ ਜਿਹੜਾ ਉਹ ਦੂਰ ਦੂਰ ਤੱਕ ਮਸ਼ਹੂਰ ਹੈ ਇਹ ਜਿਹੜਾ ਨਾ ਇਹ ਵਾਰਿਸ ਸ਼ਾਹ ਨੇ ਇਹਨੂੰ ਇੰਜ ਬਣਾਇਆ ਹੈ ਜਿਹੜਾ ਦਮੋਦਰ ਦਾਸ ਹੈ ਉਹਦੇ ਵਿੱਚ ਰਾਂਝੇ ਨੂੰ ਜਦੋਂ ਉੱਥੋਂ ਨਿਕਲ ਜਾਂਦਾ ਹੈ ਆਪਣੇ ਪਿੰਡੋਂ ਤੇ ਰਾਂਝੇ ਨੂੰ ਕਿਸੇ ਹੀਰ ਵੀਰ ਦਾ ਨਹੀਂ ਪਤਾ ਇਹ ਵਾਰਿਸ ਸ਼ਾਹ ਨੇ ਬਣਾਇਆ ਵਾਹ ਵੰਜੜੀ ਪ੍ਰੇਮ ਦੀ ਘੱਤ ਜਾਲੀ ਵੰਜੜੀ ਵਜਾ ਕੇ ਤੇ ਪ੍ਰੇਮ ਦਾ ਜਾਲ ਉਹਦੇ ਉੱਤੇ ਸੁੱਟ ਕੇ ਕਾਈ ਨੱਢੀ ਸਿਆਲਾਂ ਦੀ ਫਾਹ ਲਿਆਵੀਂ ਨੱਢੀ ਦਾ ਮਤਲਬ ਜਵਾਨ ਔਰਤ ਤੇ ਸਿਆਲਾਂ ਦੀ ਜਿਹੜੀ ਕੁੜੀ ਹੈ ਉਹਨੂੰ ਤੂੰ ਫਸਾ ਕੇ ਲੈ ਆ ਤੇਥੇ ਵੱਲ ਹੈ ਰੰਨਾ ਬੁਲਾਵਣੇ ਦਾ ਤੈਨੂੰ ਵੱਲ ਦਾ ਮਤਲਬ ਹੈ ਮੈਸੇਜ ਜਾਚ ਹਾਂ ਤੈਨੂੰ ਆਪਣਾ ਉਹ ਤਕਨੀਕ ਆਉਂਦੀ ਹੈ ਜਿਹਦੇ ਨਾਲ ਔਰਤਾਂ ਨੂੰ ਫਸਾਇਆ ਜਾਂਦਾ ਹੈ ਰਾਣੀ ਕੋਕਲਾ ਮਹਿਲ ਤੋਂ ਲਾ ਲਿਆਵੀਂ ਇਹ ਰਾਣੀ ਕੋਕਲਾ ਵੀ ਇੱਕ ਜਿਹੜੀ ਹੈ ਹਿਸਟੋਰੀਕਲ ਕਰੈਕਟਰ ਹੈ ਦੇ ਬੂਹਿਓਂ ਕੱਢਣੀ ਮਿਲੇ ਨਹੀਂ ਰਾਤੀ ਕੰਧ ਪਛਵਾੜਿਓਂ ਢਾ ਲਿਆਵੀਂ ਦੇ ਬੂਹਿਓਂ ਕੱਢਣੀ ਦਿਨ ਵੇਲੇ ਤੇ ਤਾਂ ਨਿਕਲੇਗੀ ਨਾ ਘਰੋਂ ਤੇਰੇ ਨਾਲ ਜੇ ਵਿਆਹੀ ਜਾਵੇ ਤੇ ਜੇ ਵਿਆਹ ਕੇ ਨਾ ਲਿਆ ਸਕੇ ਤੇ ਫਿਰ ਚੋਰੀ ਕੱਢ ਕੇ ਲੈ ਆਵੀਂ ਇਹ ਮਤਲਬ ਹੈ ਇਹਦਾ ਦੇ ਬੂਹਿਓਂ ਕੱਢਣੀ ਮਿਲੇ ਨਹੀਂ ਰਾਤੀ ਕੰਧ ਪਛਵਾੜਿਓਂ ਢਾ ਲਿਆਵੀਂ ਵਾਰਿਸ ਸ਼ਾਹ ਨੂੰ ਨਾਲ ਲਿਜਾਏ ਕੇ ਤੇ ਜਿਵੇਂ ਦਾ ਲੱਗੇ ਤਿਵੇਂ ਲਾ ਲਿਆ
ਹਜ਼ਰਤ ਵਾਰਿਸ ਸ਼ਾਹ ਨੂੰ ਵੀ ਨਾਲ ਲੈ ਜਾ ਜੇ ਤੇਰਾ ਕੁਝ ਕਰ ਸਕਦਾ। ਚਲੋ ਜੀ ਅਗਲਾ। ਅਗੇਨ ਸਰ ਇੱਥੇ ਉਹਨੇ ਬਿਲਕੁਲ ਹੀਰ ਦਾ ਹੁਣ ਨਾਂ ਲੈ ਹੀ ਦਿੱਤਾ। ਦੋ ਬੰਦ ਪਹਿਲਾਂ ਉਹਨੇ ਉਥੋਂ ਦੀ ਗੱਲ ਕੀਤੀ ਤੇ ਹੁਣ ਨਾਂ ਹੀ ਲੈ ਲਿਆ ਇੱਥੇ ਤਾਂ। ਇੱਥੇ ਨਾਂ ਲੈ ਲਿਆ। ਨਾਂ ਲੈਣ ਦਾ ਮਤਲਬ ਹੈ ਕਿ ਉਹਨੂੰ ਇਨਸਟੀਗੇਟ ਕਰਦੀਆਂ ਪਈਆਂ ਨੇ ਕਿ ਮਤਲਬ ਇਹ ਹੈ ਕਿ ਪਿਛਲੀ ਬਾਰ ਹੈ ਕਿ ਜਿਹੜੀਆਂ ਸਿਆਲਾਂ ਦੀਆਂ ਕੁੜੀਆਂ ਬੜੀਆਂ ਖੂਬਸੂਰਤ ਨੇ ਤੇ ਇੱਥੇ ਇਹ ਹੈ ਕਿ ਉਹਨਾਂ ਖੂਬਸੂਰਤ ਕੁੜੀਆਂ ਚੋਂ ਵੀ ਜਿਹੜੀ ਹੀਰ ਹੈ ਜਿਹੜੀ ਉਹਨਾਂ ਚੋਂ ਹੀ ਸਭ ਤੋਂ ਖੂਬਸੂਰਤ ਹੈ। ਇਹ ਡਾਕਟਰ ਸਾਹਿਬ ਇੱਥੇ ਲੱਗਦਾ ਪਿਆ ਬਾਈ ਡਿਜ਼ਾਈਨ ਜਿਹੜੀਆਂ ਭਾਬੀਆਂ ਨੇ ਉਹ ਇਨਸਟੀਗੇਟ ਕਰ ਰਹੀਆਂ ਉਹਨੂੰ, ਇਨਸਾਈਟ ਕਰ ਰਹੀਆਂ ਕਿ ਹੁਣ ਚਲੇ ਹੀ ਜਾਏ, ਇਹ ਹੁਣ ਸਾਡੇ ਦੁਆਲੇ ਹੋ ਗਿਆ। ਨਹੀਂ ਮਤਲਬ ਭਰਜਾਈਆਂ ਉਹ ਜਦੋਂ ਫਿਰ ਲੜਾਈ ਹੁੰਦੀ ਹੈ ਫਿਰ ਇੱਕ ਦੂਜੇ ਨੂੰ ਮਿਹਣੇ ਤੇ ਮਾਰੇ ਹੀ ਜਾਂਦੇ ਨੇ ਨਾ। ਐਡਾ ਹੀ ਤੂੰ ਹੈ ਕਿਤੇ ਜਾ ਫਿਰ ਉਹ ਲੈ ਇਹ ਤਾਂ ਮਿਹਣਾ ਆ। ਇਹ ਤੇ ਆਹੋ ਇਹ ਤੇ ਹੁਣ ਵੀ ਲੋਈ ਨਾ ਨਹੀਂ ਆ ਤੇ ਫਿਰ ਜਾ ਫਲਾਣੀ ਨਾ ਕਰ ਲਿਆ। ਅੱਛਾ ਅੱਗੇ ਮੈਂ ਪੜ੍ਹ ਦਿੰਦਾ ਜੀ। ਰਾਂਝਾ ਵੀ ਚੈਲੰਜ ਲੈ ਗਿਆ ਹੁਣ ਅਗਲੇ ਬੰਦ ਦੇ ਵਿੱਚ। ਹਾਂਜੀ ਕਿ ਨੱਢੀ ਸਿਆਲਾਂ ਦੀ ਵਿਆਹ ਲਿਆਵਸਾਂ ਮੈਂ, ਕਰੋ ਬੋਲੀਆਂ ਕਿਉਂ ਟਠੋਲੀਆਂ ਨੀ, ਬਹੇ ਕੱਥ ਪੀੜਾਂ ਵਾਂਗ ਮਹਿਰੀਆਂ ਦੇ, ਹੋਵਣ ਤੁਸਾਂ ਜਿਹੀਆਂ ਅੱਗੇ ਗੋਲੀਆਂ ਨੀ, ਮੱਝ ਵਾਹ ਵਿੱਚ ਬੋੜੀਏ ਭਾਬੀਆਂ ਨੂੰ, ਹੋਵਣ ਤੁਸਾਂ ਜਿਹੀਆਂ ਬੜਬੋਲੀਆਂ ਨੀ, ਬਸ ਕਰੋ ਭਾਬੀ ਅਸੀਂ ਰੱਜ ਰਹੇ, ਭਰ ਦਿੱਤੀਆਂ ਨੇ ਜੇ ਤੁਸਾਂ ਝੋਲੀਆਂ ਨੀ। ਮਹਿਰ ਜੀ ਤੁਹਾਡੀ ਗੱਲ ਆ ਗਈ ਹੁਣ। ਮੈਂ ਕਿਹਾ ਮਹਿਰ ਜੀ ਤੁਹਾਡੀ ਗੱਲ ਆ ਗਈ ਹੁਣ। ਹਾਂਜੀ ਨੱਢੀ ਸਿਆਲਾਂ ਦੀ ਵਿਆਹ ਕੇ ਲਿਆਵਸਾਂ ਮੈਂ, ਕਰੇ ਬੋਲੀਆਂ ਅਤੇ ਠਠੋਲੀਆਂ ਨਹੀਂ। ਅੱਛਾ ਤੇ ਫਿਰ ਜੇ ਤੂੰ ਸਿਆਲਾਂ ਦੀ ਕੁੜੀ ਦਾ ਮਿਹਣਾ ਮਾਰ ਰਹੀ ਹੈ ਤੇ ਫਿਰ ਮੈਂ ਉਹਨੂੰ ਹੀ, ਜੇ ਤੂੰ ਉਹਦੇ ਨਾਂ ਤੇ ਮੇਰਾ ਠੱਠਾ ਲਾ ਰਹੀ ਹੈ ਤੇ ਫਿਰ ਮੈਂ ਉਹੀ ਵਿਆਹ ਕੇ ਲਿਆਵਾਂ। ਇਹ ਮਤਲਬ ਹੈ ਬਹੇ ਘੱਤ ਪੀੜਾ ਵਾਂਗ ਮਹਿਰੀਆਂ ਦੇ। ਉਹ ਇਸ ਵੇਲੇ ਵਿੱਚ ਜਿਹੜੀਆਂ ਮਾਲਕਾਣੀਆਂ ਹੁੰਦੀਆਂ ਨੇ ਉਹਨਾਂ ਵਾਂਗੂ ਬੈਠੇਗੀ ਤੇ ਤੁਸੀਂ ਸਾਰੀਆਂ ਜਿਹੜੀਆਂ ਉਹਦੇ ਅੱਗੇ ਨੌਕਰਾਣੀਆਂ ਲੱਗੋਗੀਆਂ। ਮੱਝੋ ਵਾਹ ਵਿੱਚ ਬੋੜੀਏ ਭਾਬੀਆਂ ਨੂੰ, ਵਾਹ ਦਾ ਮਤਲਬ ਹੁੰਦਾ ਦਰਿਆ ਤੇ ਮੱਝੋ ਦਾ ਮਤਲਬ ਹੈ ਐਨ ਸੈਂਟਰ ਦੇ ਵਿੱਚ। ਇਸੇ ਵਾਸਤੇ ਜਿਹੜੀ ਧੋਤੀ ਹੈ ਨਾ ਬੰਦ ਉਹਨੂੰ ਮਜਲੀ ਵੀ ਕਿਹਾ ਜਾਂਦਾ ਹੈ ਕਿਉਂਕਿ ਉਹ ਵੀ ਸੈਂਟਰ 'ਚ ਵੱਧਦੀ ਜਾਂਦੀ ਹੈ ਨਾ। ਮੱਝੋ ਵਾਹ ਵਿੱਚ ਬੋੜੀਏ, ਬੋੜਨੇ ਦਾ ਮਤਲਬ ਡੋਬੀਏ ਭਾਬੀਆਂ ਨੂੰ, ਹੋਵਣ ਤੁਸਾਂ ਜਿਹੀਆਂ ਬੜਬੋਲੀਆਂ ਨਹੀਂ, ਬਸ ਕਰੋ ਭਾਬੀ ਅਸੀਂ ਰੱਜ ਰਹੇ, ਭਰ ਦਿੱਤੀਆਂ ਜੇ ਸਾਨੂੰ ਝੋਲੀਆਂ ਨਹੀਂ। ਇਹ ਤਾਂ ਸਰਕਾਸਟਿਕਲੀ ਕਹਿ ਰਿਹਾ ਨਾ ਕਿ ਤੁਸੀਂ ਹੁਣ ਬਸ ਜੋ ਤੁਹਾਡੇ ਕੋਲੋਂ ਹੋ ਸਕਦਾ ਸੀ, ਤੁਸੀਂ ਜੋ ਤੁਹਾਡੇ ਕੋਲੋਂ ਸਾਡਾ ਬਣਦਾ ਸੀ ਤੁਸੀਂ ਦੇ ਦਿੱਤਾ ਤੇ ਅਸੀਂ ਰੱਜ ਗਏ ਉਹਦੇ ਨਾਲ, ਤੁਹਾਡਾ ਸਾਡਾ ਤਾਲੁਕ ਮੁੱਕ ਗਿਆ। ਅਗਲਾ ਜੀ ਇੱਥੇ ਡਿਸੀਜਨ ਬਣਾਇਆ ਉਹਨੇ ਕਿ ਆਈ ਐਮ ਗੋਇੰਗ। ਅਗਲਾ ਪੜੋ ਜੀ। ਕਿੰਨੇ ਕਿਆ ਭੀੜ ਮਚਾਈਓਈ ਲੁੱਚਿਆ ਵੇ, ਮੱਥਾ ਦਾਇਓ ਈ ਸੋਕਨਾ ਵਾਂਗ ਕਿਆ, ਜਾ ਸਜਰਾ ਕੰਮ ਗਵਾ ਨਹੀਂ, ਹੋ ਜਾਸਿਆ ਜੋਬਨਾ ਫੇਰ ਬਿਆ, ਰਾਂਝੇ ਖਾ ਗੁੱਸਾ ਸਰ ਢੋਲ ਮਾਰੀ, ਕਹਿਤੀ ਚੰਬੜੀ ਉਨ ਨੂੰ ਵਾਂਗ ਲਿਆ, ਤੁਸੀਂ ਦੇਸ ਰੱਖੋ ਅਸੀਂ ਛੱਡ ਚੱਲੇ, ਲਾ ਜਗਰਾ ਭਾਬੀਏ ਗੱਲ ਏਆ, ਹੱਥ ਪਕੜ ਕੇ ਜੁੱਤੀਆਂ ਮਾਰ ਬੁੱਕਲ, ਰਾਂਝਾ ਹੋ ਟੁਰਿਆ ਵਾਰਿਸ ਸ਼ਾਹ ਜਿਹਾ। My God, Madhya, you're amazing now. Gosh, it's just wonderful. Excellent. Thank you. Good job. Actually, that was very hard.
ਕਿਆ ਫੈੜ ਮਚਾਏ ਹੋਈ ਕੱਚਿਆ ਵੇ, ਤੂੰ ਅੱਛਾ ਇਵੇਂ ਚੋ ਤੇ ਤੂੰ ਕੀ ਝਗੜਾ ਝਗੜਾ ਸ਼ੁਰੂ ਕਰ ਲਿਆ ਹੈ। ਮੱਥਾ ਡਾਏ ਹੋਈ ਸੌਂਕਣਾ ਵਾਂਗ ਕਿਹਾ, ਮੱਥਾ ਡਾਉਣਾ ਹੁੰਦਾ ਲੜਾਈ ਕਰਨਾ, ਆਮਣੇ ਸਾਹਮਣੇ ਖਲੋ ਕੇ ਇੱਕ ਦੂਜੇ ਦੇ, ਤੇ ਜਿਵੇਂ ਸੌਂਕਣਾ ਆਪਸ ਚ ਲੜਦੀਆਂ ਨੇ, ਤੂੰ ਤੇ ਸਾਡੇ ਨਾਲ ਉਂਝ ਲੜ ਰਿਹਾ। ਸੌਂਕਣ ਤੇ ਤੁਹਾਨੂੰ ਪਤਾ ਹੀ ਹੈ ਨਾ ਕੀ ਹੁੰਦੀ ਹੈ। ਡਾਕਟਰ ਸਾਹਿਬ ਇੱਕ ਇਲਜ਼ਾਮ ਦੇ ਦਿੱਤਾ ਉਹਨਾਂ ਨੇ, ਸੌਕਣੀ ਬਣਾਤਾ। ਜਾ ਸੱਜਰਾ ਕੰਮ ਗਵਾ ਨਹੀਂ, ਹੋ ਜਾਸਿਆ ਜੋਬਨਾ ਫੇਰ ਬੇਹਾ। ਬੇਹਾ ਦਾ ਮਤਲਬ ਬਾਸੀ। ਜਾਂ ਅਜੇ ਤੇਰੀ ਜਵਾਨੀ ਸਜਰੀ ਹੈ ਤੇ ਤੇਰਾ ਸ਼ਾਇਦ ਕੰਮ ਬਣ ਜਾਵੇ, ਤੇ ਆਪਣਾ ਜਿਹੜਾ ਤੇਰਾ ਜੌਬਨ ਹੈ, ਜਿਹੜੀ ਜਵਾਨੀ ਹੈ, ਉਹ ਬਾਸੀ ਨਾ ਕਿਤੇ ਹੋ ਜਾਵੇ ਉੱਥੇ ਜਾਂਦਿਆਂ ਹੀ। ਰਾਂਝੇ ਖਾ ਗੁੱਸਾ ਸਿਰ ਧੌਲ ਮਾਰੀ, ਰਾਂਝੇ ਨੇ ਗੁੱਸੇ ਖਾ ਕੇ ਭਰਜਾਈ ਨੂੰ ਸਿਰ ਨੂੰ ਧੌਲ ਮਾਰੀ। ਕਈ ਚੰਬੜੀ ਉਹਨੂੰ ਜਿਵੇਂ ਲਿਆ, ਉਹਨੂੰ ਜਿਹੜੀ ਹੁੰਦੀ ਹੈ ਨਾ, ਉਹਨੂੰ ਲੇਹ ਚੰਬੜ ਜਾਂਦੀ ਹੈ। ਲੇਹ ਜਿਹੜਾ ਹੈ ਉਹ ਇੱਕ ਵਰਮ ਹੈ, ਕੀੜਾ ਹੈ, ਬਹੁਤ ਛੋਟਾ ਜਿਹਾ। ਕਿਉਂ ਬੀਬਾ ਜੀ? ਇੰਜੀ ਹੈ ਨਾ। ਹਾਂਜੀ, ਉਹ ਛੋਟੀ ਜੀ ਸੁਸਰੀ ਜਿਹੀ ਹੁੰਦੀ, ਉਹ ਖਾ ਜਾਂਦੀ ਉਹਨੂੰ ਜੀ। ਤੇ ਉਹਦੇ ਲਈ ਉਹ ਫਿਰ ਫਿਨਾਇਲ ਦੀਆਂ ਗੋਲੀਆਂ ਰੱਖਦੀਆਂ ਸਨ ਬੁੜੀਆਂ, ਧੁੱਪੇ ਲਵਾਉਂਦੇ ਨੇ ਫਿਨਾਇਲ। ਹਾਂ, ਫਿਨਾਇਲ ਦੀਆਂ ਗੋਲੀਆਂ ਪਾਉਂਦੇ ਨੇ, ਧੁੱਪ ਲਵਾਉਂਦੇ ਨੇ, ਕਈ ਕੁਛ ਕਰਦੇ ਨੇ। ਆਹੋ, ਉਹ ਫਿਰ ਜਦੋਂ ਸੰਦੂਕਾਂ ਚੋਂ ਕੱਪੜੇ ਨਿਕਲਦੇ ਸਨ ਨਾ, ਰਜ਼ਾਈਆਂ ਤਲਾਈਆਂ ਸਾਰਾ ਕੁਝ, ਤੇ ਉਹਨਾਂ ਵਿੱਚੋਂ ਉਹਦੀ ਜਿਹੜੀ ਹੈ ਉਹਦੀ ਸਮੈਲ ਆਉਂਦੀ ਸੀਗੀ। ਨਾਲ ਮੋਰੀਆਂ ਹੋਈਆਂ ਹੁੰਦੀਆਂ ਸੀ ਹਰ ਚੀਜ਼ ਦੇ ਵਿੱਚ। ਡਾਕਟਰ ਸਾਹਿਬ ਸ਼ਾਹ ਹੁਸੈਨ ਦੀ ਲਾਈਨ ਵੀ ਹੈ ਨਾ, ਇਸ਼ਕ ਨਾ ਲੱਗਦਾ ਲੇਹਾ। ਹਾਂ ਇਹ ਬੜਾ ਰਿਕਰਿੰਗ ਸਿੰਬਲ ਹੈ, ਜਿਹੜਾ ਕਿ ਬਾਰ-ਬਾਰ ਸੂਫੀ ਸ਼ਾਇਰੀ ਚ ਲੇਹਾ ਤੇ ਉਹਨੂੰ ਚੰਬੜ ਜਾਣਾ, ਤੇ ਇਸ਼ਕ ਨੂੰ ਲੇਹਾ ਲੱਗਣਾ ਨਹੀਂ ਲੱਗ ਸਕਦਾ ਤੇ ਉਹਨੂੰ ਲੱਗ ਜਾਂਦਾ ਹੈ। ਬੜਾ ਇਹ ਰਿਕਰਿੰਗ ਥੀਮ ਹੈ ਵੈਸੇ। ਰਾਂਝੇ ਖਾ ਗੁੱਸਾ ਸਿਰ ਧੌਲ ਮਾਰੀ। ਅੱਛਾ, ਤੁਸੀਂ ਦੇਸ਼ ਰੱਖੋ ਅਸੀਂ ਛੱਡ ਚੱਲੇ, ਲਾ ਝਗੜਾ ਭਾਵੀਏ ਗੱਲ ਇਹ ਆ, ਤੁਸੀਂ ਆਪਣਾ ਦੇਸ਼ ਆਪਣੇ ਕੋਲ ਰੱਖੋ ਤੇ ਅਸੀਂ ਤੇ ਚੱਲੇ ਆਂ। ਤੇ ਭਾਬੀ ਇਹ ਗੱਲ ਇੱਥੇ ਮੁੱਕ ਗਈ। ਹੱਥ ਪਕੜ ਕੇ ਜੁੱਤੀਆਂ ਮਾਰ ਮੁੱਕਲ, ਰਾਂਝਾ ਹੋ ਟੁਰਿਆ ਬਾਰਿਸ਼ ਆ ਜਿਆ। ਜੁੱਤੀਆਂ, ਇੱਥੇ ਤੁਸੀਂ ਦੇਖੋ, ਜੁੱਤੀਆਂ ਮਾਰ ਮੁੱਕਲ। ਜਿਹੜੀਆਂ ਜੁੱਤੀਆਂ ਨੇ ਨਾ, ਉਹ ਜੁੱਤੀਆਂ ਬੁੱਕਲ ਵਿੱਚ ਉਹਨੇ ਮਾਰ ਲੀਆਂ ਨੇ। ਹੱਥ ਪਕੜ ਕੇ ਜੁੱਤੀਆਂ ਮਾਰ ਬੁੱਕਲ। ਉਦੋਂ ਇਹ ਕਰਦੇ ਸਨ ਨਾ ਪੁਰਾਣੇ ਲੋਕ, ਕਿ ਜੁੱਤੀਆਂ ਜਿਹੜੀਆਂ ਨਾ ਉਹ ਹੱਥ 'ਚ ਫੜ ਕੇ ਤੁਰ ਪੈਂਦੇ ਸਨ, ਤੇ ਜਿੱਥੇ ਜਾਣਾ ਹੁੰਦਾ ਸੀ ਨਾ ਉਹਦੇ ਲਾਗੇ ਜਾ ਕੇ ਫਿਰ ਪਾ ਲੈਂਦੇ ਸਨ। ਇੱਥੇ ਵੈਸੇ ਇਹਨੇ ਆਪਣੇ ਆਪ ਨੂੰ ਵਾਰਿਸ ਸ਼ਾਹ ਨੇ ਦੱਸਿਆ ਕਿ ਵਾਰਿਸ ਸ਼ਾਹ ਜਿੱਦਾਂ ਸਭ ਕੁਝ ਛੱਡ ਛੁਡਾ ਕੇ ਕਿਤੇ ਦੀ ਕਿਤੇ ਆ ਕੇ ਮਲਕਾ ਖਾਨ ਸ਼ਾਹ ਬੈਠਾ, ਤੇ ਵਾਰਿਸ ਸ਼ਾਹ ਨੇ ਵੀ ਆਪਣੀ ਸਟੋਰੀ ਵਿੱਚ ਨਾਲ ਹੀ ਐਡ ਕਰ ਦਿੱਤੀ ਕਿ ਵਾਰਿਸ ਸ਼ਾਹ ਵਰਗਾ ਹੋ ਕੇ ਨਾ ਸਭ ਕੁਝ ਪਿੱਛੇ ਛੱਡ ਕੇ ਇੱਥੇ ਪਹੁੰਚ ਗਏ, ਤੁਰ ਪਿਆ। ਵਾਰਿਸ ਸ਼ਾਹ ਨਾਲ ਵੀ ਕੁਛ ਨਾ ਕੁਛ ਤਾਂ ਹੋਇਆ ਹੀ ਹੋਏਗਾ। ਕਈ ਤੇ ਕਹਿੰਦੇ ਰਾਂਝੇ ਦੀ ਸਟੋਰੀ ਐਕਚੁਅਲੀ ਵਾਰਿਸ ਸ਼ਾਹ ਦੀ ਆਪਣੀ ਸਟੋਰੀ ਆ, ਜੋ ਉਹਦੇ ਨਾਲ ਵਰਤੀ ਆ ਰਾਂਝੇ ਵਰਗਾ, ਮਤਲਬ ਕਦੇ ਕਿਤੇ ਚਿਲੇ ਕੱਟੇ ਤਾਂ ਕਦੇ ਕਿਤੇ ਪਹੁੰਚ ਗਿਆ, ਕਦੇ ਕਿਤੇ ਪਹੁੰਚ ਗਿਆ। ਲੇਕਿਨ ਇਹ ਹੈ ਕਿ ਹੀਰ ਰਾਂਝੇ ਦੀ ਕਹਾਣੀ ਤਾਂ ਵਾਰਿਸ ਸ਼ਾਹ ਤੋਂ ਪਹਿਲੇ ਬਹੁਤ ਲਿਖੀ ਗਈ ਹੈ ਨਾ। ਵਾਰਿਸ ਸ਼ਾਹ ਨੇ ਤੇ ਉਹਨੂੰ ਰੀਕਨਸਟਰਕਟ ਕੀਤਾ ਹੈ, ਔਰ ਉਹਨੇ ਰੀਕਨਸਟਰਕਟ ਕੀਤਾ ਹੈ ਆਪਣੇ ਢੰਗ ਦੇ ਨਾਲ। ਪਰ ਸਰ ਜੀ, ਜਿਹੜੀ ਇਹ ਹੀਰ ਵਾਰਿਸ ਸ਼ਾਹ ਦੀ ਹੀਰ ਰਾਂਝਾ ਦੀ ਸਟੋਰੀ ਹੈਗੀ ਹੈ, ਇਹ ਉਸ ਵਕਤ ਦੇ ਪੰਜਾਬ ਦੀ ਕੋਈ ਆਈ ਐਮ ਨਾਟ ਸੇਇੰਗ ਕਿ ਬਿਲਕੁਲ ਆਮ ਸਟੋਰੀ ਸੀ, ਪਰ ਇਹ ਕੋਈ ਖਾਸ ਸਟੋਰੀ ਵੀ ਨਹੀਂ ਸੀ। ਏਦਾਂ ਮਤਲਬ ਇਟਸ ਨਾਟ ਅਨਹੋਣੀ ਕਿ ਵੀ ਹੋਰ ਲੋਕਾਂ ਨਾਲ ਵੀ ਏਦਾਂ ਹੀ ਹੁੰਦੀ ਹੋਣੀ, ਕਿਉਂਕਿ ਸਮਾਜ ਤੇ ਇਸ਼ਕ ਨੂੰ ਠੀਕ ਨਹੀਂ ਸੀ ਸਮਝਦਾ ਉਹਨਾਂ ਜ਼ਮਾਨਿਆਂ ਦੇ ਵਿੱਚ। ਸੋ ਮਤਲਬ ਇਹ ਅਨਹੋਣੀ ਕਹਾਣੀ ਨਹੀਂ ਹੈ। ਜਿਹੜਾ ਸਮਾਜ ਹੈ ਨਾ, ਸਮਾਜ ਵੀ ਬੜੀ ਅਜੀਬ ਚੀਜ਼ ਹੈ।
ਮਸਲਨ ਸਮਾਜ ਜਿਹੜਾ ਹੈ ਉਹ ਬੰਦਿਆਂ ਨੂੰ ਜਿਹੜੇ ਮਲੰਗ ਛਲੰਗ ਹੁੰਦੇ ਨੇ ਉਹਨਾਂ ਨੂੰ ਪਿੰਡੋਂ ਧੱਕ ਕੇ ਬਾਹਰ ਕੱਢ ਦਿੰਦਾ ਹੈ, ਠੀਕ। ਫਿਰ ਆਪ ਹੀ ਉਹਨਾਂ ਦੇ ਕੋਲ ਰੋਜ਼ ਜਾਣਾ ਸ਼ੁਰੂ ਕਰ ਦਿੰਦਾ ਹੈ। ਸਮਾਜ ਦੀ ਵੀ ਤਾਂ ਕੰਟਰਾਡਿਕਸ਼ਨ ਹੈ ਨਾ। ਫਿਰ ਉਹਨਾਂ ਕੋਲੋਂ ਪੁੱਤਰ ਲੈਣਾ ਸ਼ੁਰੂ ਕਰ ਦਿੰਦੇ ਨੇ। ਔਰ ਆਲਸੋ ਆਰਟ, ਦਿਸ ਇਜ਼ ਆਰਟ ਅਗੇਂਸਟ ਪ੍ਰੋਡਕਟਿਵਿਟੀ ਨਾ। ਹਾਂਜੀ, ਉਹਦਾ ਵੀ ਤੇ ਇੱਥੇ ਇੱਕ ਟਕਰਾਅ ਹੋਵੇਗਾ ਨਾ। ਇੱਕ ਆਰਟਿਸਟ ਹੈਗਾ ਆ, ਆਈ ਮੀਨ ਹੀ ਇਜ਼ ਅਕੰਪਲਿਸ਼ਡ, ਜੇ ਉਹ ਬਾਈ ਬੀਜੀ ਨਹੀਂ ਕਰਦਾ, ਪਰ ਇੱਕ ਅਕੰਪਲਿਸ਼ਡ ਬੰਦਾ ਹੈ ਇਨ ਦੀ ਆਰਟ ਦੈਟ ਹੀ ਹੈਜ਼, ਜਿਹੜੀ ਉਹ ਮੰਜੜੀ ਵਜਾਉਂਦਾ ਆ ਜਾਂ ਆਹੋ। ਲੇਕਿਨ ਹਾਂ ਪਰ ਜਿਹੜਾ ਐਗਰੀਕਲਚਰਲ ਸਮਾਜ ਹੈ ਉਹਦੇ ਵਿੱਚ ਜਿਹੜਾ ਆਰਟਿਸਟ ਹੋਣਾ ਹੈ ਉਹ ਵਾਰਾ ਨਹੀਂ ਨਾ ਖਾਂਦਾ, ਕਿਉਂਕਿ ਉਹ ਲੋਕਾਂ ਦੀ ਸਰਪਲਸ ਖਾਂਦਾ। ਉਹ ਲੋਕਾਂ ਦੀ ਸਰਪਲਸ ਖਾਂਦਾ। ਇਸੇ ਵਾਸਤੇ ਜਿਹੜੇ ਮਰਾਸੀ ਤੇ ਦੂਜੇ ਹੁੰਦੇ ਨੇ ਉਹਨੂੰ ਉਹ ਪੇਸ਼ਾਵਰ ਹੀ ਹੁੰਦੇ ਨੇ, ਜਿਹੜੇ ਕਿ ਗਾਉਣਾ ਵਜਾਉਣਾ ਕਰਦੇ ਨੇ, ਔਰ ਆਪਣਾ ਉਹਨੂੰ ਕੋਈ ਚੰਗਾ ਸਮਝਿਆ ਵੀ ਨਹੀਂ ਜਾਂਦਾ। ਉਹ ਮੈਂ ਇੱਕ ਵਾਰੀ ਨਜਮ ਹੁਸੈਨ ਸਿੰਘ ਸਾਹਿਬ ਦੇ ਘਰ ਬੈਠੇ, ਅਸੀਂ ਤਰਦ ਬਣਾ ਰਹੇ ਸਾਂ ਤੇ ਮੈਂ ਬਾਜਾ ਵਜਾ ਰਿਹਾ ਸਾਂ ਜਿੰਨਾ ਵੀ ਮੈਨੂੰ ਆਉਂਦਾ ਸੀ। ਉਹ ਮੇਰਾ ਵੱਡਾ ਭਰਾ ਮੈਨੂੰ ਲੱਭਦਾ ਪਹੁੰਚ ਗਿਆ ਉੱਥੇ, ਤੇ ਆਉਂਦਾ ਹੀ ਕਹਿੰਦਾ, ਇਹ ਹੁਣ ਮਰਾਸੀਆਂ ਵਾਲੇ ਕੰਮ ਕਰਨੇ ਨੇ ਤੂੰ। ਮੈਂ ਕਿਹਾ ਇਹ ਤੇ ਹੁਣ ਇੰਜੀ ਹੈ। ਡੀਲ ਵਿਦ ਇਟ। ਇਸ ਕਮਿਊਨਿਟੀ ਨੂੰ ਕਿ ਆਰਟਿਸਟ ਕਮਿਊਨਿਟੀ ਹੁੰਦੀ ਸੀ ਸਮਾਜ ਦੇ ਵਿੱਚ, ਖਾਸ ਤੌਰ ਤੇ ਐਗਰੀਰੀਅਨ ਸਮਾਜ ਵਿੱਚ, ਉਹਨਾਂ ਦੇ ਬੜਾ ਡੈਰੋਗੇਟਰੀ ਉਹਨਾਂ ਨਾਲ ਲਿੱਤਾ ਜਾਂਦਾ ਸੀ। ਦੇਖੋ ਨਾ, ਗੱਲ ਇਹ ਹੈ ਕਿ ਜਿਹੜੀ ਐਗਰੀਕਲਚਰਲ ਸਮਾਜ ਹੈ ਉਹਦੇ ਵਿੱਚ ਜਿਹੜੀ ਬੰਦੇ ਦੇ ਵਿੱਚ ਪਹਿਲੇ ਤੇ ਫਿਜ਼ੀਕਲੀ ਫਿੱਟ ਹੋਣਾ ਚਾਹੀਦਾ। ਉਹਨੇ ਹਲ ਵਾਹੁਣਾ ਹੈ, ਉਹਨੇ ਪੱਠੇ ਵੱਢਣੇ ਨੇ, ਉਹਨੇ ਜਿਹੜੇ ਵੀ ਕੰਮ ਕਰਨੇ ਨੇ, ਉਹਨਾਂ ਲਈ ਫਿਜ਼ੀਕਲ ਤਾਕਤ ਚਾਹੀਦੀ ਹੈ। ਔਰ ਇੱਕ ਗੱਲ, ਔਰ ਦੂਜੀ ਗੱਲ ਇਹ ਕਿ ਉਹ ਫਿਜ਼ੀਕਲ ਤਾਕਤ ਨੂੰ ਉਹ ਇਸਤੇਮਾਲ ਵੀ ਪ੍ਰੋਡਕਸ਼ਨ ਦੇ ਵਾਸਤੇ ਕਰੇ। ਚਲੋ ਜੀ, ਅਗਲਾ ਕਿੰਨੇ ਪੜ੍ਹਨਾ ਹੈ? ਇੱਕ ਗੱਲ ਕਹਿਣੀ ਸੀ ਸਰ ਜੀ, ਜਿਹੜਾ ਉਹ ਮਿਰਾਸੀ ਹੁੰਦਾ ਨਾ, ਮਿਰਾਸ ਤੇ ਹੁੰਦੇ ਨੇ ਨਾ, what it really means actually they say is ਕਿ ਵੀ ਜਿਹੜਾ ਆਪਣੇ ਹੁਨਰ ਨੂੰ ਆਪਣੀ ਅੱਗੇ ਤੋਰੇ, ਆਪਣੇ ਖਾਨਦਾਨ ਦੇ ਵਿੱਚ ਦੇ ਜਨਰੇਸ਼ਨ ਪਰ ਜਨਰੇਸ਼ਨ ਉਹ ਆਪਣੇ ਹੁਨਰ ਨੂੰ ਅੱਗੇ ਤੋਰਦੇ ਨੇ, ਸੰਭਾਲ ਕੇ ਰੱਖਦੇ ਨੇ। that's what ਮਿਰਾਸੀ really actually means। ਬਸ ਇਹੀ ਕਹਿਣਾ ਸੀ ਜੀ। Sorry, can I also add? Sorry। ਮਿਰਾਸੀ ਦਾ ਮਤਲਬ ਉਹ ਪੇਸ਼ਾਵਰ ਨੇ ਜਿਹੜੇ ਕਿ ਦੂਜਿਆਂ ਦੀ ਵਿਰਾਸਤ ਦਾ ਤਾਰੀਖੀ ਹਿਸਾਬ ਰੱਖਦੇ ਨੇ। ਮਤਲਬ ਮਿਰਾਸੀ ਆ ਕੇ ਜਦੋਂ ਇਹ ਕਣਕ ਪੱਕ ਜਾਂਦੀ ਸੀ ਨਾ ਤੇ ਤਿਆਰ ਹੋ ਜਾਂਦੀ ਸੀ, ਤੇ ਉਦੋਂ ਮਿਰਾਸੀ ਸਾਡੇ ਆਉਂਦਾ ਸੀ ਤੇ ਉਹ ਫਿਰ ਸਾਨੂੰ ਸੁਣਾਉਂਦਾ ਸੀ, ਫਲਾਣੇ ਮੈਰ ਗੁਲਾਮ ਮੁਹੰਮਦ ਬਲਦ ਪੰਜੂ ਬਲਦ ਲਾਈ ਬਖਸ਼ ਉਹ 8-10 ਨਸਲਾਂ ਉਹ ਦੱਸਦਾ ਸੀ। ਫਿਰ ਚਲੋ ਜੀ ਅੱਗੇ। ਅੱਛਾ ਡਾਕਟਰ ਸਾਹਿਬ, ਇੱਕ ਹੋਰ ਗੱਲ ਕਰਨੀ ਸੀ ਇੱਥੇ ਕਿ ਇਹ ਜਿਹੜਾ ਲਾਸਟ ਲਾਈਨ ਹੈ, ਹੱਥ ਪਕੜ ਜੁੱਤੀ ਤੇ ਮਾਰ ਬੁੱਕਲ, ਮੈਨੂੰ ਇਸ ਤਰ੍ਹਾਂ ਦੀ ਥੋੜ੍ਹੀ ਜਿਹੀ ਇੱਕ ਬੜੀ ਸਟਰੇਂਜ ਜਿਹੀ ਫੀਲਿੰਗ ਆ ਰਹੀ ਹੈ ਕਿ ਉਹ ਸਾਰੇ ਸਮਾਜ ਨੂੰ ਛੱਡ ਕੇ ਆਪਣਾ ਜੋ ਖੁਦ ਮਾਰ ਬੁੱਕਲ ਦਾ ਮਤਲਬ ਆਪਣਾ ਜੋ ਵੀ ਵਿਊ ਪੁਆਇੰਟ ਉਹਦਾ ਆਪਣਾ ਹੈਗਾ, ਆਪਣੇ ਕੋਲ ਸੰਭਾਲ ਕੇ ਤੁਰ ਪਿਆ, ਉੱਥੋਂ ਨਿਕਲ ਗਿਆ, ਵਾਰਿਸ ਸ਼ਾਹ ਵਰਗਾ ਬਣ ਕੇ ਉਸ ਸੁਸਾਇਟੀ ਚੋਂ ਨਿਕਲ ਕੇ ਬਾਹਰ ਜਾ ਰਿਹਾ। ਇਹੋ ਹੀ ਹੈ। ਹਾਂਜੀ, ਮਤਲਬ ਉਹਨੇ ਹੱਥ ਪਕੜ ਕੇ ਜੁੱਤੀਆਂ ਮਾਰ ਬੁੱਕਲ ਦਾ ਇਹ ਜਿਹੜੇ
ਦੀ ਜਿਹੜੀ ਐਗਜ਼ੈਕਟ ਸੈਂਸ ਹੈਗੀ ਹੈ ਨਾ, ਉਹ ਇਹ ਹੈ ਕਿ ਉਹ ਉੱਥੋਂ ਕੁਝ ਲਿਜਾ ਨਹੀਂ ਰਿਹਾ। ਮਤਲਬ ਇਹ ਇੱਕ ਡਿਪਾਰਟਿੰਗ ਪੁਆਇੰਟ ਹੈ ਕਿ ਉਹ ਪ੍ਰਾਪਰਟੀ ਤੋਂ ਆਪਣੇ ਆਪ ਨੂੰ ਵੋਲੰਟਰੀਲੀ ਵੱਖ ਕਰ ਰਿਹਾ ਹੈ। ਹੁਣ ਉਹ ਪ੍ਰਾਪਰਟੀ ਲੈਸ ਹੋ ਗਿਆ ਹੈ। Dr. Manzoor, can we look at it like ਕਿ ਰਾਂਝਾ ਵਾਰਿਸ ਸ਼ਾਹ ਦੀ ਤਰ੍ਹਾਂ narrator or observer ਬਣ ਗਿਆ as well? Can we look at it like that spiritually? No. Am I overthinking? ਨਹੀਂ ਵਾਰਿਸ ਮਤਲਬ ਵਾਰਿਸ ਸ਼ਾਹ ਦੀ ਤੇ ਵਿਚਾਰਾ ਉਹਦੀ ਵਿੱਚ ਕੋਈ ਪ੍ਰਾਪਰਟੀ ਨਹੀਂ ਨਾ ਹੋਣੀ, ਤੇ ਉਹ ਸਾਨੂੰ ਨਹੀਂ ਪਤਾ ਉਹਦਾ। ਲੇਕਿਨ ਇੱਥੇ ਇਹਦਾ ਮਤਲਬ ਹੈ ਕਿ ਜਿਹੜੀ ਪ੍ਰਾਪਰਟੀ ਕਲਾਸ ਦੇ ਵਿੱਚ ਸੀ ਰਾਂਝਾ, ਉਹ ਕਲਾਸ ਛੱਡ ਕੇ ਜਾ ਰਿਹਾ ਹੈ, ਉਸ ਕਲਾਸ ਤੋਂ ਬਾਹਰ ਹੋ ਗਿਆ। ਸਰ ਜੀ, ਪਰ ਪੰਜਾਬੀ ਲਿਟਰੇਚਰ ਦੇ ਵਿੱਚ ਬੁੱਕਲ ਜਿਹੜੀ ਚੀਜ਼ ਹੈ, ਇਟਸ ਵੈਰੀ ਇੰਪੋਰਟੈਂਟ। ਸਿਰਫ ਉਦਾਂ ਹੀ ਲਫ਼ਜ਼ ਬੁੱਕਲ ਹੀ ਨਹੀਂ ਕਿ ਵੀ ਉਹਨੇ ਚਾਦਰ ਲਈ ਤੇ ਬੁੱਕਲ ਮਾਰ ਕੇ ਟੁਰ ਪਿਆ, ਰਾਈਟ? ਤੇਰੀ ਬੁੱਕਲ ਦੇ ਵਿੱਚ ਔਰ ਵਟਐਵਰ, ਮਤਲਬ ਕਿ ਬੁੱਕਲ ਜਿਹੜੀ ਆ ਉਹਦੇ ਵਿੱਚ, ਜਿੱਦਾਂ ਅਮਰ ਵੀ ਕਹਿ ਰਿਹਾ ਸੀ ਕਿ ਆਪਣੀਆਂ ਜਿਹੜੇ ਉਹਦੇ ਹੈਗੀਆਂ ਨੇ ਥਾਟਸ ਐਂਡ ਪ੍ਰੋਸੈਸ, ਉਹ ਹੈਗੀਆਂ ਨੇ, ਉਹ ਨਾਲੇ ਲੈ ਕੇ ਜਾ ਰਿਹਾ। ਹੀ ਇਜ਼ ਨਾਟ ਅ ਚੇਂਜਡ ਮੈਨ। ਜੋ ਉਹਦੀ ਆਈਡੀਅਲਿਜ਼ਮ ਹੈਗੀ ਹੈ, ਜੋ ਉਹਦੀ ਆਈਡੀਅਲਿਜ਼ਮ ਹੈਗੀ ਹੈ, ਮਤਲਬ ਇਹ ਹੈ ਕਿ ਕੋਈ ਮਟੀਰੀਅਲ ਚੀਜ਼ ਲੈ ਕੇ ਨਹੀਂ ਹੋ ਜਾ ਰਿਹਾ। ਉਹ ਜਿਹੜੀ ਉਹਦੀ ਸਪਿਰਿਚੁਅਲ ਇੰਟੈਲੈਕਚੁਅਲ ਤਾਕਤ ਹੈ, ਉਹਨੂੰ ਉਹ ਲੈ ਕੇ ਜਾ ਰਿਹਾ ਹੈ। ਉਹ ਸੋਸਾਇਟੀ ਚ ਮਿਸਫਿਟ ਹੈ ਨਾ, ਉਹਦੀ ਆਪਣੀ ਬੰਸਰੀ ਹੈ, ਉਹਦੇ ਆਪਣੇ ਖਿਆਲਾਤ ਨੇ, ਉਹਨਾਂ ਨੂੰ ਨਹੀਂ ਛੱਡ ਕੇ ਜਾ ਰਿਹਾ, ਉਹ ਨਾਲ ਜਾ ਰਹੇ ਨੇ ਬੁੱਕਲ ਦੇ ਵਿੱਚ। ਬਿਲਕੁਲ। ਅੱਛਾ ਜੀ, ਅਗਲਾ ਕਿੰਨੇ ਪੜ੍ਹਨਾ ਹੈ? ਮੈਂ ਪੜ੍ਹਾਂ ਜੀ। 11-12 ਹੋ ਗਏ। ਹਾਂਜੀ ਪੜ੍ਹੋ। ਖਬਰ ਭਾਈਆਂ ਨੂੰ ਲੋਕਾਂ ਜਾਏ ਦਿੱਤੀ, ਢਿੰਡੋ ਉੱਠ ਹਜ਼ਾਰਿਓਂ ਚੱਲਿਆ ਜੇ, ਹਲ ਵਾਹੁਣਾ ਉਸ ਤੋਂ ਹੋਵੇ ਨਹੀਂ, ਮਾਰ ਬੋਲੀਆਂ ਭਾਬੀਆਂ ਘੱਲਿਆ ਜੇ, ਪਕੜ ਰਾਹ ਟੁਰਿਆ ਹੰਝੂ ਨੈਣ ਰੋਵਣ, ਜਿਵੇਂ ਨਦੀ ਦਾ ਨੀਰ ਉਛਲਿਆ ਜੇ, ਵਾਰਿਸ ਸ਼ਾਹ ਦੇ ਵਾਸਤੇ ਭਾਈਆਂ ਨੇ ਅਧਵਾਟਿਓਂ ਰਾਹ ਜਾ ਮੱਲਿਆ ਜੇ। ਖਬਰ ਭਾਈਆਂ ਨੂੰ ਲੋਕਾਂ ਜਾ ਦਿੱਤੀ, ਦੀਦੋ ਰੁੱਸ ਹਜ਼ਾਰਿਓਂ ਚੱਲਿਆ ਜੇ। ਇਹ ਤੇ ਸਾਫ ਹੀ ਉਹਦਾ ਜਿਹੜਾ ਘਰ ਦਾ ਨਾਂ ਤੇ ਦੀਦੋ ਹੈ ਨਾ, ਰਾਂਝਾ ਤੇ ਉਹਦੀ ਜ਼ਾਤ ਹੈ ਨਾ, ਦੀਦੋ ਰਾਂਝਾ ਹੈ ਨਾ ਉਹ। ਖਬਰ ਭਾਈਆਂ ਨੂੰ ਲੋਕਾਂ ਜਾ ਦਿੱਤੀ, ਦੀਦੋ ਰੁੱਸ ਹਜ਼ਾਰਿਓਂ ਚੱਲਿਆ ਜੇ। ਹਜ਼ਾਰਿਓਂ ਰੁੱਸ ਕੇ ਉਹ ਜਾ ਰਿਹਾ ਜੇ। ਹਲ ਵਾਹੁਣਾ ਉਸ ਤੋਂ ਹੋਵੇ ਨਹੀਂ, ਮਾਰ ਬੋਲੀਆਂ ਭਾਬੀਆਂ ਘੱਲਿਆ ਜੇ। ਤੇ ਲੋਕੀ ਇਹ ਵੀ ਉਹਨਾਂ ਨੂੰ ਭਰਾਵਾਂ ਨੂੰ ਕਹਿ ਰਹੇ ਨੇ ਕਿ ਉਹ ਹਾਲ ਚਾਲ ਤੇ ਨਹੀਂ ਵਗਦਾ, ਤੇ ਇਸੇ ਗੱਲ ਦਾ ਮਿਹਣੇ ਮਾਰ ਕੇ ਤੇ ਭਰਜਾਈਆਂ ਨੇ ਉਹਨੂੰ ਘਰੋਂ ਕੱਢ ਦਿੱਤਾ ਹੈ। ਭਰਜਾਈਆਂ ਦੇ ਬੋਲਾਂ ਦੀ ਵਜ੍ਹਾ ਤੋਂ ਉਹ ਨਿਕਲ ਗਿਆ। ਪਕੜ ਰਾਹ ਟੁਰਿਆ ਹੰਝੂ ਨੈਣ ਰੋਵਣ, ਮਤਲਬ ਉਹ ਰੋਂਦਾ ਹੋਇਆ ਜਾ ਰਿਹਾ ਹੈ। ਜਿਵੇਂ ਨਦੀ ਦਾ ਨੀਰ ਉਛਲਿਆ ਜੇ, ਜਿਵੇਂ ਨਦੀ ਦਾ ਪਾਣੀ ਜਿਹੜਾ ਹੈ ਉਹ ਕਿਨਾਰਿਆਂ ਤੋਂ ਬਾਹਰ ਨਿਕਲ ਜਾਂਦਾ ਹੈ, ਇਸੇ ਤਰ੍ਹਾਂ ਅਥਰੂ ਜਿਹੜੇ ਨੇ ਉਹਦੇ ਅੱਖਾਂ ਚੋਂ ਨਿਕਲ ਰਹੇ ਨੇ। ਅੱਗੋਂ ਵੀਰ ਦੇ ਵਾਸਤੇ ਭਾਈਆਂ ਨੇ, ਇਹਨੂੰ ਠੀਕ ਕਰੋ ਤਾਂ ਤੁਸੀਂ ਪਤਾ ਨਹੀਂ ਕਿਵੇਂ ਪੜ੍ਹ ਰਹੇ ਸੋ। ਅੱਗੋਂ ਵੀਰ ਦੇ ਵਾਸਤੇ ਭਾਈਆਂ ਨੇ, ਵੀਰ ਦਾ ਮਤਲਬ ਭਰਾ, ਅੱਗੋਂ ਵੀਰ ਦੇ ਵਾਸਤੇ ਭਾਈਆਂ ਨੇ ਅੱਧ ਵਾਟਿਓਂ ਰਾਹ ਜਾ ਮੱਲਿਆ ਜੇ। ਅੱਧ ਵਾਟ ਦਾ ਮਤਲਬ ਹੁੰਦਾ ਅੱਧਾ ਰਸਤਾ। ਅਜੇ ਉਹਨੇ ਅੱਧਾ ਰਸਤਾ ਕੀਤਾ ਸੀ ਤੇ ਉਹਨਾਂ ਨੇ ਜਾ ਕੇ ਉਹਦਾ ਰਾਹ ਰੋਕ ਲਿਆ, ਰਾਹ ਜਾ ਮੱਲਿਆ ਜੇ। ਕਿੰਨੇ ਬੰਦ ਹੋ ਗਏ ਜੀ? ਸਰ 11 ਹੋ ਗਏ। ਨਹੀਂ ਯਾਰ 11 ਕਿੱਥੋਂ ਹੋ ਗਏ? ਜ਼ਿਆਦਾ ਹੋਏ ਨੇ, ਮੈਂ ਹਾਲੇ 13-14 ਹੋ ਗਏ ਨੇ। ਨਹੀਂ, ਆ 26 ਖਬਰ ਭਾਈਆਂ ਨੂੰ ਜਿਹੜੀ ਆ 26 ਸੀ, ਅਸੀਂ 15 ਤੋਂ ਸ਼ੁਰੂ ਕੀਤਾ, ਇਹ 26 ਹਾਂਜੀ 12 ਹੋ ਗਏ ਨੇ ਤਕਰੀਬਨ ਨਾ। ਲੇਕਿਨ ਇਟਸ ਗੁੱਡ ਟਾਈਮ ਟੂ ਸਟਾਰਟ। ਮੇਰੇ ਖਿਆਲ
ਸਵਾ ਘੰਟਾ ਮੈਂ ਸੋਚ ਰਿਹਾ ਕਿ ਜੇ 7 ਵੀ ਨਹੀਂ ਹੋਏ। ਚਲੋ ਅਗਲਾ ਪੜ੍ਹ ਲੈਂਦੇ ਆ ਫਿਰ। ਨਹੀਂ ਬਸ ਠੀਕ ਹੈ ਇੱਥੋਂ ਤੱਕ। I think so, this is good enough, I think. ਠੀਕ ਹੈ। ਹਾਂ ਇੱਥੇ ਬਸ ਜਿੰਨਾ ਜਿਹੜੀ ਅਸੀਂ ਸਪੀਡ ਰੱਖੀ ਆ ਉਹ ਠੀਕ ਹੈ। ਹਾਂਜੀ, ਇੱਥੋਂ ਤੱਕ ਠੀਕ ਹੈ। ਤੇ ਡਾਕਟਰ ਪਹਿਲਾ ਡਾਇਲੋਗ ਜਿਹੜਾ ਨਾ ਚੱਲਦਾ ਪਿਆ ਸਾਡਾ। ਕੀ ਮਤਲਬ? ਮੈਂ ਕਿਹਾ ਸਾਡਾ ਪਹਿਲਾ ਇੰਪੋਰਟੈਂਟ ਡਾਇਲੋਗ ਜਿਹੜਾ ਉਹ ਚੱਲਦਾ ਪਿਆ। ਹਾਂਜੀ ਬਿਲਕੁਲ। ਸ਼ੁਕਰੀਆ ਡਾਕਟਰ ਸਾਹਿਬ। ਚਲੋ ਜੀ ਹੁਣ ਅਗਲੇ ਸੰਡੇ ਨੂੰ। ਠੀਕ ਹੈ ਸਰ ਜੀ, ਸ਼ੁਕਰੀਆ, ਬਹੁਤ ਮਿਹਰਬਾਨੀ ਜੀ। ਹਾਂਜੀ ਬੀਬਾ ਜੀ ਮੈਨੂੰ ਯਾਦ ਕਰਵਾ ਦਿਆ ਕਰੋ। ਤੁਹਾਨੂੰ ਕੱਲ ਕਰਾਇਆ ਸੀ ਸਰ ਜੀ। ਇਸ ਵਾਰੀ ਮੈਂ ਕਿਹਾ ਤੁਹਾਨੂੰ ਹੀ ਕਿਹਾ ਨਾ ਮੁੜ ਕੇ ਕਿ ਤੁਸੀਂ ਫੇਰ ਅਗਲੀ ਵਾਰੀ ਯਾਦ ਕਰਵਾਉਣਾ। ਜ਼ਰੂਰ ਸਰ ਜੀ, ਜ਼ਰੂਰ। ਹੈ ਇਸੇ ਵਾਸਤੇ ਤੁਹਾਨੂੰ ਕਿਹਾ। ਅੱਛਾ ਜੀ, ਮੈਂ ਤਾਂ ਤੁਹਾਨੂੰ ਵੀਡੀਓ ਵੀ ਆਡੀਓ ਵੀ ਭੇਜਦੀ ਆ, ਗੱਲ ਵੀ ਕਰਦੀ ਆ। ਆਹੋ ਮੈਨੂੰ ਪਤਾ ਹੈ ਨਾ ਤੁਸੀਂ ਜ਼ਿੰਮੇਦਾਰ ਬੰਦੇ ਹੋ, ਮੈਂ ਜ਼ਰਾ ਕੁਛ ਬਗੈਰ ਜ਼ਿੰਮੇਦਾਰ ਹੈ। ਹਰ ਬੰਦੇ ਤੇ ਜ਼ਿੰਮੇਦਾਰ ਨਹੀਂ ਨਾ ਹੋਣਾ। ਨਹੀਂ ਸਰ ਜੀ। ਮੈਂ ਰਿਕਾਰਡਿੰਗ ਸਟਾਪ ਕਰਨਾ। ਸਾਨੂੰ ਤੇ ਸਰ ਜੀ ਤੁਹਾਡੀ ਕੀ ਇੱਕ ਗੱਲ ਦਾ ਲਾਲਚ ਹੈ, ਜੋ ਤੁਸੀਂ ਸਾਨੂੰ ਦੱਸ ਦਿੰਦੇ ਹੋ ਸਾਡੇ ਵਾਸਤੇ ਤੇ ਨਾਇਆਬ ਹੀਰੇ ਨੇ ਜੋ ਸਾਨੂੰ ਤੁਸੀਂ ਦੱਸ ਦਿੰਦੇ ਹੋ ਸਾਡੇ ਵਾਸਤੇ। ਤੇ ਦਿਸ ਇਜ਼ ਐਕਸਟ੍ਰੀਮਲੀ important.